ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ 1469 ਵਿੱਚ ਰਾਏ ਭੋਇ ਦੀ ਤਲਵੰਡੀ ਜ਼ਿਲ੍ਹਾ ਸ਼ੇਖੂਪੁਰਾ ਵਿੱਚ ਹੋਇਆ। ਇਸ ਜਗ੍ਹਾ ਨੂੰ ਅੱਜ ਅਸੀਂ ਨਨਕਾਣਾ ਸਾਹਿਬ, ਜੋ ਕਿ ਪਾਕਿਸਤਾਨ ਵਿੱਚ ਹੈ, ਦੇ ਨਾਮ ਨਾਲ ਜਾਣਦੇ ਹਾਂ। ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ, ਮਾਤਾ ਤ੍ਰਿਪਤਾ ਜੀ ਅਤੇ ਵੱਡੀ ਭੈਣ ਬੇਬੇ ਨਾਨਕੀ ਸਨ। ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਪਿੰਡ ਦੇ ਹਾਕਮ ਰਾਏ ਬਲਾਰ ਪਾਸ ਪਟਵਾਰੀ ਸਨ। ਗੁਰੂ ਜੀ ਜਦੋਂ 7 ਸਾਲਾਂ ਦੇ ਹੋਏ ਤਾਂ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਪਿੰਡ ਦੇ ਪਾਂਦੇ ਗੋਪਾਲ ਦਾਸ ਪਾਸ ਹਿਸਾਬ ਕਿਤਾਬ ਅਤੇ ਦੇਵਨਾਗਰੀ ਸਿੱਖਣ ਲਈ ਭੇਜਣਾ ਸ਼ੁਰੂ ਕੀਤਾ। ਗੁਰੂ ਸਾਹਿਬ ਅਕਸਰ ਆਪਣੇ ਉਸਤਾਦ ਨਾਲ ਪਰਮਾਤਮਾ ਬਾਰੇ ਡੂੰਘੀਆਂ ਵਿਚਾਰਾਂ ਕਰਿਆ ਕਰਦੇ ਸਨ। ਇੱਕ ਦਿਨ ਗੁਰੂ ਜੀ ਫੱਟੀ ਅੱਗੇ ਰੱਖ ਕੇ ਚੁੱਪ ਕਰਕੇ ਬੈਠੇ ਸਨ। ਗੁਰੂ ਜੀ ਨੂੰ ਇਸ ਤਰ੍ਹਾਂ ਬੈਠੇ ਦੇਖ ਕੇ ਪਾਂਦੇ ਨੇ ਪੁੱਛਿਆ, ਨਾਨਕ, ਤੂੰ ਆਪਣਾ ਪਾਠ ਕਿਉਂ ਨਹੀਂ ਯਾਦ ਕਰਦਾ? ਗੁਰੂ ਜੀ ਨੇ ਉੱਤਰ ਦਿੱਤਾ, ਪਾਂਦਾ ਜੀ, ਇਹ ਪਾਠ ਇਹ ਨਹੀਂ ਦੱਸਦਾ ਕਿ ਕਿਵੇਂ ਦੁਨੀਆ ਦੇ ਬੰਧਨਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਪਾਂਦੇ ਨੇ ਕਿਹਾ, ਨਾਨਕ, ਮੈਂ ਤਾਂ ਗਿਣਤੀ ਮਿੰਤੀ ਵਾਲੀ ਹੀ ਪੜ੍ਹਾਈ ਸਿੱਖੀ ਹੈ ਅਤੇ ਇਹ ਹੀ ਸਿਖਾਉਂਦਾ ਆ ਰਿਹਾ ਹਾਂ। ਜੇ ਤੈਨੂੰ ਦੁਨੀਆ ਦੇ ਬੰਧਨਾਂ ਤੋਂ ਛੁਟਕਾਰਾ ਪਾਉਣ ਵਾਲੀ ਪੜ੍ਹਾਈ ਆਉਂਦੀ ਹੈ ਤਾਂ ਉਹ ਮੈਨੂੰ ਦੱਸ। ਗੁਰੂ ਜੀ ਨੇ ਉੱਤਰ ਦਿੱਤਾ, ਪਾਂਦਾ ਜੀ, ਇਸ ਕਲਮ ਅਤੇ ਸਿਆਹੀ ਨਾਲ ਇਸ ਫੱਟੀ ਉੱਪਰ ਲਿਖਣਾ ਅਤੇ ਪੜ੍ਹਨਾ ਸੰਸਾਰਕ ਕਿਰਿਆ ਹੈ। ਬੰਧਨਾਂ ਵਿੱਚ ਫਸੇ ਹੋਏ ਜੀਵ ਦੇ ਮਨ ਵਿੱਚ ਵਿਕਾਰ ਪੈਦਾ ਹੁੰਦੇ ਹਨ। ਸੱਚੀ ਲਿਖਾਈ ਪੜ੍ਹਾਈ ਨਾਲ ਇਸ ਦੁਨੀਆ ਦੇ ਬੰਧਨਾਂ ਤੋਂ ਮੋਹ ਟੁੱਟਦਾ ਹੈ ਅਤੇ ਮਨ ਵਿਕਾਰਾਂ ਤੋਂ ਛੁੱਟਦਾ ਹੈ। ਮਨ ਦੇ ਨਿਰਮਲ ਹੋਣ ਉਪਰੰਤ ਇਸ ਵਿੱਚ ਸ਼ੁਭ ਵਿਚਾਰ ਉਪਜਦੇ ਹਨ। ਉਹ ਸੱਚੀ ਪੜ੍ਹਾਈ ਇਸ ਦੁਨੀਆ ਨੂੰ ਪੈਦਾ ਕਰਨ ਵਾਲੇ ਅਤੇ ਇਸ ਦੀ ਦੇਖਭਾਲ ਕਰਨ ਵਾਲੇ ਦੀ ਉਸਤਤ ਵੱਲ ਪ੍ਰੇਰਦੀ ਹੈ। ਉਸ ਦੇ ਗੁਣ ਗਾਉਣ ਨਾਲ ਤਨ ਮਨ ਸੁਖੀ ਹੁੰਦਾ ਹੈ ਅਤੇ ਮਨ ਵਿੱਚੋਂ ਜਨਮ ਮਰਨ ਦਾ ਡਰ ਸਦਾ ਲਈ ਦੂਰ ਹੋ ਜਾਂਦਾ ਹੈ। ਪਾਂਦੇ ਨੇ ਕਿਹਾ, ਹੇ ਨਾਨਕ, ਜੋ ਕੁਝ ਮੈਨੂੰ ਆਉਂਦਾ ਸੀ ਉਹ ਮੈਂ ਤੈਨੂੰ ਦੱਸ ਦਿੱਤਾ। ਇਹ ਸੱਚੀ ਪੜ੍ਹਾਈ ਮੈਨੂੰ ਨਹੀਂ ਆਉਂਦੀ, ਮੈਂ ਇਹ ਨਹੀਂ ਪੜ੍ਹਾ ਸਕਦਾ। ਇਸ ਤਰ੍ਹਾਂ ਸਮਾਂ ਬੀਤਦਾ ਗਿਆ। ਗੁਰੂ ਜੀ ਹੁਣ 13 ਸਾਲਾਂ ਦੇ ਹੋ ਗਏ ਸਨ। ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਫਾਰਸੀ ਸਿੱਖਣ ਲਈ ਮੌਲਵੀ ਕੁਤਬਦੀਨ ਪਾਸ ਭੇਜਣਾ ਆਰੰਭ ਕੀਤਾ। ਇੱਕ ਦਿਨ ਗੁਰੂ ਜੀ ਮੌਲਵੀ ਨੂੰ ਪੁੱਛਿਆ, ਇਹਨਾਂ ਅਲਫ ਬੇ ਆਦ ਅੱਖਰਾਂ ਦੇ ਕੀ ਅਰਥ ਹਨ? ਮੌਲਵੀ ਪਾਸੋਂ ਇਸ ਤਰ੍ਹਾਂ ਦਾ ਸਵਾਲ ਪਹਿਲਾਂ ਕਦੇ ਕਿਸੇ ਪੁੱਛਿਆ ਨਹੀਂ ਸੀ। ਉਸ ਨੂੰ ਕੋਈ ਉੱਤਰ ਨਾ ਸੁਝਿਆ ਤਾਂ ਉਸਨੇ ਕਿਹਾ, ਨਾਨਕ, ਤੂੰ ਹੀ ਦੱਸ, ਇਹਨਾਂ ਦੇ ਕੀ ਅਰਥ ਹਨ? ਗੁਰੂ ਜੀ ਨੇ ਮੌਲਵੀ ਨੂੰ ਅਲਫ ਤੋਂ ਯੇ ਤੱਕ ਦੇ ਸਾਰੇ ਅੱਖਰਾਂ ਦੇ ਅਰਥ ਪਰਮਾਤਮਾ ਦੀ ਉਸਤਤ ਵਿੱਚ ਸੁਣਾ ਦਿੱਤੇ। ਗੁਰੂ ਜੀ ਪਾਸੋਂ ਅੱਖਰਾਂ ਦੇ ਅਰਥ ਸੁਣ ਕੇ ਮੌਲਵੀ ਨੇ ਸਮਝ ਲਿਆ ਕਿ ਵਿਚਾਰ ਕੀਤਾ ਜਾਵੇ ਤਾਂ ਇਹ ਦੁਨਿਆਵੀ ਪੜ੍ਹਾਈ ਪਰਮਾਤਮਾ ਦੀਆਂ ਸਿਫਤਾਂ ਹਨ। ਸਿਫਤਾਂ ਦਾ ਵਿਚਾਰਨਾ ਹੀ ਸੱਚੀ ਪੜ੍ਹਾਈ ਹੈ। ਗੁਰੂ ਸਾਹਿਬ ਦੇ ਮੁੱਢਲੇ ਜੀਵਨ ਤੋਂ ਅਸੀਂ ਸਮਝਿਆ ਕਿ ਗੁਰੂ ਸਾਹਿਬ ਜਿੱਥੇ ਦੁਨਿਆਵੀ ਪੜ੍ਹਾਈ ਤੇ ਜ਼ੋਰ ਦਿੰਦੇ ਸਨ, ਉੱਥੇ ਹੀ ਅਧਿਆਤਮਕ ਪੜ੍ਹਾਈ ਨੂੰ ਵੀ ਪੂਰਾ ਸਮਾਂ ਦਿੰਦੇ ਸਨ। ਜੇ ਅਸੀਂ ਵੀ ਅੱਜ ਅੱਛੇ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਵੀ ਆਪਣੇ ਬੱਚਿਆਂ ਨੂੰ ਜਿੱਥੇ ਉੱਚ ਕੋਟੀ ਦੀ ਸੰਸਾਰਕ ਪੜ੍ਹਾਈ ਦਿਵਾਨੀ ਹੈ, ਉਸ ਦੇ ਨਾਲ ਨਾਲ ਆਪ ਅਤੇ ਆਪਣੇ ਪਰਿਵਾਰ ਨੂੰ ਗੁਰੂ ਇਤਿਹਾਸ ਅਤੇ ਗੁਰਬਾਣੀ ਦੇ ਨਾਲ ਜੋੜ ਕੇ ਰੱਖਣਾ ਹੈ, ਤਾਂ ਕਿ ਅਸੀਂ ਸਮਝ ਸਕੀਏ ਕਿ ਗੁਰੂ ਆਸ਼ੇ ਅਨੁਸਾਰ ਜੀਵਨ ਜੁਗਤ ਕੀ ਹੈ। ਇਹ ਮੋਬਾਈਲ ਐਪਲੀਕੇਸ਼ਨ ਇਸੇ ਉਦੇਸ਼ ਨੂੰ ਮੁੱਖ ਰੱਖ ਕੇ ਇੱਕ ਛੋਟਾ ਜਿਹਾ ਉਪਰਾਲਾ ਹੈ। ਗੁਰੂ ਨਾਨਕ ਦੇਵ ਜੀ 9 ਸਾਲਾਂ ਦੇ ਹੋਏ ਤਾਂ ਇਹਨਾਂ ਦੇ ਵੀ ਮੰਨੂ ਦਾ ਸ਼ੁਰੂ ਕੀਤਾ ਜਨੇਊ ਪਾਉਣ ਵਾਲਾ ਦਿਨ ਆ ਗਿਆ। ਪੰਡਿਤ ਹਰਦਿਆਲ ਆਪਣਾ ਪੂਜਾ ਪਾਠ ਕਰਕੇ ਜਦੋਂ ਗੁਰੂ ਜੀ ਦੇ ਗਲੇ ਵਿੱਚ ਜਨੇਊ ਪਾਉਣ ਲੱਗਾ ਤਾਂ ਗੁਰੂ ਨਾਨਕ ਨੇ ਉਸ ਨੂੰ ਰੋਕ ਦਿੱਤਾ ਅਤੇ ਪੁੱਛਿਆ, ਪੰਡਿਤ ਜੀ, ਇਸ ਸੂਤਰ ਨੂੰ ਗਲੇ ਵਿੱਚ ਪਾਉਣ ਦਾ ਕੀ ਲਾਭ ਹੈ? ਇਸ ਨਾਲ ਕਿਹੜੀ ਪਦਵੀ ਮਿਲਦੀ ਹੈ? ਇਸ ਦੇ ਪਾਉਣ ਨਾਲ ਕਿਹੜੇ ਧਰਮ ਦੇ ਕਰਮਾਂ ਵਿੱਚ ਵਾਧਾ ਹੁੰਦਾ ਹੈ ਜਿਹੜੇ ਇਸ ਦੇ ਪਾਉਣ ਤੋਂ ਬਿਨਾਂ ਨਹੀਂ ਹੁੰਦੇ? ਪੰਡਿਤ ਹਰਦਿਆਲ ਨੇ ਉੱਤਰ ਦਿੱਤਾ, ਹੇ ਨਾਨਕ, ਇਸ ਦੇ ਪਾਉਣ ਨਾਲ ਆਤਮਕ ਜਨਮ ਹੁੰਦਾ ਹੈ। ਇਸ ਦੇ ਪਾਉਣ ਉਪਰੰਤ ਰਸੋਈ ਵਿੱਚ ਜਾਣ ਦੀ ਖੁੱਲ੍ਹ ਹੋ ਜਾਂਦੀ ਹੈ। ਇਸ ਦੇ ਪਾਉਣ ਪਿੱਛੋਂ ਧਰਮ ਦੇ ਸੰਸਾਰੀ ਰੀਤੀ ਰਿਵਾਜ਼ਾਂ ਵਿੱਚ ਸ਼ਾਮਲ ਹੋਣ ਦੀ ਆਜ਼ਾਦੀ ਹੁੰਦੀ ਹੈ। ਇਸ ਦੇ ਪਾਉਣ ਤੋਂ ਬਿਨਾਂ ਕਸ਼ਤਰੀ ਅਤੇ ਬ੍ਰਾਹਮਣ ਅਪਵਿੱਤਰ ਰਹਿੰਦੇ ਹਨ, ਜਿਸ ਕਾਰਨ ਉਹ ਧਰਮ ਦੇ ਕਰਮਾਂ ਵਿੱਚ
ਹਿੱਸਾ ਨਹੀਂ ਲੈ ਸਕਦੇ, ਆਪਣੇ ਬਜ਼ੁਰਗਾਂ ਦੇ ਸ਼ਰਾਧ ਕਰਨ ਦਾ ਵੀ ਹੱਕ ਨਹੀਂ ਰੱਖਦੇ, ਜਿਸ ਕਾਰਨ ਉਹਨਾਂ ਦੇ ਪਿੱਤਰ ਪਰਲੋਕ ਵਿੱਚ ਭੁੱਖ ਪਿਆਸ ਨਾਲ ਦੁਖੀ ਰਹਿੰਦੇ ਹਨ। ਗੁਰੂ ਨਾਨਕ ਨੇ ਅੱਗੋਂ ਪੁੱਛਿਆ, ਜੇ ਜਨੇਊ ਪਾਉਣ ਨਾਲ ਆਤਮਕ ਜਨਮ ਹੁੰਦਾ ਹੈ ਤਾਂ ਇਹ ਜਨੇਊ ਆਤਮਾ ਨੂੰ ਪਾਉਣਾ ਚਾਹੀਦਾ ਹੈ। ਇਹ ਸੂਤਰ ਪਾਉਣ ਦਾ ਕੀ ਲਾਭ ਜੇ ਪਾਉਣ ਵਾਲਾ ਪਹਿਲਾਂ ਦੀ ਤਰ੍ਹਾਂ ਝੂਠ ਬੋਲਦਾ ਰਹੇ, ਚੁਗਲੀਆਂ ਕਰਦਾ ਰਹੇ ਅਤੇ ਚੰਡਾਲਾਂ ਵਾਲੇ ਕੰਮਕਾਰ ਕਰਦਾ ਰਹੇ, ਜਿਵੇਂ ਜਨੇਊ ਪਾਉਣ ਵਾਲਾ ਪੰਡਿਤ ਆਪ ਕਰਦਾ ਹੈ। ਜਨੇਊ ਤਾਂ ਇਸ ਤਰ੍ਹਾਂ ਦਾ ਹੋਵੇ ਜਿਸ ਦੇ ਪਾਉਣ ਨਾਲ ਮਨ ਵਿੱਚ ਦਇਆ ਉਪਜੇ, ਸੰਤੋਖੀ ਬਣੇ, ਜਤ ਰੱਖੇ ਅਤੇ ਸੱਚੇ ਵਿਹਾਰ ਕਰੇ। ਪੰਡਿਤ ਜੀ, ਜੇ ਆਪ ਦੇ ਪਾਸ ਇਸ ਤਰ੍ਹਾਂ ਦਾ ਜਨੇਊ ਹੈ ਤਾਂ ਮੈਂ ਪਾਉਣ ਲਈ ਤਿਆਰ ਹਾਂ। ਇਸ ਤਰ੍ਹਾਂ ਦਾ ਜਨੇਊ ਨਾ ਟੁੱਟੇਗਾ, ਨਾ ਗੰਦਾ ਹੋਵੇਗਾ ਅਤੇ ਨਾ ਹੀ ਸਰੀਰ ਦੇ ਜਲਾਉਣ ਸਮੇਂ ਅੱਗ ਵਿੱਚ ਜਲੇਗਾ। ਉਹ ਸੱਚਾ ਜਨੇਊ ਸਦਾ ਹੀ ਸਰੀਰ ਦੇ ਨਾਲ ਰਹੇਗਾ, ਸਰੀਰ ਦੇ ਜਲਾਉਣ ਉਪਰੰਤ ਵੀ ਆਦਮੀ ਦੇ ਨਾਲ ਜਾਵੇਗਾ। ਪੰਡਿਤ ਹਰਦਿਆਲ ਨੇ ਗੁਰੂ ਜੀ ਨੂੰ ਹੋਰ ਸਮਝਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ, ਹੇ ਨਾਨਕ, ਇਹ ਜਨੇਊ ਅਸੀਂ ਅੱਜ ਪਹਿਲੀ ਵਾਰੀ ਸ਼ੁਰੂ ਨਹੀਂ ਕਰਨ ਲੱਗੇ, ਇਹ ਤਾਂ ਪੁਰਾਣੀ ਰੀਤ ਚਲੀ ਆ ਰਹੀ ਹੈ। ਤੇਰੇ ਨਾਲੋਂ ਪਹਿਲਾਂ ਕਦੇ ਕਿਸੇ ਨਾ ਨਹੀਂ ਕੀਤੀ। ਗੁਰੂ ਨਾਨਕ ਨੇ ਜਨੇਊ ਦੀ ਰੀਤ ਪਿੱਛੇ ਬ੍ਰਾਹਮਣਾਂ ਦੇ ਖਾਨ ਦਾ ਪਾਜ ਖੋਲਣ ਲਈ ਸ਼ਲੋਕ ਉਚਾਰਿਆ। ਤਗ ਕਪਾ ਕਤੀਏ ਬਾਮਨ ਵੱਟੇ ਆਏ, ਕੋ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ। ਪੰਡਿਤ ਹਰਦਿਆਲ ਨੂੰ ਇਸ ਸ਼ਲੋਕ ਦੀ ਸਮਝ ਪੈ ਗਈ ਅਤੇ ਯਕੀਨ ਹੋ ਗਿਆ ਕਿ ਗੁਰੂ ਜੀ ਨੇ ਇਹ ਕਪਾਹ ਦਾ ਧਾਗਾ ਗਲ ਵਿੱਚ ਨਹੀਂ ਪਾਉਣਾ। ਉਸਨੇ ਇਹ ਵੀ ਦੇਖ ਲਿਆ ਕਿ ਜੇ ਆਮ ਲੋਕਾਂ ਨੂੰ ਗੁਰੂ ਦੇ ਕਹਿਣ ਦੀ ਸਮਝ ਪੈ ਗਈ ਤਾਂ ਉਹਨਾਂ ਵੀ ਜਨੇਊ ਪਾਉਣਾ ਬੰਦ ਕਰ ਦੇਣਾ ਸੀ। ਉਹਨਾਂ ਪਾਸੋਂ ਵੀ ਬ੍ਰਾਹਮਣਾਂ ਨੂੰ ਬੱਕਰੇ ਅਤੇ ਹੋਰ ਚੜਾਵਾ ਇਸ ਰਸਮ ਦੇ ਕਰਨ ਦਾ ਨਹੀਂ ਮਿਲਣਾ। ਇਸ ਡਰ ਦੇ ਮਾਰੇ ਉਸਨੇ ਜਨੇਊ ਆਪਣੇ ਥੈਲੇ ਵਿੱਚ ਪਾਇਆ ਅਤੇ ਘਰ ਨੂੰ ਪਰਤ ਗਿਆ। ਇਸ ਸਾਖੀ ਤੋਂ ਅਸੀਂ ਸਮਝਿਆ ਕਿ ਗੁਰੂ ਸਾਹਿਬ ਐਸੇ ਕਿਸੇ ਭੇਖ ਵਿੱਚ ਵਿਸ਼ਵਾਸ ਨਹੀਂ ਰੱਖਦੇ ਜੋ ਸਾਡੀ ਆਤਮਾ ਦਾ ਸਾਥੀ ਨਾ ਬਣ ਸਕੇ। ਇਸੇ ਲਈ ਹਰ ਸਿੱਖ ਵਾਸਤੇ ਬਾਣੀ ਅਤੇ ਬਾਣਾ ਦੋਨਾਂ ਨੂੰ ਸੰਭਾਲ ਕੇ ਰੱਖਣਾ ਲਾਜ਼ਮੀ ਹੈ। ਜੇ ਅਸੀਂ ਬਾਣੀ ਨੂੰ ਵਿਸਾਰ ਦਈਏ ਤੇ ਬਾਕੀ ਸਭ ਭੇਖ ਹੀ ਰਹਿ ਜਾਂਦਾ ਹੈ ਜੋ ਗੁਰੂ ਨੂੰ ਨਹੀਂ ਪਾਉਂਦਾ। ਹਰ ਮਾਤਾ ਪਿਤਾ ਦੀ ਰੀਝ ਹੁੰਦੀ ਹੈ ਕਿ ਉਹਨਾਂ ਦੀ ਸੰਤਾਨ ਆਪਣੇ ਪੈਰਾਂ ਤੇ ਖੜੀ ਹੋ ਜਾਵੇ ਤੇ ਕੁਝ ਕਮਾਉਣ ਲੱਗ ਜਾਵੇ। ਮਹਿਤਾ ਕਾਲੂ ਜੀ ਨੇ ਆਪਣੇ ਹਾਕਮ ਰਾਏ ਬੁਲਾਰ ਪਾਸੋਂ ਗੁਰੂ ਜੀ ਲਈ ਕੰਮ ਬਾਰੇ ਸਲਾਹ ਲਈ। ਉਸਨੇ ਕਿਹਾ, ਮਹਿਤਾ ਜੀ, ਆਪਣੇ ਪੁੱਤਰ ਨੂੰ ਤੁਸੀਂ ਸੁਲਤਾਨਪੁਰ ਉਸ ਦੀ ਭੈਣ ਨਾਨਕੀ ਪਾਸ ਭੇਜ ਦੇਵੋ। ਸੁਲਤਾਨਪੁਰ ਵਿੱਚ ਭੈਣ ਨਾਨਕੀ ਦਾ ਪਤੀ ਜੈ ਰਾਮ ਨਵਾਬ ਦੌਲਤ ਖਾਨ ਦੀ ਜਗੀਰ ਦੀ ਦੇਖਭਾਲ ਕਰਨ ਦਾ ਵਜ਼ੀਰ ਹੈ। ਭਾਈ ਜੈ ਰਾਮ ਇਸ ਨੂੰ ਨਵਾਬ ਦੌਲਤ ਖਾਨ ਪਾਸ ਕਿਸੇ ਚੰਗੇ ਨੌਕਰੀ ਉੱਪਰ ਰਖਵਾ ਦੇਵੇਗਾ। ਮਹਿਤਾ ਕਾਲੂ ਨੇ ਆਪਣੇ ਹਾਕਮ ਦੀ ਸਲਾਹ ਉਪਰੰਤ ਗੁਰੂ ਜੀ ਨੂੰ ਸੁਲਤਾਨਪੁਰ ਭੈਣ ਨਾਨਕੀ ਪਾਸ ਭੇਜ ਦਿੱਤਾ। ਭਾਈ ਜੈ ਰਾਮ ਨੇ ਗੁਰੂ ਜੀ ਦੀ ਜਾਣ ਪਛਾਣ ਆਪਣੇ ਨਵਾਬ ਨਾਲ ਕਰਵਾਈ। ਹਾਕਮ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਸਾਹਿਬ ਜੀ ਹਿਸਾਬ ਕਿਤਾਬ ਅਤੇ ਫਾਰਸੀ ਪੜ੍ਹੇ ਹੋਏ ਸਨ ਤਾਂ ਉਹਨਾਂ ਨੇ ਗੁਰੂ ਜੀ ਨੂੰ ਸੁਲਤਾਨਪੁਰ ਦੇ ਮੋਦੀ ਖਾਨੇ ਵਿੱਚ ਮੋਦੀ ਦੀ ਨੌਕਰੀ ਉੱਪਰ ਰੱਖ ਲਿਆ। ਮੋਦੀ ਖਾਨਾ ਇੱਕ ਬਹੁਤ ਵੱਡਾ ਰਾਸ਼ਨ ਦਾ ਸਟੋਰ ਸੀ, ਜਿਸ ਵਿੱਚ ਹਾਕਮ ਦੀ ਜ਼ਮੀਨ ਵਿੱਚ ਖੇਤੀ ਕਰਨ ਵਾਲੇ ਕਿਸਾਨ ਟੈਕਸ ਵਜੋਂ ਜ਼ਮੀਨ ਵਿੱਚ ਪੈਦਾ ਕੀਤੀ ਫਸਲ ਦਾ ਕੁਝ ਹਿੱਸਾ ਮੋਦੀ ਖਾਨੇ ਵਿੱਚ ਜਮ੍ਹਾਂ ਕਰਵਾਉਂਦੇ ਸਨ। ਮੋਦੀ ਉਸ ਇਕੱਠੀ ਹੋਈ ਜਿਨਸ ਨੂੰ ਫੌਜ ਦੇ ਲੰਗਰ ਨੂੰ ਭੇਜਦਾ ਸੀ। ਜਿਹੜੀ ਫਾਲਤੂ ਹੋਵੇ ਉਸ ਨੂੰ ਵੇਚ ਕੇ ਪੈਸੇ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਂਦਾ ਸੀ। ਇਸ ਲਈ ਮੋਦੀ ਦਾ ਕੰਮ ਕਾਫੀ ਜ਼ਿੰਮੇਵਾਰੀ ਦਾ ਸੀ। ਮੋਦੀ ਨੂੰ ਹਰ ਮਹੀਨੇ ਦੀ ਵਿਕਰੀ ਦਾ ਕੁਝ ਹਿੱਸਾ ਮਿਲਦਾ ਸੀ। ਗੁਰੂ ਜੀ ਨੇ ਮੋਦੀ ਦਾ ਕੰਮ ਸੰਭਾਲਣ ਪਿੱਛੋਂ ਭਾਈ ਮਰਦਾਨੇ ਨੂੰ ਆਪਣੇ ਪਾਸ ਬੁਲਾ ਲਿਆ। ਉਹਨਾਂ ਦੋਹਾਂ ਦਾ ਹਰ ਰੋਜ਼ ਦਾ ਨੇਮ ਬਣ ਗਿਆ ਸੀ ਕਿ ਸਵੇਰੇ ਉੱਠ ਕੇ ਵਹੀ ਨਦੀ ਵਿੱਚ ਇਸ਼ਨਾਨ ਕਰਨਾ, ਸੱਚੇ ਮਾਲਕ ਦੀ ਉਸਤਤ ਕਰਨੀ ਅਤੇ ਫਿਰ ਮੋਦੀ ਖਾਨੇ ਆ ਜਾਣਾ। ਗੁਰੂ ਜੀ ਪਾਸੋਂ ਜਿਹੜਾ ਵੀ ਸੌਦਾ ਲੈਣ ਆਉਂਦਾ ਉਸ ਨੂੰ ਘੱਟ ਦੀ ਥਾਂ ਵੱਧ ਹੀ ਤੋਲ ਕੇ ਦਿੰਦੇ। ਜਿਹੜਾ ਕਿਸਾਨ ਖੇਤੀਬਾੜੀ ਦਾ ਟੈਕਸ ਦੇਣ ਲਈ ਜਿਨਸ ਲੈ ਕੇ ਆਉਂਦਾ ਉਸ ਪਾਸੋਂ ਵੱਧ ਲੈਣ ਦੀ ਕੋਈ ਕੋਸ਼ਿਸ਼ ਨਾ ਕਰਦੇ। ਕੋਈ ਲੋੜਵੰਦ ਗਰੀਬ ਜਾਂ ਫਕੀਰ ਆਉਂਦਾ ਤਾਂ ਉਸ ਦੀ ਲੋੜ ਪੂਰੀ ਕਰ ਦਿੰਦੇ। ਇਸ ਤਰ੍ਹਾਂ ਦਾ ਵਿਹਾਰ ਕਰਦੇ ਹੋਏ ਵੀ ਹਰ ਮਹੀਨੇ
ਹਿਸਾਬ ਕਰਨ ਪਿੱਛੋਂ ਗੁਰੂ ਜੀ ਨੂੰ ਕੁਝ ਨਾ ਕੁਝ ਬਚ ਹੀ ਜਾਂਦਾ। ਹਰ ਕੋਈ ਮੋਦੀ ਖਾਨੇ ਆਉਣ ਵਾਲਾ ਖੁਸ਼ ਹੋ ਕੇ ਵਾਪਸ ਜਾਂਦਾ। ਸਭ ਤੋਂ ਵੱਧ ਨਵਾਬ ਦੌਲਤ ਖਾਨ ਗੁਰੂ ਜੀ ਦੀ ਇਮਾਨਦਾਰੀ ਨਾਲ ਕੰਮ ਕਰਨ ਉੱਪਰ ਖੁਸ਼ ਸੀ। ਜਿਸ ਪਾਸ ਕਦੇ ਕਿਸੇ ਨੇ ਜਾ ਕੇ ਮੋਦੀ ਦੀ ਸ਼ਿਕਾਇਤ ਨਹੀਂ ਕੀਤੀ ਸੀ, ਜਿਵੇਂ ਕਿ ਪਹਿਲੇ ਮੋਦੀਆਂ ਦੇ ਘੱਟ ਵੱਧ ਤੋਲਣ ਦੀ ਅਤੇ ਹੋਰ ਹੇਰਾ ਫੇਰੀ ਦੀ ਸ਼ਿਕਾਇਤ ਹੁੰਦੀ ਰਹਿੰਦੀ ਸੀ। ਇਹ ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਗਰੀਬਾਂ ਨੂੰ ਜਦੋਂ ਦਿੰਦੇ ਸੀ ਤਾਂ 13 ਕਹਿ ਕੇ ਦਿੰਦੇ ਸੀ। ਗੁਰੂ ਜੀ ਨੂੰ ਜਦੋਂ ਕਿਸੇ ਨੇ ਪੁੱਛਿਆ, ਨਾਨਕ ਅਸੀਂ ਤੈਨੂੰ ਮੋਦੀ ਖਾਨੇ ਵਿੱਚੋਂ ਗਰੀਬਾਂ ਦੀਆਂ ਝੋਲੀਆਂ ਭਰਦੇ ਦੇਖਦੇ ਹਾਂ, ਫਿਰ ਵੀ ਮੋਦੀ ਖਾਨੇ ਨੂੰ ਘਾਟਾ ਕਿਉਂ ਨਹੀਂ ਪੈਂਦਾ? ਅੱਗੋਂ ਗੁਰੂ ਜੀ ਉੱਤਰ ਦਿੰਦੇ, ਮੈਨੂੰ ਇਹ ਮੋਦੀ ਦਾ ਕੰਮ ਉਸ ਮਾਲਕ ਨੇ ਦਿੱਤਾ ਹੈ ਜਿਸ ਨੇ ਇਹ ਗਰੀਬ ਪੈਦਾ ਕੀਤੇ ਹਨ। ਮੈਂ ਇਹ ਉਸ ਦਾ ਕੰਮ ਸਮਝ ਕੇ ਨਿਭਾਉਂਦਾ ਹਾਂ, ਫਿਰ ਘਾਟਾ ਕਿਵੇਂ ਪੈ ਸਕਦਾ ਹੈ? ਇਸ ਸਾਖੀ ਤੋਂ ਅਸੀਂ ਸਮਝਿਆ ਕਿ ਗੁਰੂ ਸਾਹਿਬ ਸਾਨੂੰ ਨਾ ਕੇਵਲ ਇਮਾਨਦਾਰੀ ਨਾਲ ਵਪਾਰ ਕਰਨਾ ਸਿਖਾਉਂਦੇ ਨੇ, ਬਲਕਿ ਆਪਣੀ ਕਮਾਈ ਵਿੱਚੋਂ ਗਰੀਬਾਂ ਜਾਂ ਲੋੜਵੰਦਾਂ ਦੀਆਂ ਜ਼ਰੂਰਤਾਂ ਵੀ ਪੂਰੀਆਂ ਕਰਨ ਦੇ ਪੂਰਨੇ ਪਾਉਂਦੇ ਨੇ। ਜੇ ਅਸੀਂ ਵੀ ਆਪਣੇ ਆਪ ਨੂੰ ਗੁਰੂ ਦੇ ਸਿੱਖ ਅਖਵਾਉਂਦੇ ਹਾਂ ਤਾਂ ਫਿਰ ਸਾਨੂੰ ਵੀ ਹੱਕ ਦੀ ਕਮਾਈ ਕਰਨੀ ਚਾਹੀਦੀ ਹੈ ਅਤੇ ਲੋੜਵੰਦਾਂ ਜਾਂ ਸਿੱਖੀ ਦੇ ਪ੍ਰਚਾਰ ਵਾਸਤੇ ਦਸਵੰਧ ਜ਼ਰੂਰ ਕੱਢਣਾ ਚਾਹੀਦਾ ਹੈ। ਸੁਲਤਾਨਪੁਰ ਰਹਿੰਦੇ ਹੋਏ ਗੁਰੂ ਜੀ ਹਰ ਰੋਜ਼ ਇਸ਼ਨਾਨ ਕਰਨ ਮਗਰੋਂ ਪ੍ਰਭੂ ਦੀ ਸਿਫਤ ਸਲਾਹ ਵਿੱਚ ਜੁੜ ਜਾਂਦੇ ਸਨ। ਜਦੋਂ ਭਾਈ ਮਰਦਾਨਾ ਜੀ ਰਬਾਬ ਛੇੜਦੇ ਤਾਂ ਜੰਗਲ ਵਿੱਚ ਮੰਗਲ ਹੋ ਜਾਂਦਾ। ਕੀਰਤਨ ਸੁਣਨ ਲਈ ਹੋਰ ਵੀ ਕਈ ਲੋਕੀ ਆ ਜਾਂਦੇ ਸਨ। ਹੌਲੀ ਹੌਲੀ ਇੱਕ ਵੱਡਾ ਸਤਸੰਗ ਹੋਣ ਲੱਗ ਪਿਆ। ਗੁਰੂ ਜੀ ਲੋਕਾਂ ਨੂੰ ਫੋਕਟ ਕਰਮਾਂ, ਭੇਖਾਂ ਭਰਮਾਂ, ਦੇਵੀ ਦੇਵਤਿਆਂ ਦੀ ਪੂਜਾ ਨੂੰ ਤਿਆਗਣ ਦਾ ਉਪਦੇਸ਼ ਦਿੰਦੇ ਸਨ ਅਤੇ ਸਭ ਨੂੰ ਇੱਕ ਅਕਾਲ ਪੁਰਖ ਦੀ ਸ਼ਰਨ ਵਿੱਚ ਆਉਣ ਲਈ ਆਖਦੇ ਸਨ। ਉਹ ਲੋਕਾਂ ਨੂੰ ਸਮਝਾਉਂਦੇ ਕਿ ਪ੍ਰਭੂ ਨਾਲ ਜੁੜੇ ਰਹਿਣ ਦਾ ਇੱਕੋ ਇੱਕ ਵਸੀਲਾ ਉਸ ਦੀ ਸਿਫਤ ਸਲਾਹ ਕਰਨਾ ਹੈ ਅਤੇ ਖਲਕਤ ਵਿੱਚੋਂ ਖਾਲਕ ਦੇ ਦਰਸ਼ਨ ਕਰਨੇ ਹਨ। ਖਲਕਤ ਦੀ ਸੇਵਾ ਹੀ ਪ੍ਰਭੂ ਦੀ ਸੇਵਾ ਹੈ। ਗੁਰੂ ਜੀ ਦੇ ਇਸ ਪ੍ਰਚਾਰ ਕਰਕੇ ਬਹੁਤ ਸਾਰੇ ਲੋਕਾਂ ਨੇ ਵਿਖਾਵੇ ਦੇ ਧਰਮ ਨੂੰ ਤਿਆਗ ਦਿੱਤਾ ਅਤੇ ਗੁਰੂ ਜੀ ਦੇ ਦੱਸੇ ਮਾਰਗ ਉੱਤੇ ਤੁਰਨ ਲੱਗ ਪਏ। ਇਨ੍ਹਾਂ ਲੋਕਾਂ ਵਿੱਚ ਮੈਲਸੀਹਾਂ ਦਾ ਨੰਬਰਦਾਰ ਭਾਈ ਭਗੀਰਥ ਵੀ ਸੀ। ਉਸਨੇ ਦੁਰਗਾ ਦੀ ਪੂਜਾ ਛੱਡ ਦਿੱਤੀ ਅਤੇ ਗੁਰੂ ਜੀ ਦਾ ਸਿੱਖ ਬਣ ਗਿਆ। ਇੱਕ ਦਿਨ ਇੱਕ ਬ੍ਰਾਹਮਣ ਆਪ ਜੀ ਕੋਲ ਆਇਆ। ਉਸਨੇ ਬੇਨਤੀ ਕੀਤੀ ਕਿ ਉਹ ਰੁਪਏ ਪੈਸੇ ਹੱਥੋਂ ਬਹੁਤ ਤੰਗ ਹੈ ਅਤੇ ਆਪਣੀ ਜਵਾਨ ਧੀ ਦਾ ਵਿਆਹ ਕਰਨ ਤੋਂ ਵੀ ਅਸਮਰਥ ਹੈ। ਗੁਰੂ ਜੀ ਨੇ ਭਾਈ ਭਗੀਰਥ ਜੀ ਨੂੰ ਲਾਹੌਰ ਭੇਜਿਆ ਤਾਂ ਜੋ ਉਹ ਵਿਆਹ ਲਈ ਜ਼ਰੂਰੀ ਸਮਾਨ ਲੈ ਆਵੇ। ਜਦੋਂ ਭਾਈ ਭਗੀਰਥ ਜੀ ਸਮਾਨ ਲੈ ਆਏ ਤਾਂ ਉਸ ਗਰੀਬ ਬ੍ਰਾਹਮਣ ਦੀ ਧੀ ਦਾ ਵਿਆਹ ਕਰ ਦਿੱਤਾ ਗਿਆ। ਲਾਹੌਰ ਵਿੱਚ ਭਾਈ ਭਗੀਰਥ ਜੀ ਇੱਕ ਵਪਾਰੀ ਮਨਸੁਖ ਨੂੰ ਜਾ ਕੇ ਮਿਲੇ ਸਨ। ਮਨਸੁਖ ਸੰਸਾਰੀ ਵਸਤਾਂ ਨਾਲ ਮੋਹ ਪਿਆਰ ਕਰਨ ਵਾਲਾ ਬੰਦਾ ਸੀ। ਉਸ ਦਾ ਖਿਆਲ ਸੀ ਕਿ ਸਾਧ ਸੰਤ ਤਾਂ ਵਿਲੜ ਬੰਦੇ ਹੁੰਦੇ ਹਨ ਜੋ ਹੋਰਨਾਂ ਦੀ ਕਮਾਈ ਨਾਲ ਐਸ਼ ਲੁੱਟਦੇ ਹਨ। ਜਦੋਂ ਉਸਨੇ ਗੁਰੂ ਨਾਨਕ ਜੀ ਬਾਰੇ ਸੁਣਿਆ ਕਿ ਉਹ ਆਪ ਕਿਰਤਕਾਰ ਕਰਦੇ ਹਨ ਅਤੇ ਆਪਣੀ ਕਮਾਈ ਨਾਲ ਲੋੜਵੰਦਾਂ ਦੀ ਸੇਵਾ ਕਰਦੇ ਹਨ ਤਾਂ ਉਸ ਦਾ ਮਨ ਗੁਰੂ ਜੀ ਦੇ ਦਰਸ਼ਨ ਕਰਨ ਲਈ ਉਤਸੁਕ ਹੋ ਗਿਆ। ਉਹ ਭਾਈ ਭਗੀਰਥ ਜੀ ਨਾਲ ਸੁਲਤਾਨਪੁਰ ਆ ਗਿਆ। ਗੁਰੂ ਜੀ ਦੇ ਦਰਸ਼ਨ ਕਰਨ ਨਾਲ ਉਸ ਦੇ ਵਿਚਾਰ ਹੀ ਬਦਲ ਗਏ। ਸੰਸਾਰਕ ਮੋਹ ਤਾਂ ਜਿਵੇਂ ਉੱਡ-ਪੁੱਡ ਹੀ ਗਿਆ। ਪਰ ਗੁਰੂ ਜੀ ਦੇ ਕਹਿਣ ਉੱਤੇ ਉਹ ਮੁੜ ਕੇ ਲਾਹੌਰ ਆ ਗਿਆ ਅਤੇ ਵਪਾਰ ਕਰਨ ਲੱਗ ਪਿਆ। ਪਰ ਹੁਣ ਉਹ ਨਿਰਾ ਵਪਾਰੀ ਹੀ ਨਹੀਂ ਰਿਹਾ, ਸਗੋਂ ਗੁਰੂ ਜੀ ਦੀ ਸਿੱਖਿਆ ਨੂੰ ਪ੍ਰਚਾਰਨ ਵਾਲਾ ਗੁਰਸਿੱਖ ਬਣ ਗਿਆ ਸੀ। ਭਾਈ ਮਨਸੁਖ ਦੂਰ ਦੂਰ ਤੱਕ ਵਪਾਰ ਕਰਨ ਜਾਂਦਾ ਸੀ। ਇੱਕ ਵਾਰ ਉਹ ਸੰਗਲਾਦੀਪ, ਜਿਸ ਨੂੰ ਸ਼੍ਰੀਲੰਕਾ ਵੀ ਕਹਿੰਦੇ ਹਨ, ਵਿੱਚ ਵੀ ਗਿਆ। ਉੱਥੋਂ ਦਾ ਰਾਜਾ ਸ਼ਿਵਨਾਬ ਭਾਈ ਸਾਹਿਬ ਦੇ ਵਿਚਾਰਾਂ ਅਤੇ ਕਿਰਦਾਰ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਉਹ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦਾ ਭੋਰਾ ਬਣ ਗਿਆ। ਗੁਰੂ ਜੀ ਦੇ ਦਰਸ਼ਨਾਂ ਲਈ ਉਸ ਦੇ ਮਨ ਵਿੱਚ ਪ੍ਰਬਲ ਇੱਛਾ ਪੈਦਾ ਹੋ ਗਈ, ਜਿਸ ਨੂੰ ਗੁਰੂ ਸਾਹਿਬ ਨੇ ਪਹਿਲੀ ਉਦਾਸੀ ਸਮੇਂ ਲੰਕਾ ਜਾ ਕੇ ਆਪ ਦਰਸ਼ਨ ਦਿੱਤੇ। ਇਸ ਸਾਖੀ ਤੋਂ ਅਸੀਂ ਸਮਝਿਆ,
ਗੁਰਸਿੱਖ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਕਿਵੇਂ ਸਿੱਖੀ ਦਾ ਫੈਲਾਅ ਹੋਇਆ। ਭਾਈ ਭਗੀਰਥ ਤੋਂ ਪ੍ਰੇਰਿਤ ਹੋ ਕੇ ਭਾਈ ਮਨਸੁਖ ਸਿੱਖ ਬਣੇ। ਫਿਰ ਭਾਈ ਮਨਸੁਖ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਸੰਗਲਾ ਦੀਪ ਦਾ ਰਾਜਾ ਗੁਰੂ ਘਰ ਦਾ ਸ਼ਰਧਾਲੂ ਬਣਿਆ। ਜੇ ਅੱਜ ਅਸੀਂ ਇਹ ਕਹਿੰਦੇ ਹਾਂ ਕਿ ਸਿੱਖੀ ਦਾ ਫੈਲਾਅ ਰੁਕ ਗਿਆ ਹੈ, ਤਾਂ ਇਸ ਦਾ ਕਾਰਨ ਸਿੱਖਾਂ ਦੇ ਜੀਵਨ ਵਿੱਚ ਆਈ ਗਿਰਾਵਟ ਤੇ ਨਹੀਂ। ਇੱਕ ਸਿੱਖ ਦਾ ਜੀਵਨ ਹੀ ਪ੍ਰਚਾਰਕ ਕੇਂਦਰ ਹੋਣਾ ਚਾਹੀਦਾ ਹੈ, ਜਿਸ ਤੋਂ ਪ੍ਰਭਾਵਿਤ ਹੋ ਕੇ ਦੂਸਰੇ ਆਪਣੇ ਆਪ ਸਿੱਖੀ ਵੱਲ ਖਿੱਚੇ ਚਲੇ ਆਣ। ਸੁਲਤਾਨਪੁਰ ਵਿੱਚ ਗੁਰੂ ਜੀ ਨੂੰ ਮੋਦੀਖਾਨੇ ਦੀ ਨੌਕਰੀ ਮਿਲਣ ਪਿੱਛੋਂ ਪਖੋਕੇ ਰੰਧਾਵੇ ਦੇ ਪਟਵਾਰੀ ਮੂਲ ਚੰਦ ਨੇ ਆਪਣੀ ਪੁੱਤਰੀ ਬੀਬੀ ਸੁਲੱਖਣੀ ਦੀ ਗੁਰੂ ਜੀ ਨਾਲ ਸ਼ਾਦੀ ਕਰ ਦਿੱਤੀ। ਬੀਬੀ ਸੁਲੱਖਣੀ ਆਪ ਦੇ ਨਾਲ ਸੁਲਤਾਨਪੁਰ ਹੀ ਰਹਿਣ ਲੱਗੇ। ਉਹਨਾਂ ਨੇ 2 ਪੁੱਤਰਾਂ ਸ੍ਰੀ ਚੰਦ ਅਤੇ ਲਖਮੀ ਦਾਸ ਨੂੰ ਜਨਮ ਦਿੱਤਾ। ਇੱਕ ਦਿਨ ਗੁਰੂ ਜੀ ਵਈ ਨਦੀ ਵਿੱਚ ਇਸ਼ਨਾਨ ਕਰਨ ਲਈ ਗਏ ਅਤੇ ਬਾਹਰ ਨਾ ਨਿਕਲੇ। ਭਾਈ ਮਰਦਾਨਾ ਉਡੀਕ ਕੇ ਥੱਕ ਕੇ ਘਰ ਨੂੰ ਪਰਤ ਆਇਆ ਅਤੇ ਨਵਾਬ ਨੂੰ ਗੁਰੂ ਜੀ ਦੇ ਨਦੀ ਵਿੱਚੋਂ ਬਾਹਰ ਨਾ ਨਿਕਲਣ ਦੀ ਖਬਰ ਦਿੱਤੀ। ਨਵਾਬ ਨੇ ਆਪਣੇ ਆਦਮੀ ਗੁਰੂ ਜੀ ਦੀ ਭਾਲ ਲਈ ਭੇਜੇ, ਪਰ ਉਹਨਾਂ ਨੂੰ ਗੁਰੂ ਜੀ ਨਦੀ ਵਿੱਚ ਜਾਂ ਬਾਹਰ ਆਸੇ-ਪਾਸੇ ਕਿਧਰੇ ਨਾ ਮਿਲੇ। ਸ਼ਹਿਰ ਦੇ ਸਾਰੇ ਲੋਕਾਂ ਨੂੰ ਆਪਣੇ ਸਿਆਣੇ ਅਤੇ ਇਮਾਨਦਾਰ ਮੋਦੀ ਦੇ ਲਾਪਤਾ ਹੋਣ ਦਾ ਬਹੁਤ ਅਫਸੋਸ ਹੋਇਆ। ਇਸ ਘਟਨਾ ਤੋਂ ਤੀਜੇ ਦਿਨ ਕਿਸੇ ਨੇ ਗੁਰੂ ਜੀ ਨੂੰ ਕਬਰਿਸਤਾਨ ਵਿੱਚ ਬੈਠੇ ਦੇਖਿਆ। ਗੁਰੂ ਜੀ ਦੇ ਕਬਰਿਸਤਾਨ ਵਿੱਚ ਬੈਠੇ ਹੋਣ ਦੀ ਖਬਰ ਨਵਾਬ ਦੌਲਤ ਖਾਨ ਪਾਸ ਵੀ ਪੁੱਜ ਗਈ। ਉਸ ਸਮੇਂ ਸ਼ਹਿਰ ਦਾ ਵੱਡਾ ਕਾਜ਼ੀ ਨਵਾਬ ਪਾਸ ਹੀ ਖੜਾ ਸੀ। ਨਵਾਬ ਨੇ ਉਸ ਨੂੰ ਨਾਲ ਲਿਆ ਅਤੇ ਗੁਰੂ ਜੀ ਪਾਸ ਕਬਰਿਸਤਾਨ ਵਿੱਚ ਪੁੱਜ ਗਿਆ। ਉਹਨਾਂ ਆਪਣੇ ਕੰਨੀ ਗੁਰੂ ਜੀ ਨੂੰ ਕਹਿੰਦੇ ਸੁਣਿਆ, ਇੱਥੇ ਨਾ ਕੋਈ ਹਿੰਦੂ ਹੈ ਅਤੇ ਨਾ ਮੁਸਲਮਾਨ। ਉਹਨਾਂ ਨੂੰ ਬਹੁਤ ਹੈਰਾਨੀ ਹੋਈ। ਉਹਨਾਂ ਕਿਹਾ, ਹੇ ਨਾਨਕ, ਜੇ ਤੈਨੂੰ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਕੋਈ ਫਰਕ ਨਹੀਂ ਲੱਗਦਾ, ਸਾਰੇ ਇੱਕ ਖੁਦਾ ਦੇ ਪੈਦਾ ਕੀਤੇ ਲੱਗਦੇ ਹਨ। ਜੇ ਤੇਰਾ ਖਿਆਲ ਇਹ ਹੈ ਕਿ ਖੁਦਾ ਦੇ ਦਰਬਾਰ ਵਿੱਚ ਇਹਨਾਂ ਦੇ ਚੰਗੇ ਬੁਰੇ ਕਰਮ ਪਰਖ ਕੇ ਫੈਸਲੇ ਹੋਣਗੇ, ਤਾਂ ਤੂੰ ਸਾਡੇ ਨਾਲ ਖੁਦਾ ਦੇ ਘਰ ਮਸੀਤ ਵਿੱਚ ਖੁਦਾ ਦੀ ਭੇਜੀ ਨਮਾਜ਼ ਪੜ੍ਹਨ ਲਈ ਚੱਲ। ਗੁਰੂ ਜੀ ਨਵਾਬ ਦੇ ਕਹਿਣ ਉੱਪਰ ਉਹਨਾਂ ਨਾਲ ਮਸੀਤ ਅੰਦਰ ਚਲੇ ਗਏ। ਗੁਰੂ ਜੀ ਤੋਂ ਬਿਨਾਂ ਸਾਰੇ ਨਮਾਜ਼ੀ ਨਮਾਜ਼ ਪੜ੍ਹਨ ਲੱਗੇ। ਨਮਾਜ਼ ਦੇ ਖਤਮ ਹੋਣ ਉਪਰੰਤ ਨਵਾਬ ਨੇ ਗੁਰੂ ਜੀ ਪਾਸੋਂ ਪੁੱਛਿਆ, ਤੁਸੀਂ ਨਮਾਜ਼ ਕਿਉਂ ਨਹੀਂ ਪੜ੍ਹੀ? ਤੁਸੀਂ ਚੁੱਪ ਕਰਕੇ ਕਿਉਂ ਖੜੇ ਰਹੇ ਜਦੋਂ ਅਸੀਂ ਨਮਾਜ਼ ਪੜ੍ਹ ਰਹੇ ਸੀ? ਗੁਰੂ ਜੀ ਨੇ ਉੱਤਰ ਦਿੱਤਾ, ਨਵਾਬ ਜੀ, ਮੈਂ ਨਮਾਜ਼ ਵਿੱਚ ਕਿਸ ਦਾ ਸਾਥ ਦਿੰਦਾ? ਆਪ ਦਾ ਮਨ ਤਾਂ ਕੰਧਾਰ ਵਿੱਚ ਘੋੜੇ ਖਰੀਦਣ ਲਈ ਗਿਆ ਹੋਇਆ ਸੀ, ਭਾਵੇਂ ਸਰੀਰ ਇੱਥੇ ਸੀ। ਨਵਾਬ ਨੇ ਕਿਹਾ, ਨਾਨਕ, ਜੇ ਮੇਰਾ ਮਨ ਨਮਾਜ਼ ਵਿੱਚ ਹਾਜ਼ਰ ਨਹੀਂ ਸੀ ਤਾਂ ਤੁਸੀਂ ਕਾਜ਼ੀ ਦਾ ਸਾਥ ਦੇ ਦੇਣਾ ਸੀ। ਗੁਰੂ ਜੀ ਨੇ ਕਿਹਾ, ਨਵਾਬ ਸਾਹਿਬ, ਕਾਜ਼ੀ ਦਾ ਮਨ ਘਰ ਵਿੱਚ ਨਵੀਂ ਸੂਈ ਘੋੜੀ ਦੀ ਦੇਖਭਾਲ ਕਰ ਰਿਹਾ ਸੀ। ਇਹ ਸੁਣ ਕੇ ਕਾਜ਼ੀ ਨੇ ਕਿਹਾ, ਨਵਾਬ ਸਾਹਿਬ, ਨਾਨਕ ਸੱਚ ਕਹਿੰਦਾ ਹੈ, ਮੇਰੀ ਘੋੜੀ ਅੱਜ ਸਵੇਰੇ ਸੂਈ ਸੀ। ਨਮਾਜ਼ ਕਰਦੇ ਕਰਦੇ ਮੇਰੇ ਮਨ ਵਿੱਚ ਆਇਆ ਕਿ ਇਸ ਤਰ੍ਹਾਂ ਨਾ ਹੋਵੇ ਕਿ ਵਛੇਰਾ ਟੋਏ ਵਿੱਚ ਡਿੱਗ ਪਵੇ ਅਤੇ ਨਿਕਲ ਨਾ ਸਕੇ। ਗੁਰੂ ਨਾਨਕ ਨੇ ਕਿਹਾ, ਕਾਜ਼ੀ ਸਾਹਿਬ, ਖੁਦਾ ਦੇ ਘਰ ਉੱਪਰ ਉਹ ਨਮਾਜ਼ ਪ੍ਰਵਾਨ ਹੁੰਦੀ ਹੈ ਜਿਹੜੇ ਮਨ ਤਨ ਇਕਾਗਰ ਕਰਕੇ ਕੀਤੀ ਜਾਵੇ। ਮਨ ਦੀ ਇਕਾਗਰਤਾ ਤੋਂ ਬਿਨਾਂ ਪੜੀ ਨਮਾਜ਼ ਆਪਣੇ ਆਪ ਨਾਲ ਧੋਖਾ ਹੈ ਅਤੇ ਦੂਜਿਆਂ ਲਈ ਵਿਖਾਵਾ ਹੈ। ਇਸ ਸਾਖੀ ਵਿੱਚ ਗੁਰੂ ਸਾਹਿਬ ਪਰਮਾਤਮਾ ਨੂੰ ਸੱਚੇ ਦਿਲੋਂ ਯਾਦ ਕਰਨ ਦੀ ਪ੍ਰੇਰਨਾ ਦਿੰਦੇ ਹਨ। ਅਸੀਂ ਜਦੋਂ ਨਿਤਨੇਮ ਜਾਂ ਗੁਰਬਾਣੀ ਪਾਠ ਕਰਦੇ ਹਾਂ ਤਾਂ ਕਿ ਸਾਡਾ ਧਿਆਨ ਗੁਰੂ ਸ਼ਬਦ ਵਿੱਚ ਹੁੰਦਾ ਹੈ। ਜੇ ਅਸੀਂ ਗੁਰਬਾਣੀ ਵਿਚਾਰ ਕੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਗੁਰੂ ਸਾਹਿਬ ਸਾਨੂੰ ਕੀ ਸਿੱਖਿਆ ਦੇ ਰਹੇ ਨੇ ਤੇ ਸਿਰਫ ਤੋਤਾ ਰਟਨ ਹੀ ਕਰਦੇ ਗਏ, ਤਾਂ ਸਾਡਾ ਕਰਮ ਵੀ ਆਪਣੇ ਆਪ ਨਾਲ ਧੋਖਾ ਅਤੇ ਦੂਜਿਆਂ ਲਈ ਵਿਖਾਵਾ ਬਣ ਕੇ ਹੀ ਰਹਿ ਜਾਵੇਗਾ। ਗੁਰੂ ਨਾਨਕ ਦੇਵ ਜੀ ਨੇ ਮੋਦੀਖਾਨੇ ਦੀ ਨੌਕਰੀ ਛੱਡ ਦਿੱਤੀ ਅਤੇ ਬਾਲ ਬੱਚਿਆਂ ਨੂੰ ਬੇਬੇ ਨਾਨਕੀ ਜੀ ਕੋਲ ਸੌਂਪ ਦਿੱਤਾ ਅਤੇ ਸਭ ਨੂੰ ਦੱਸ ਦਿੱਤਾ ਕਿ ਹੁਣ ਉਹ ਸੱਚ ਧਰਮ ਦੇ ਪ੍ਰਚਾਰ ਲਈ ਸੰਸਾਰ ਯਾਤਰਾ ਉੱਤੇ ਜਾਣਗੇ। ਭਾਈ ਗੁਰਦਾਸ ਜੀ ਨੇ ਸਤਿਗੁਰਾਂ ਦੇ ਇਸ ਫੈਸਲੇ ਦਾ ਇੰਜ ਜ਼ਿਕਰ ਕੀਤਾ ਹੈ, ਬਾਪਾ ਦੇਖੇ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਜੋ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ, ਬਾਪੇ ਭੇਖ ਬਨਾਇਆ, ਉਦਾਸੀ ਕੀ ਰੀਤ ਚਲਾਈ,
ਚੜਿਆ ਸੋਧਨ ਧਰਤ ਲੁਕਾਈ। ਬਾਬੇ ਨਾਨਕ ਨੇ ਭਾਈ ਮਰਦਾਨੇ ਨੂੰ ਆਪਣੇ ਨਾਲ ਚੱਲਣ ਲਈ ਕਿਹਾ। ਭਾਈ ਮਰਦਾਨਾ ਜੀ ਤਲਵੰਡੀ ਦੇ ਮਰਾਸੀ ਮੀਰ ਬਾਦਰੇ ਦੇ ਸਪੁੱਤਰ ਸਨ ਅਤੇ ਉਮਰ ਵਿੱਚ ਗੁਰੂ ਜੀ ਨਾਲੋਂ 9 ਸਾਲ 2 ਮਹੀਨੇ ਵੱਡੇ ਸਨ। ਮਰਦਾਨਾ ਜੀ ਨੂੰ ਰਾਗ ਦਾ ਬਹੁਤ ਸ਼ੌਂਕ ਸੀ ਅਤੇ ਰਬਾਬ ਉਹਨਾਂ ਦਾ ਮਨ ਭਾਉਂਦਾ ਸਾਜ਼ ਸੀ। ਲਗਭਗ 50 ਸਾਲ ਭਾਈ ਮਰਦਾਨਾ ਜੀ ਗੁਰੂ ਜੀ ਦੀ ਸੰਗਤ ਵਿੱਚ ਰਹੇ ਅਤੇ ਉਹਨਾਂ ਦਾ ਦੇਹਾਂਤ ਵੀ ਕਰਤਾਰਪੁਰ ਵਿੱਚ ਸਤਿਗੁਰਾਂ ਦੀ ਸੰਗਤ ਕਰਦਿਆਂ ਹੀ ਹੋਇਆ ਸੀ। ਇਤਿਹਾਸਕਾਰਾਂ ਮੁਤਾਬਕ ਸਤਿਗੁਰਾਂ ਨੇ 3 ਵੱਡੀਆਂ ਉਦਾਸੀਆਂ ਲਾਈਆਂ ਸਨ। ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ਇਹਨਾਂ ਦੀ ਕਾਲ ਵੰਡ ਇਸ ਤਰ੍ਹਾਂ ਕੀਤੀ ਹੈ। ਪਹਿਲੀ ਉਦਾਸੀ ਹਿੰਦੂ ਤੀਰਥਾਂ ਵੱਲ, ਜੋ ਸਤੰਬਰ 1507 ਤੋਂ ਦਸੰਬਰ 1515 ਤੱਕ। ਦੂਜੀ ਉਦਾਸੀ ਸੁਮੇਰ ਪਰਬਤ ਦੀ, ਸਤੰਬਰ 1517 ਤੋਂ 1518 ਦੇ ਅੱਧ ਤੱਕ। ਤੇ ਤੀਜੀ ਉਦਾਸੀ ਇਸਲਾਮ ਦੇ ਧਰਮ ਸਥਾਨਾਂ ਦੀ, ਜੋ 1518 ਤੋਂ ਲੈ ਕੇ 1521 ਤੱਕ। ਸਿੱਧ ਗੋਸ਼ਟ ਨਾਮ ਦੀ ਬਾਣੀ ਵਿੱਚ ਯੋਗੀਆਂ ਦੇ ਪ੍ਰਸ਼ਨ ਦੇ ਉੱਤਰ ਵਿੱਚ ਗੁਰੂ ਜੀ ਨੇ ਉਦਾਸੀ ਦੇ ਮਨੋਰਥ ਨੂੰ ਦੱਸਿਆ। ਸਿੱਧਾ ਯੋਗੀਆਂ ਦਾ ਪ੍ਰਸ਼ਨ ਸੀ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵਖਰ ਕੇ ਤੁਮ ਵੰਜਾਰੇ, ਕਿਉਂ ਕਰ ਸਾਥ ਲੰਘਾਵੋ ਪਾਰੇ। ਤੇ ਸਤਿਗੁਰਾਂ ਨੇ ਉੱਤਰ ਦਿੱਤਾ, ਗੁਰਮੁਖ ਖੋਜਤ ਭਏ ਉਦਾਸੀ, ਦਰਸ਼ਨ ਕੇ ਤਾਈ ਭੇਖ ਨਿਵਾਸੀ, ਸਾਚ ਵਖਰ ਕੇ ਹਮ ਵੰਜਾਰੇ, ਨਾਨਕ ਗੁਰਮੁਖ ਉਤਰਸ ਪਾਰੇ। ਭਾਵ ਇਹ ਉਦਾਸੀਆਂ ਜਗਤ ਤੋਂ ਉਪਰਾਮਤਾ ਕਰਕੇ ਨਹੀਂ ਸਨ, ਸਗੋਂ ਭੁੱਲੇ ਭਟਕੇ ਜੀਵਾਂ ਨੂੰ ਸੱਚ ਧਰਮ ਦਾ ਮਾਰਗ ਦਿਖਾ ਕੇ ਉਹਨਾਂ ਦੇ ਉਧਾਰ ਲਈ ਸਨ। ਇਹਨਾਂ ਦਾ ਉਦੇਸ਼ ਸੱਚੇ ਧਾਰਮਿਕ ਪੁਰਸ਼ਾਂ ਦੀ ਖੋਜ ਕਰਕੇ ਅਤੇ ਗਲਤ ਕੰਮਾਂ ਵਿੱਚ ਰੁੱਝੇ ਹੋਏ ਧਾਰਮਿਕ ਆਗੂਆਂ ਨੂੰ ਠੀਕ ਰਾਹ ਵਿਖਾ ਕੇ ਉਹਨਾਂ ਨੂੰ ਸੜਦੇ ਤਪਦੇ ਸੰਸਾਰ ਵਿੱਚ ਗੁਰਮਤਿ ਗਿਆਨ ਦੇ ਰਾਹੀਂ ਠੰਡ ਵਰਤਾਉਣ ਦੇ ਕੰਮ ਵਿੱਚ ਲਾਉਣਾ ਸੀ। ਇੱਥੇ ਇੱਕ ਗੱਲ ਦੀ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਪੁਰਾਤਨ ਜਨਮ ਸਾਖੀਆਂ ਵਿੱਚ ਭਾਈ ਬਾਲੇ ਨਾਮ ਦੇ ਸ਼ਖਸ ਦਾ ਵੀ ਜ਼ਿਕਰ ਆਉਂਦਾ ਹੈ। ਇਹਨਾਂ ਸਾਖੀਆਂ ਦੇ ਆਧਾਰ ਤੇ ਹੀ ਕਈ ਐਸੀ ਕਾਲਪਨਿਕ ਤਸਵੀਰਾਂ ਵੀ ਪ੍ਰਚਲਿਤ ਹੋ ਗਈਆਂ, ਜਿਨ੍ਹਾਂ ਵਿੱਚ ਗੁਰੂ ਨਾਨਕ ਸਾਹਿਬ ਦੇ ਨਾਲ ਭਾਈ ਮਰਦਾਨੇ ਦੇ ਨਾਲ ਭਾਈ ਬਾਲਾ ਵੀ ਦਿਖਾਇਆ ਗਿਆ ਹੈ। ਪਰ ਸਾਰੇ ਇਤਿਹਾਸਕਾਰ ਇੱਕ ਰਾਏ ਰੱਖਦੇ ਹਨ ਕਿ ਭਾਈ ਬਾਲੇ ਨਾਮ ਦਾ ਕੋਈ ਇਤਿਹਾਸਿਕ ਪਾਤਰ ਨਹੀਂ ਹੋਇਆ। ਇਹ ਸਿਰਫ ਇੱਕ ਕਾਲਪਨਿਕ ਪਾਤਰ ਹੈ ਜੋ ਸਿੱਖ ਇਤਿਹਾਸ ਵਿੱਚ ਰਲੇਵੇਂ ਦਾ ਇੱਕ ਸਬੂਤ ਹੈ। ਗੁਰੂ ਨਾਨਕ ਸਾਹਿਬ ਦੀ ਸਾਰੀ ਉਦਾਸੀਆਂ ਸਮੇਂ ਕੇਵਲ ਭਾਈ ਮਰਦਾਨਾ ਜੀ ਹੀ ਉਹਨਾਂ ਦੇ ਨਾਲ ਰਹੇ। ਗੁਰੂ ਸਾਹਿਬ ਨੇ ਸੱਚ ਦਾ ਗਿਆਨ ਮਨੁੱਖਤਾ ਤੱਕ ਪਹੁੰਚਾਉਣ ਵਾਸਤੇ ਪ੍ਰਚਾਰਕ ਦੌਰਿਆਂ ਦੀ ਸ਼ੁਰੂਆਤ ਕਰ ਦਿੱਤੀ। ਉਹਨਾਂ ਨੇ ਸਭ ਤੋਂ ਪਹਿਲਾਂ ਤਲਵੰਡੀ ਤੋਂ ਚੱਲ ਕੇ ਭਾਈ ਮਰਦਾਨਾ ਜੀ ਨਾਲ ਭਾਈ ਲਾਲੋ ਦੇ ਕਾਰਖਾਨੇ ਸੈਦਪੁਰ ਪੁੱਜੇ, ਜਿਸ ਨੂੰ ਅੱਜ ਕੱਲ੍ਹ ਏਮਨਾਬਾਦ ਕਹਿੰਦੇ ਨੇ, ਜੋ ਪਾਕਿਸਤਾਨ ਵਿੱਚ ਹੈ। ਭਾਈ ਲਾਲੋ ਨੇ ਜਦੋਂ 2 ਪਰਦੇਸੀ ਸਾਧੂਆਂ ਨੂੰ ਆਪਣੇ ਵੱਲ ਆਉਂਦੇ ਤੱਕਿਆ ਤਾਂ ਉਸਨੇ ਹੱਥ ਵਿਚਲਾ ਕੰਮ ਛੱਡ ਕੇ ਉਹਨਾਂ ਲਈ ਮੰਜਾ ਵਿਛਾ ਦਿੱਤਾ। ਖਾਣੇ ਦਾ ਵੇਲਾ ਸੀ। ਭਾਈ ਲਾਲੋ ਨੇ ਖਾਣਾ ਤਿਆਰ ਕਰਕੇ ਗੁਰੂ ਜੀ ਨੂੰ ਰਸੋਈ ਵਿੱਚ ਬੈਠ ਕੇ ਖਾਣਾ ਖਾਣ ਲਈ ਬੇਨਤੀ ਕੀਤੀ। ਗੁਰੂ ਜੀ ਨੇ ਕਿਹਾ, ਭਾਈ ਲਾਲੋ, ਸਾਡੇ ਲਈ ਹਰ ਥਾਂ ਪਵਿੱਤਰ ਹੈ, ਖਾਣਾ ਇੱਥੇ ਹੀ ਲੈ ਆ। ਭਾਈ ਲਾਲੋ ਗੁਰੂ ਜੀ ਦਾ ਹੁਕਮ ਮੰਨ ਕੇ ਖਾਣਾ ਉਹਨਾਂ ਪਾਸ ਲੈ ਆਇਆ। ਗੁਰੂ ਜੀ ਦੇ ਕਹਿਣ ਉੱਪਰ ਭਾਈ ਮਰਦਾਨੇ ਨੇ ਖਾਣੇ ਦੇ 3 ਹਿੱਸੇ ਕੀਤੇ ਅਤੇ ਸਾਰਿਆਂ ਇੱਕ ਥਾਂ ਬੈਠ ਕੇ ਖਾਧਾ। ਖਾਣਾ ਖਾਣ ਪਿੱਛੋਂ ਭਾਈ ਮਰਦਾਨੇ ਨੇ ਪੁੱਛਿਆ, ਗੁਰੂ ਜੀ, ਇਸ ਖਾਣੇ ਵਿੱਚ ਅੰਮ੍ਰਿਤ ਦਾ ਸਵਾਦ ਆ ਰਿਹਾ ਸੀ, ਇਸ ਵਿੱਚ ਕੀ ਪਾਇਆ ਸੀ? ਗੁਰੂ ਜੀ ਨੇ ਉੱਤਰ ਦਿੱਤਾ, ਭਾਈ ਮਰਦਾਨਿਆ, ਇਹ ਹੱਕ ਹਲਾਲ ਦੀ ਕਮਾਈ ਦਾ ਸਵਾਦ ਸੀ ਜਿਹੜਾ ਤੂੰ ਇਸ ਖਾਣੇ ਵਿੱਚ ਚਖਿਆ ਸੀ। ਇਹ ਸਵਾਦ ਦੁਨਿਆਵੀ ਪਦਾਰਥਾਂ ਦੇ ਸਵਾਦਾਂ ਤੋਂ ਉੱਪਰ ਹੈ। ਤੀਜੇ ਦਿਨ ਗੁਰੂ ਜੀ ਜਾਣ ਲਈ ਤਿਆਰ ਹੋਏ ਤਾਂ ਭਾਈ ਲਾਲੋ ਨੇ ਬੇਨਤੀ ਕਰਕੇ 1 ਮਹੀਨੇ ਲਈ ਹੋਰ ਰੱਖ ਲਿਆ। ਗੁਰੂ ਜੀ ਅਤੇ ਭਾਈ ਲਾਲੋ ਇੱਕ ਦੂਜੇ ਨੂੰ ਇਸ ਤਰ੍ਹਾਂ ਕਰਤਾਰ ਦੀਆਂ ਗੱਲਾਂ ਬਾਤਾਂ ਦੱਸਦੇ
ਜਿਵੇਂ ਇੱਕ ਦੁਖੀ ਆਦਮੀ ਆਪਣੇ ਦੁੱਖ ਦੂਜੇ ਨੂੰ ਦੱਸਦਾ ਹੈ। ਭਾਈ ਲਾਲੋ ਦਾ ਘਰ ਧਰਮਸ਼ਾਲ ਬਣ ਗਈ। ਇੱਕ ਦਿਨ ਸ਼ਹਿਰ ਦੇ ਇੱਕ ਵੱਡੇ ਰਸੂਖਦਾਰ ਸਰਕਾਰੀ ਕਰਮਚਾਰੀ ਮਲਕ ਭਾਗੋ ਨੇ ਬ੍ਰਹਮ ਭੋਜ ਕੀਤਾ। ਉਸਨੇ ਗੁਰੂ ਜੀ ਨੂੰ ਵੀ ਬ੍ਰਹਮ ਭੋਜ ਵਿੱਚ ਆਉਣ ਲਈ ਸੱਦਾ ਭੇਜਿਆ। ਗੁਰੂ ਜੀ ਨੇ ਇਹ ਕਹਿ ਕੇ ਨਾ ਕਰ ਦਿੱਤੀ, ਅਸੀਂ ਤਾਂ ਫਕੀਰ ਹਾਂ, ਸਾਡਾ ਬ੍ਰਹਮ ਭੋਜ ਨਾਲ ਕੀ ਵਾਸਤਾ। ਮਲਕ ਭਾਗੋ ਦੇ ਦੁਬਾਰਾ ਸੱਦਾ ਭੇਜਣ ਉੱਪਰ ਗੁਰੂ ਜੀ ਭਾਈ ਲਾਲੋ ਨੂੰ ਨਾਲ ਲੈ ਕੇ ਬ੍ਰਹਮ ਭੋਜ ਵਿੱਚ ਪੁੱਜ ਗਏ। ਮਲਕ ਭਾਗੋ ਨੇ ਬੜੇ ਗੁੱਸੇ ਵਿੱਚ ਸਾਰਿਆਂ ਦੇ ਸਾਹਮਣੇ ਗੁਰੂ ਜੀ ਨੂੰ ਕਿਹਾ, ਤੂੰ ਇੱਕ ਸ਼ੂਦਰ ਤਰਖਾਨ ਦੇ ਘਰ ਸੁੱਕੀਆਂ ਰੋਟੀਆਂ ਖਾ ਕੇ ਕਸ਼ਤਰੀਆਂ ਦੀ ਬੇਇੱਜ਼ਤੀ ਕਰ ਰਿਹਾ ਹੈ। ਮੈਂ ਤੈਨੂੰ ਇਸ ਬ੍ਰਹਮ ਭੋਜ ਵਿੱਚ ਸੱਦਿਆ ਜਿਸ ਵਿੱਚ ਕੜਾਹ ਪੂੜੇ ਅਤੇ 36 ਪ੍ਰਕਾਰ ਦੇ ਪਕਵਾਨ ਹਨ। ਇਹ ਖਾਣ ਨੂੰ ਤੂੰ ਨਾ ਕਿਉਂ ਕਰ ਰਿਹਾ ਹੈ? ਗੁਰੂ ਜੀ ਨੇ ਸਾਰਿਆਂ ਦੀ ਹਜ਼ੂਰੀ ਵਿੱਚ ਮਲਕ ਭਾਗੋ ਨੂੰ ਸਮਝਾਇਆ, ਦੇਖ ਮਲਕ ਭਾਗੋ, ਗਰੀਬਾਂ ਉੱਪਰ ਜ਼ੁਲਮ ਕਰਕੇ ਇਕੱਠਾ ਕੀਤਾ ਧਨ ਉਹਨਾਂ ਦਾ ਖੂਨ ਚੂਸਣ ਦੇ ਬਰਾਬਰ ਹੈ। ਗਰੀਬਾਂ ਪਾਸੋਂ ਇਸ ਤਰ੍ਹਾਂ ਇਕੱਠਾ ਕੀਤਾ ਧਨ ਪੁੰਨ ਕਰਨ ਨਾਲ ਪਵਿੱਤਰ ਨਹੀਂ ਬਣਦਾ। ਉਹ ਕਮਾਇਆ ਧਨ ਗਰੀਬਾਂ ਦਾ ਖੂਨ ਹੀ ਰਹਿੰਦਾ ਹੈ। ਮੈਨੂੰ ਤੇਰੀ ਰੋਟੀ ਵਿੱਚੋਂ ਗਰੀਬਾਂ ਦਾ ਖੂਨ ਦਿਸਦਾ ਹੈ, ਜਦਕਿ ਭਾਈ ਲਾਲੋ ਮਿਹਨਤ ਅਤੇ 10 ਨੂੰਹਾਂ ਦੀ ਕਿਰਤ ਕਰਦਾ ਹੈ। ਮੈਨੂੰ ਭਾਈ ਲਾਲੋ ਦੀ ਰੋਟੀ ਵਿੱਚੋਂ ਦੁੱਧ ਦਿਸਦਾ ਹੈ। ਤੂੰ ਮੈਨੂੰ ਦੁੱਧ ਵਰਗੀ ਪਵਿੱਤਰ ਵਸਤੂ ਛੱਡ ਕੇ ਖੂਨ ਪੀਣ ਦਾ ਸੱਦਾ ਦਿੱਤਾ ਸੀ, ਇਹ ਮੈਂ ਕਿਵੇਂ ਸਵੀਕਾਰ ਕਰ ਸਕਦਾ ਸੀ? ਇਹ ਸੁਣ ਕੇ ਮਲਕ ਭਾਗੋ ਚੁੱਪ ਕਰ ਗਿਆ। ਇਹ ਸਾਖੀ ਸੁਣਨ ਤੋਂ ਬਾਅਦ ਇੱਕ ਸਵਾਲ ਸਾਨੂੰ ਸਭ ਨੂੰ ਆਪਣੇ ਸਾਰਿਆਂ ਤੋਂ ਪੁੱਛਣਾ ਚਾਹੀਦਾ ਹੈ। ਉਹ ਇਹ ਕਿ ਜੇ ਅਸੀਂ ਗੁਰੂ ਸਾਹਿਬ ਨੂੰ ਆਪਣੇ ਘਰ ਖਾਣੇ ਤੇ ਇਨਵਾਈਟ ਕਰੀਏ, ਕੀ ਉਹ ਆਉਣਗੇ? ਯਾਦ ਰਹੇ, ਗੁਰੂ ਸਾਹਿਬ ਕੇਵਲ ਹੱਕ ਦੀ ਕਮਾਈ ਦੀ ਰੋਟੀ ਹੀ ਖਾਂਦੇ ਨੇ, ਬੇਈਮਾਨੀ, ਕਰਪਸ਼ਨ ਜਾਂ 2 ਨੰਬਰ ਦੀ ਕਮਾਈ ਦੀ ਨਹੀਂ। ਜੇ ਸਾਡੀ ਕਮਾਈ ਸੱਚੀ ਨਹੀਂ ਤਾਂ ਕੋਈ ਅਖੋਤੀ ਸੰਤ ਜਾਂ ਡੇਰੇਦਾਰ ਤਾਂ ਜ਼ਰੂਰ ਬੜੇ ਚਾਅ ਨਾਲ ਸਾਡੇ ਘਰ ਆ ਜਾਵੇ, ਪਰ ਗੁਰੂ ਸਾਹਿਬ ਨਹੀਂ ਆਉਣਗੇ। ਗੁਰੂ ਜੀ ਭਾਈ ਮਰਦਾਨੇ ਨਾਲ ਹਰਿਦੁਆਰ ਪੁੱਜੇ, ਜਿੱਥੇ ਹਿੰਦੂ ਆਪਣੇ ਬਜ਼ੁਰਗਾਂ ਦੇ ਅਸਥ ਗੰਗਾ ਦਰਿਆ ਵਿੱਚ ਪਾਉਣ ਜਾਂਦੇ ਹਨ। ਉਹਨਾਂ ਨੂੰ ਭਰੋਸਾ ਹੈ ਕਿ ਜਿਸ ਦੇ ਅਸਥ ਗੰਗਾ ਵਿੱਚ ਪਾਏ ਜਾਣ ਉਹ ਸਦਾ ਲਈ ਸਵਰਗ ਵਿੱਚ ਰਹਿੰਦਾ ਹੈ। ਗੁਰੂ ਜੀ ਨੇ ਗੰਗਾ ਦਰਿਆ ਵਿੱਚ ਹਜ਼ਾਰਾਂ ਹੀ ਔਰਤਾਂ ਅਤੇ ਮਰਦਾਂ ਨੂੰ ਇਸ਼ਨਾਨ ਕਰਦੇ ਹੋਏ ਦੇਖਿਆ। ਉਹਨਾਂ ਨੇ ਵੀ ਆਪਣੇ ਕੱਪੜੇ ਉਤਾਰ ਕੇ ਭਾਈ ਮਰਦਾਨੇ ਨੂੰ ਸੌਂਪ ਦਿੱਤੇ ਅਤੇ ਆਪ ਨਹਾਉਣ ਲਈ ਦਰਿਆ ਵਿੱਚ ਉਤਰ ਗਏ। ਗੰਗਾ ਵਿੱਚ ਇਸ਼ਨਾਨ ਕਰਨ ਵਾਲੇ ਹੱਥਾਂ ਨਾਲ ਦਰਿਆ ਦਾ ਪਾਣੀ ਪੂਰਬ ਵੱਲ ਸੁੱਟਦੇ ਸਨ। ਗੁਰੂ ਜੀ ਨੇ ਪੱਛਮ ਵੱਲ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ। ਪੂਰਬ ਵੱਲ ਪਾਣੀ ਸੁੱਟਣ ਵਾਲੇ ਗੁਰੂ ਜੀ ਨੂੰ ਪੱਛਮ ਵੱਲ ਪਾਣੀ ਸੁੱਟਦਾ ਦੇਖ ਕੇ ਬਹੁਤ ਹੈਰਾਨ ਹੋਏ। ਉਹਨਾਂ ਵਿੱਚੋਂ ਇੱਕ ਨੇ ਹਿੰਮਤ ਕਰਕੇ ਗੁਰੂ ਜੀ ਨੂੰ ਪੁੱਛਿਆ, ਭਾਈ ਤੂੰ ਹਿੰਦੂ ਹੈ ਜਾਂ ਮੁਸਲਮਾਨ? ਤੈਨੂੰ ਇਹ ਵੀ ਨਹੀਂ ਪਤਾ ਕਿ ਪਾਣੀ ਪੂਰਬ ਵੱਲ ਸੁੱਟਿਆ ਜਾਂਦਾ ਹੈ? ਗੁਰੂ ਜੀ ਨੇ ਪਾਣੀ ਸੁੱਟਣਾ ਬੰਦ ਕਰਕੇ ਸਵਾਲ ਕਰਨ ਵਾਲੇ ਨੂੰ ਪੁੱਛਿਆ, ਭਾਈ ਇਹ ਪਾਣੀ ਪੂਰਬ ਵੱਲ ਕਿਉਂ ਸੁੱਟਿਆ ਜਾਂਦਾ ਹੈ? ਉਸਨੇ ਉੱਤਰ ਦਿੱਤਾ, ਤੈਨੂੰ ਇਹ ਵੀ ਨਹੀਂ ਪਤਾ ਕਿ ਸਾਡੇ ਪਿੱਤਰ ਦੇਵਲੋਕ ਵਿੱਚ ਰਹਿੰਦੇ ਹਨ, ਅਸੀਂ ਉਹਨਾਂ ਨੂੰ ਪਾਣੀ ਦਿੰਦੇ ਹਾਂ। ਗੁਰੂ ਜੀ ਨੇ ਅੱਗੋਂ ਫਿਰ ਉਸ ਭਾਈ ਨੂੰ ਪੁੱਛਿਆ, ਤੁਹਾਡੇ ਪਿੱਤਰ ਹਰਿਦੁਆਰ ਤੋਂ ਕਿੰਨੀ ਦੂਰ ਹਨ? ਉਸਨੇ ਉੱਤਰ ਦਿੱਤਾ, ਸੂਰਜ ਤੋਂ ਪਰੇ ਲੱਖਾਂ ਮੀਲ ਦੂਰ ਦੇਵਲੋਕ ਵਿੱਚ ਰਹਿੰਦੇ ਹਨ। ਗੁਰੂ ਜੀ ਨੇ ਕਿਹਾ, ਕਿ ਇਹ ਤੁਹਾਡਾ ਸੁੱਟਿਆ ਪਾਣੀ ਉਹਨਾਂ ਤੱਕ ਪੁੱਜ ਜਾਂਦਾ ਹੈ? ਉਸਨੇ ਉੱਤਰ ਦਿੱਤਾ, ਬ੍ਰਾਹਮਣ ਤਾਂ ਇਹੀ ਕਹਿੰਦੇ ਹਨ ਕਿ ਸਾਡਾ ਸੁੱਟਿਆ ਪਾਣੀ ਉਹਨਾਂ ਕੋਲ ਪੁੱਜ ਜਾਂਦਾ ਹੈ, ਉਹਨਾਂ ਦੀ ਪਿਆਸ ਬੁੱਝ ਜਾਂਦੀ ਹੈ। ਜੇ ਅਸੀਂ ਪਾਣੀ ਨਾ ਸੁੱਟੀਏ ਤਾਂ ਉਹ ਪਿਆਸ ਨਾਲ ਤੜਫਦੇ ਰਹਿੰਦੇ ਹਨ। ਗੁਰੂ ਜੀ ਨੇ ਉਸ ਦਾ ਇਹ ਉੱਤਰ ਸੁਣ ਕੇ ਬੜੀ ਤੇਜ਼ ਪਾਣੀ ਪੱਛਮ ਵੱਲ ਸੁੱਟਣਾ ਸ਼ੁਰੂ ਕਰ ਦਿੱਤਾ। ਉਸ ਭਾਈ ਨੇ ਗੁਰੂ ਜੀ ਨੂੰ ਫਿਰ ਪੁੱਛਿਆ, ਤੂੰ ਪੱਛਮ ਵੱਲ ਪਾਣੀ ਕਿਉਂ ਸੁੱਟਦਾ ਹੈ? ਪਿੱਤਰ ਤਾਂ ਸੂਰਜ ਲੋਕ ਤੋਂ ਪਰੇ ਪੂਰਬ ਵੱਲ ਹਨ। ਗੁਰੂ ਜੀ ਨੇ ਕਿਹਾ, ਮੇਰੇ ਪਿੱਤਰ ਪਿਆਸ ਨਾਲ ਨਹੀਂ ਮਰ ਰਹੇ, ਪਰ ਮੇਰੇ ਖੇਤ ਪੰਜਾਬ ਵਿੱਚ ਮੀਂਹ ਦੇ ਘਾਟੇ ਕਾਰਨ ਸੁੱਕ ਰਹੇ ਹਨ, ਮੈਂ ਉਹਨਾਂ ਨੂੰ ਪਾਣੀ ਦੇ ਰਿਹਾ ਹਾਂ। ਉਸ ਭਾਈ ਨੇ ਕਿਹਾ, ਇਹ ਤੇਰਾ ਸੁੱਟਿਆ ਪਾਣੀ ਪੰਜਾਬ ਵਿੱਚ ਕਿਵੇਂ ਪੁੱਜ ਸਕਦਾ ਹੈ? ਗੁਰੂ ਜੀ ਨੇ ਕਿਹਾ, ਜੇ ਤੁਹਾਡਾ ਸੁੱਟਿਆ ਪਾਣੀ
ਲੱਖਾਂ ਮੀਲ ਦੂਰ ਪਿਤਰਾਂ ਕੋਲ ਪੁੱਜ ਸਕਦਾ ਹੈ, ਤਾਂ ਕਿ ਇਹ ਮੇਰਾ ਸੁੱਟਿਆ ਪਾਣੀ 200 ਮੀਲ ਦੂਰ ਨਹੀਂ ਪੁੱਜ ਸਕਦਾ। ਜਿਨ੍ਹਾਂ ਨੂੰ ਗੁਰੂ ਜੀ ਦੇ ਦੱਸਣ ਦੀ ਸਮਝ ਪੈ ਗਈ, ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਹੱਥਾਂ ਨਾਲ ਸੁੱਟਿਆ ਪਾਣੀ ਮੁੜ ਦਰਿਆ ਵਿੱਚ ਪੈ ਜਾਂਦਾ ਹੈ। ਉਹਨਾਂ ਪਾਣੀ ਸੁੱਟਣਾ ਛੱਡ ਦਿੱਤਾ। ਪਰ ਜਿਨ੍ਹਾਂ ਨੂੰ ਸਮਝ ਨਹੀਂ ਪਈ, ਉਹ ਪਾਣੀ ਹੁਣ ਤੱਕ ਪੂਰਬ ਵੱਲ ਸੁੱਟਦੇ ਆ ਰਹੇ ਹਨ। ਇਸ ਸਾਖੀ ਵਿੱਚ ਗੁਰੂ ਸਾਹਿਬ ਸਾਨੂੰ ਵਿਅੰਗਮਈ ਢੰਗ ਨਾਲ ਵਿਗਿਆਨਕ ਸੋਚ ਰੱਖਣ ਦੀ ਪ੍ਰੇਰਨਾ ਦਿੰਦੇ ਹਨ। ਜੇ ਸੂਰਜ ਵੱਲ ਸੁੱਟਿਆ ਪਾਣੀ ਪਿੱਤਰ ਲੋਕ ਤੱਕ ਨਹੀਂ ਪੁੱਜ ਸਕਦਾ, ਤੇ ਭਾਈ ਜੀ ਦੁਆਰਾ ਕਰਵਾਏ ਅਖੰਡ ਪਾਠਾਂ ਦਾ ਫਲ ਸਾਨੂੰ ਕਿਵੇਂ ਮਿਲ ਜਾਵੇਗਾ? ਸਿੱਖ ਨੇ ਪੁਜਾਰੀ ਦੇ ਆਖੇ ਲੱਗ ਕੇ ਕੋਈ ਵੀ ਐਸਾ ਕਰਮਕਾਂਡ ਨਹੀਂ ਕਰਨਾ ਜੋ ਪਰਮਾਤਮਾ ਦੇ ਬਣਾਏ ਕੁਦਰਤੀ ਨਿਯਮਾਂ ਦੇ ਖਿਲਾਫ ਹੋਵੇ। ਗੁਰੂ ਨਾਨਕ ਦੇਵ ਜੀ ਜਗਨਨਾਥ ਉੜੀਸਾ ਵਿਖੇ ਪੂਰਨਮਾਸ਼ੀ ਵਾਲੇ ਦਿਨ ਪੁੱਜੇ। ਉਸ ਦਿਨ ਉਸ ਤੀਰਥ ਉੱਪਰ ਨਹਾਉਣ ਦਾ ਮੇਲਾ ਲੱਗਾ ਹੋਇਆ ਸੀ। ਇਸ ਤੀਰਥ ਸਥਾਨ ਉੱਪਰ ਕ੍ਰਿਸ਼ਨ ਦੀ ਇੱਕ 84 ਫੁੱਟ ਉੱਚੀ ਮੂਰਤੀ ਹੈ, ਜਿਸ ਦਾ ਨਾਂ ਜਗਨਨਾਥ ਹੈ। ਹਰ ਸਾਲ ਉਸ ਮੂਰਤੀ ਨੂੰ ਰੱਥ ਉੱਪਰ ਰੱਖ ਕੇ ਜਲੂਸ ਕੱਢਿਆ ਜਾਂਦਾ ਹੈ। ਬ੍ਰਾਹਮਣਾਂ ਨੇ ਇਹ ਪ੍ਰਸਿੱਧ ਕੀਤਾ ਹੋਇਆ ਸੀ, ਜਿਹੜਾ ਉਸ ਰੱਥ ਦੇ ਪਹੀਏ ਥੱਲੇ ਆ ਕੇ ਮਰੇਗਾ, ਉਸ ਨੂੰ ਮੁਕਤੀ ਮਿਲੇਗੀ। ਕਈ ਮੁਕਤੀ ਦੇ ਚਾਹਵਾਨ ਘਰ ਘਾਟ ਦਾਨ ਕਰਕੇ ਰੱਥ ਦੇ ਥੱਲੇ ਸਰੀਰ ਤਿਆਗ ਦਿੰਦੇ ਸਨ। ਮੇਲੇ ਵਿੱਚ ਗੁਰੂ ਜੀ ਦੀ ਨਿਗਾਹ ਇੱਕ ਬ੍ਰਾਹਮਣ ਉੱਪਰ ਗਈ, ਜਿਹੜਾ ਹੱਥ ਵਿੱਚ ਮਾਲਾ ਫੜ ਕੇ ਅੱਖਾਂ ਬੰਦ ਕਰਕੇ ਚੌਕੜੀ ਮਾਰ ਕੇ ਇੱਕ ਮੂਰਤੀ ਦੇ ਅੱਗੇ ਬੈਠਾ ਸੀ। ਗੁਰੂ ਜੀ ਨੇ ਉਸ ਨੂੰ ਜਾ ਕੇ ਪੁੱਛਿਆ, ਭਗਤ ਜੀ, ਅੱਖਾਂ ਬੰਦ ਕਰਕੇ ਕਿਸ ਦਾ ਧਿਆਨ ਧਰਦੇ ਹੋ, ਜਦੋਂ ਕਿ ਮੂਰਤੀ ਆਪ ਦੇ ਅੱਗੇ ਪਈ ਹੈ? ਉਸਨੇ ਉੱਤਰ ਦਿੱਤਾ, ਮੈਨੂੰ ਅੱਖਾਂ ਬੰਦ ਕਰਕੇ 3 ਲੋਕ ਨਜ਼ਰ ਆਉਂਦੇ ਹਨ, ਇਸ ਲਈ ਮੈਂ ਅੱਖਾਂ ਬੰਦ ਕਰਦਾ ਹਾਂ। ਇਸ ਤਰ੍ਹਾਂ ਦਾ ਉੱਤਰ ਦੇ ਕੇ ਉਸਨੇ ਅੱਖਾਂ ਫਿਰ ਬੰਦ ਕਰ ਲਈਆਂ। ਗੁਰੂ ਜੀ ਨੇ ਉਸਦੇ ਅੱਗੋਂ ਮੂਰਤੀ ਚੁੱਕ ਕੇ ਉਸਦੇ ਪਿੱਛੇ ਰੱਖ ਦਿੱਤੀ, ਜਿਸ ਮੂਰਤੀ ਅੱਗੇ ਲੋਕੀ ਪੈਸਾ ਦਾਨ ਕਰਦੇ ਸਨ। ਜਦੋਂ ਬ੍ਰਾਹਮਣ ਨੇ ਅੱਖਾਂ ਖੋਲੀਆਂ ਤਾਂ ਉਸਨੂੰ ਮੂਰਤੀ ਨਜ਼ਰ ਨਾ ਆਈ। ਉਸਨੇ ਰੋਣਾ ਕੁਰਲਾਣਾ ਸ਼ੁਰੂ ਕਰ ਦਿੱਤਾ। ਗੁਰੂ ਜੀ ਨੇ ਕਿਹਾ, ਭਗਤ ਜੀ, ਰੋਲਾ ਪਾਉਣ ਦੀ ਕੀ ਲੋੜ ਹੈ? ਆਪਣੀਆਂ ਅੱਖਾਂ ਬੰਦ ਕਰੋ ਅਤੇ ਦੇਖ ਲਵੋ ਕਿ ਤੁਹਾਡੀ ਮੂਰਤੀ ਕਿੱਥੇ ਹੈ। ਤੁਹਾਨੂੰ ਤਾਂ ਅੱਖਾਂ ਬੰਦ ਕਰਕੇ 3 ਲੋਕਾਂ ਦੀ ਸੋਝੀ ਪੈ ਜਾਂਦੀ ਹੈ। ਬ੍ਰਾਹਮਣ ਗੁਰੂ ਸਾਹਿਬ ਦਾ ਸੁਨੇਹਾ ਸਮਝ ਗਿਆ। ਬ੍ਰਾਹਮਣ ਨੇ ਕਿਹਾ, ਤਪਾ ਜੀ, ਮੈਂ ਤਾਂ ਮੂਰਤੀ ਦੇ ਆਸਰੇ ਪਲਦਾ ਸੀ, ਅੱਖਾਂ ਬੰਦ ਕਰਕੇ ਮੈਨੂੰ ਕੁਝ ਨਜ਼ਰ ਨਹੀਂ ਆਉਂਦਾ। ਗੁਰੂ ਜੀ ਨੇ ਕਿਹਾ, ਇਹ ਤੇਰੀ ਦੂਜੀ ਭੁੱਲ ਹੈ, ਜੋ ਤੂੰ ਸੋਚਦਾ ਹੈ ਕਿ ਇਹ ਮੂਰਤੀ ਤੈਨੂੰ ਖਾਣ ਨੂੰ ਦਿੰਦੀ ਸੀ। ਰੋਟੀ ਤਾਂ ਤੈਨੂੰ ਪਰਮਾਤਮਾ ਦਿੰਦਾ ਹੈ। ਇਹ ਮੂਰਤੀ ਤਾਂ ਨਾ ਤੈਨੂੰ ਰੋਟੀ ਦੇ ਸਕਦੀ ਹੈ ਅਤੇ ਨਾ ਹੀ ਖੋ ਸਕਦੀ ਹੈ। ਇਹਨਾਂ ਮੂਰਤੀਆਂ ਦੀ ਪੂਜਾ, ਤੀਰਥਾਂ ਦਾ ਇਸ਼ਨਾਨ ਅਤੇ ਹੋਰ ਪਖੰਡ ਕਿਸੇ ਕੰਮ ਦੇ ਨਹੀਂ। ਸਿਰਫ ਇੱਕ ਪਰਮਾਤਮਾ ਦਾ ਸਿਮਰਨ ਕਰ। ਪਰਮਾਤਮਾ ਦਾ ਸੱਚਾ ਆਸਰਾ ਲੈ, ਮੂਰਤੀ ਦਾ ਝੂਠਾ ਆਸਰਾ ਛੱਡ। ਬ੍ਰਾਹਮਣ ਨੇ ਕਿਹਾ, ਜੇ ਮੈਂ ਝੂਠ ਨਾ ਬੋਲਾਂਗਾ ਤਾਂ ਖਾਵਾਂਗਾ ਕਿੱਥੋਂ? ਗੁਰੂ ਜੀ ਨੇ ਕਿਹਾ, ਤੂੰ ਤਾਂ ਕਹਿੰਦਾ ਸੀ ਕਿ ਤੈਨੂੰ ਅੱਖਾਂ ਬੰਦ ਕਰਕੇ 3 ਲੋਕ ਨਜ਼ਰ ਆਉਂਦੇ ਹਨ, ਪਰ ਤੈਨੂੰ ਪਰਮਾਤਮਾ ਨਜ਼ਰ ਨਹੀਂ ਆਉਂਦਾ, ਜਿਹੜਾ ਸਭ ਦੀ ਪਾਲਣਾ ਕਰਦਾ ਹੈ। ਉਹ ਤੈਨੂੰ ਵੀ ਖਾਣ ਨੂੰ ਦੇਵੇਗਾ, ਤੂੰ ਝੂਠ ਤਿਆਗ ਦੇ। ਬ੍ਰਾਹਮਣ ਨੇ ਗੁਰੂ ਜੀ ਦਾ ਕਿਹਾ ਮੰਨ ਕੇ ਮੂਰਤੀ ਪਰੇ ਸੁੱਟ ਦਿੱਤੀ ਅਤੇ ਪਰਮਾਤਮਾ ਦੇ ਗੁਣ ਗਾਉਣ ਲੱਗਾ। ਉਸ ਨੂੰ ਸਮਝ ਪੈ ਗਈ ਕਿ ਝੂਠੇ ਵਿਖਾਵੇ ਦੀ ਲੋੜ ਨਹੀਂ, ਸਾਰਿਆਂ ਨੂੰ ਖਾਣ ਲਈ ਉਹ ਭੰਡਾਰੀ ਦਿੰਦਾ ਹੈ, ਜਿਸ ਨੇ ਉਹਨਾਂ ਨੂੰ ਪੈਦਾ ਕੀਤਾ ਹੈ। ਝੂਠ ਪਿੱਛੇ ਲੱਗ ਕੇ ਝੂਠੇ ਫਿਕਰ ਪਾਉਣ ਦਾ ਕੋਈ ਲਾਭ ਨਹੀਂ। ਅਸੀਂ ਦੇਖਿਆ ਕਿ ਧਰਮ ਦੇ ਨਾਂ ਤੇ ਆਮ ਲੋਕਾਈ ਨੂੰ ਮੂਰਖ ਬਣਾਉਣਾ ਕਿੰਨਾ ਆਸਾਨ ਹੈ। ਸ਼ਾਇਦ ਇਹੀ ਕਾਰਨ ਹੈ ਕਿ ਪੰਜਾਬ ਵਿੱਚ ਇੱਟ ਪੁੱਟਿਆਂ ਸੰਤ ਮਿਲ ਪੈਂਦੇ ਨੇ। ਕੋਈ ਕਹਿੰਦਾ ਉਸਨੇ ਸ਼ਹੀਦ ਪਹਿਰਾ ਕਰਦੇ ਹੋਏ ਦੇਖੇ, ਕੋਈ ਕਹਿੰਦਾ ਉਸਨੂੰ ਫਲਾਣੇ ਗੁਰੂ ਨੇ ਦਰਸ਼ਨ ਦਿੱਤੇ, ਤੇ ਕੋਈ ਲੰਮਾ ਸਮਾਂ ਅੱਖਾਂ ਮੀਟ ਕੇ ਭਗਤੀ ਵਿੱਚ ਲੀਨ ਹੋਣ ਦਾ ਭਰਮ ਪਾਉਂਦਾ ਹੈ। ਭੋਲੀ ਭਾਲੀ ਜਨਤਾ ਇਹਨਾਂ ਦੇ ਹੱਥੋਂ ਆਪਣਾ ਸ਼ੋਸ਼ਣ ਕਰਾਉਂਦੀ ਹੈ। ਬਾਬੇ ਨਾਨਕ ਨੇ ਸਾਨੂੰ ਸ਼ਬਦ ਗੁਰੂ ਦੇ ਲੜ ਲਾ ਕੇ ਪਰਮਾਤਮਾ ਨਾਲ ਜੋੜਿਆ ਹੈ। ਹੁਣ ਸਾਨੂੰ ਕਿਸੇ ਦੇਹਧਾਰੀ ਗੁਰੂ ਜਾਂ ਅਖੋਤੀ ਸੰਤ ਦੀ ਜ਼ਰੂਰਤ ਨਹੀਂ। ਗੁਰੂ ਜੀ ਅਤੇ ਭਾਈ ਮਰਦਾਨਾ
ਕੁਰੂਕਸ਼ੇਤਰ ਤੀਰਥ ਵਿਖੇ ਪੁੱਜੇ, ਜਿੱਥੇ ਕਿਸੇ ਸਮੇਂ ਮਿਥਿਹਾਸਿਕ ਕਹਾਣੀ ਅਨੁਸਾਰ ਮਹਾਭਾਰਤ ਦਾ ਯੁੱਧ ਹੋਇਆ ਦੱਸਿਆ ਜਾਂਦਾ ਹੈ। ਉਸ ਦਿਨ ਸੂਰਜ ਗ੍ਰਹਿਣ ਲੱਗਣਾ ਸੀ, ਇਸ ਲਈ ਦੂਰ ਨੇੜੇ ਤੋਂ ਬਹੁਤ ਲੋਕੀ ਇਸ਼ਨਾਨ ਕਰਨ ਲਈ ਆਏ ਹੋਏ ਸਨ। ਸਾਰੇ ਪਾਸੇ ਗ੍ਰਹਿਣ ਲੱਗਣ ਦੀ ਉਡੀਕ ਹੋ ਰਹੀ ਸੀ। ਗੁਰੂ ਜੀ ਅਤੇ ਭਾਈ ਮਰਦਾਨਾ ਇੱਕ ਖੁੱਲੀ ਥਾਂ ਉੱਪਰ ਜਾ ਬੈਠੇ। ਸੂਰਜ ਨੂੰ ਗ੍ਰਹਿਣ ਲੱਗਣ ਦੀ ਢਿੱਲ ਸੀ ਕਿ ਮੰਗਤਿਆਂ ਦੀਆਂ ਟੋਲੀਆਂ ਨੇ ਮੰਗਣਾ ਸ਼ੁਰੂ ਕਰ ਦਿੱਤਾ। ਅਮੀਰਾਂ ਨੇ ਆਪਣੇ ਕੀਤੇ ਪਾਪਾਂ ਦਾ ਭਾਰ ਦੂਰ ਕਰਨ ਲਈ ਦਾਨ ਦੇਣਾ ਸ਼ੁਰੂ ਕਰ ਦਿੱਤਾ। ਲੋਕਾਂ ਦਰਿਆ ਵਿੱਚ ਨਹਾਉਣਾ ਸ਼ੁਰੂ ਕਰ ਦਿੱਤਾ। ਇਹ ਭਰਮ ਬਣਿਆ ਆ ਰਿਹਾ ਹੈ ਕਿ ਜੇ ਕੋਈ ਗ੍ਰਹਿਣ ਲੱਗਣ ਸਮੇਂ ਇਸ਼ਨਾਨ ਕਰੇ, ਦਾਨ ਕਰੇ, ਤਾਂ ਉਸਦੇ ਸਾਰੇ ਪਾਪ ਧੋਤੇ ਜਾਂਦੇ ਹਨ, ਜਿਵੇਂ ਪਾਣੀ ਨਾਲ ਸਰੀਰ ਨੂੰ ਲੱਗਾ ਗੰਦ ਧੋਤਾ ਜਾਂਦਾ ਹੈ। ਪਾਪਾਂ ਦਾ ਗੰਦ ਧੋਣ ਦੇ ਅਭਿਲਾਸ਼ੀ ਬ੍ਰਾਹਮਣਾਂ ਦੇ ਹੱਥਾਂ ਉੱਪਰ ਰੁਪਏ ਰੱਖ ਰਹੇ ਸਨ, ਜਿਨ੍ਹਾਂ ਪਹਿਲਾਂ ਕਦੇ ਕਿਸੇ ਗਰੀਬ ਨੂੰ ਕੋਈ ਪੈਸਾ ਤੱਕ ਨਹੀਂ ਦਿੱਤਾ ਸੀ। ਗੁਰੂ ਜੀ ਬੈਠੇ ਇਹ ਤਮਾਸ਼ਾ ਦੇਖ ਰਹੇ ਸੀ ਕਿ ਹਾਂਸੀ ਦੇ ਰਾਜਕੁਮਾਰ ਜਗਤ ਰਾਏ ਨੇ ਗੁਰੂ ਜੀ ਅੱਗੇ ਇੱਕ ਮਿਰਗ ਰੱਖ ਕੇ ਬੇਨਤੀ ਕੀਤੀ, ਭਗਤ ਜੀ, ਮੇਰੇ ਪਾਸ ਇਸ ਸ਼ੁਭ ਸਮੇਂ ਦਾਨ ਕਰਨ ਲਈ ਇਹ ਮਿਰਗ ਹੀ ਹੈ ਜਿਸ ਦਾ ਮੈਂ ਰਸਤੇ ਵਿੱਚ ਸ਼ਿਕਾਰ ਕੀਤਾ ਸੀ। ਇਹ ਆਪ ਸਵੀਕਾਰ ਕਰੋ। ਗੁਰੂ ਜੀ ਦੇ ਕਹਿਣ ਉੱਪਰ ਭਾਈ ਮਰਦਾਨੇ ਨੇ ਅੱਗ ਜਲਾ ਕੇ ਰਿੱਝਣ ਲਈ ਰੱਖ ਦਿੱਤਾ। ਬ੍ਰਾਹਮਣਾ ਜਦੋਂ ਅੱਗ ਦਾ ਧੂੰਆਂ ਦੇਖਿਆ ਤਾਂ ਭੱਜੇ ਭੱਜੇ ਗੁਰੂ ਜੀ ਪਾਸ ਆ ਕੇ ਕਹਿਣ ਲੱਗੇ, ਇਸ ਸ਼ੁਭ ਸਮੇਂ ਕੋਈ ਅੱਗ ਨਹੀਂ ਜਲਾ ਸਕਦਾ। ਅੱਗ ਜਲਾਉਣਾ ਬਹੁਤ ਵੱਡਾ ਪਾਪ ਹੈ। ਕੋਈ ਚੀਜ਼ ਪਕਾਈ ਨਹੀਂ ਜਾ ਸਕਦੀ। ਇਸ ਸ਼ੁਭ ਸਮੇਂ ਦਾਨ ਹੀ ਕੀਤਾ ਜਾ ਸਕਦਾ ਹੈ। ਨਾਨੂ ਬ੍ਰਾਹਮਣ ਨੇ ਪੁੱਛਿਆ, ਇਸ ਪਤੀਲੇ ਵਿੱਚ ਪੱਕਣ ਲਈ ਕੀ ਧਰਿਆ ਹੈ? ਭਾਈ ਮਰਦਾਨੇ ਨੇ ਉੱਤਰ ਦਿੱਤਾ, ਇਸ ਵਿੱਚ ਮਿਰਗ ਦਾ ਮਾਸ ਧਰਿਆ ਹੈ। ਨਾਨੂ ਇਹ ਸੁਣ ਕੇ ਹੋਰ ਵੀ ਤੜਫ ਉੱਠਿਆ। ਗੁਰੂ ਜੀ ਨੇ ਉਹਨਾਂ ਰੌਲਾ ਪਾਉਣ ਵਾਲਿਆਂ ਨੂੰ ਦੱਸਿਆ, ਪੇਟ ਦੀ ਭੁੱਖ ਦੂਰ ਕਰਨ ਲਈ ਕੁਝ ਪਕਾਉਣਾ ਪਾਪ ਨਹੀਂ। ਝੂਠ ਬੋਲ ਕੇ ਬੇਸਮਝ ਲੋਕਾਂ ਨੂੰ ਲੁੱਟਣਾ ਪਾਪ ਹੈ। ਤੁਸੀਂ ਦੱਸੋ, ਪਾਪੀ ਦਾ ਪਾਪ ਤੁਹਾਡੇ ਵਰਗੇ ਪਾਪੀਆਂ ਨੂੰ ਦਾਨ ਦੇ ਕੇ ਕਿਵੇਂ ਦੂਰ ਹੋ ਸਕਦਾ ਹੈ, ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਮਾਸ ਕੀ ਹੈ? ਸੁਣੋ, ਮਾਸ ਤੇ ਸਾਰੇ ਸਰੀਰ ਹਨ। ਹੱਡ, ਚੰਮ ਸਭ ਮਾਸ ਹੀ ਹੈ। ਮਾਸ ਹੀ ਖਾਂਦਾ ਹੈ। ਮਾਸ ਹੀ ਮਾਸ ਘਰ ਵਿਆਹ ਕੇ ਲਿਆਉਂਦਾ ਹੈ। ਸਾਰੇ ਰਿਸ਼ਤੇਦਾਰ ਮਾਸ ਹੀ ਹਨ। ਉਸ ਮਾਲਕ ਦੇ ਹੁਕਮ ਦੀ ਸਮਝ ਪੈ ਜਾਵੇ ਤਾਂ ਗਿਆਨ ਹੁੰਦਾ ਹੈ ਕਿ ਮਾਸ ਕੀ ਹੈ। ਇਹ ਬੇਸਮਝ ਸਾਗ ਖਾਣ ਵਾਲਿਆਂ ਨੂੰ ਪਤਾ ਨਹੀਂ ਕਿ ਸਾਗ ਵੀ ਮਾਸ ਹੈ। ਇਸਤਰੀ ਮਾਸ ਹੈ। ਬੱਚੇ ਮਾਸ ਹੀ ਹਨ ਜਿਹੜੇ ਮਾਤਾ ਪਿਤਾ ਦੇ ਮਾਸ ਤੋਂ ਬਣਦੇ ਹਨ। ਅੰਨ, ਕਪਾਹ ਆਦਿ ਸਭ ਮਾਸ ਹੀ ਹਨ। ਜੇ ਇਹ ਸਭ ਕੁਝ ਖਾਣਾ ਅਤੇ ਪਹਿਨਣਾ ਛੱਡ ਦੇਵੇਂ ਤਾਂ ਤੂੰ ਮਾਸ ਛੱਡਿਆ ਸਮਝ। ਜਿਨ੍ਹਾਂ ਪਾਸੋਂ ਤੂੰ ਦਾਨ ਲੈਂਦਾ ਹੈ ਉਹ ਤੇਰੇ ਹਿਸਾਬ ਮਾਸ ਖਾਣ ਕਾਰਨ ਨਰਕਾਂ ਵਿੱਚ ਜਾਣਗੇ, ਤਾਂ ਤੂੰ ਉਹਨਾਂ ਪਾਸੋਂ ਦਾਨ ਲੈਣ ਕਾਰਨ ਨਰਕਾਂ ਵਿੱਚ ਕਿਉਂ ਨਹੀਂ ਜਾਵੇਂਗਾ? ਗੁਰੂ ਜੀ ਦੇ ਇਹ ਬਚਨ ਸੁਣ ਕੇ ਰੌਲਾ ਪਾਉਣ ਵਾਲੇ ਸਭ ਚੁੱਪ ਕਰ ਗਏ। ਉਹਨਾਂ ਨੂੰ ਜਵਾਬ ਨਾ ਸੁਝਿਆ। ਗੁਰੂ ਜੀ ਨੇ ਅੱਗੇ ਹੋਰ ਦੱਸਿਆ, ਕਿਸੇ ਦੇਵਤੇ ਉੱਪਰ ਕੋਈ ਬਿਪਤਾ ਨਹੀਂ। ਗ੍ਰਹਿਣ ਇਨ੍ਹਾਂ ਗ੍ਰਹਿਾਂ ਦੇ ਚੱਕਰ ਕਾਰਨ ਲੱਗਦਾ ਹੈ। ਇਸ ਪਾਣੀ ਵਿੱਚ ਇਸ਼ਨਾਨ ਕਰਨ ਨਾਲ ਜਾਂ ਬ੍ਰਾਹਮਣਾਂ ਨੂੰ ਦਾਨ ਕਰਨ ਨਾਲ ਕਿਸੇ ਦੇ ਪਾਪ ਦੂਰ ਨਹੀਂ ਹੁੰਦੇ। ਪਰਮਾਤਮਾ ਦਾ ਸਿਮਰਨ ਹੀ ਪਾਪ ਧੋ ਸਕਦਾ ਹੈ। ਇਸ ਸਾਖੀ ਵਿੱਚ ਅਸੀਂ ਸਮਝਿਆ ਕਿ ਗੁਰੂ ਸਾਹਿਬ ਇੱਕ ਹੋਰ ਬਹੁਤ ਵੱਡਾ ਭਰਮ ਤੋੜਦੇ ਨੇ। ਜਿਵੇਂ ਕੁਝ ਲੋਕ ਜੋ ਮਾਸ ਨਹੀਂ ਖਾਂਦੇ, ਉਹ ਮਾਸ ਖਾਣ ਵਾਲਿਆਂ ਨੂੰ ਦੁਰਕਾਰਦੇ ਨੇ ਅਤੇ ਬੜਾ ਵੱਡਾ ਪਾਪੀ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਨੇ। ਇਹ ਸਿਰਫ ਉਹਨਾਂ ਦਾ ਹੰਕਾਰ ਹੀ ਹੈ। ਸਾਡੇ ਪੰਥ ਵਿੱਚ ਵੀ ਮਾਸ ਖਾਣਾ ਜਾਂ ਨਾ ਖਾਣ ਨੂੰ ਧਰਮ ਦਾ ਅੰਗ ਬਣਾ ਕੇ ਭਰਮ ਪਾ ਦਿੱਤਾ ਗਿਆ ਹੈ। ਸਾਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਇਸ ਨੂੰ ਸਮਝਣਾ ਚਾਹੀਦਾ ਹੈ ਅਤੇ ਗੁਰੂ ਆਸ਼ੇ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਗੁਰੂ ਜੀ ਭਾਈ ਮਰਦਾਨੇ ਨੂੰ ਨਾਲ ਲੈ ਕੇ ਸੁਮੇਰ ਪਰਬਤ ਦੀਆਂ ਉੱਚੀਆਂ ਪਹਾੜੀਆਂ ਉੱਪਰ ਪੁੱਜੇ, ਜਿੱਥੇ ਸਿੱਧ ਅਤੇ ਜੋਗੀ ਆਪਣੇ ਵੱਲੋਂ ਦੁਨੀਆ ਤਿਆਗ ਕੇ ਬੈਠੇ ਸਨ। ਉਹਨਾਂ ਸਿੱਧਾਂ ਅਤੇ ਜੋਗੀਆਂ ਦਾ ਨਿਸ਼ਚਾ ਸੀ ਕਿ ਜੇ ਆਬਾਦੀ ਤੋਂ ਪਰੇ ਰਿਹਾ ਜਾਵੇ ਤਾਂ ਮਾਇਆ ਨਾਲੋਂ ਮੋਹ ਟੁੱਟ ਜਾਂਦਾ ਹੈ। ਮਾਇਆ ਦਾ ਮੋਹ ਟੁੱਟ ਜਾਣ ਨਾਲ ਜੰਮਣ ਮਰਨ ਦਾ ਗੇੜ ਕੱਟਿਆ ਜਾਂਦਾ ਹੈ। ਉਹ ਸਾਰੇ ਆਪਣੇ ਆਪ ਨੂੰ ਜਤੀ ਸਦਵਾਉਂਦੇ ਸਨ
ਇਸ ਲਈ ਉਹ ਵਿਆਹ ਵੀ ਨਹੀਂ ਕਰਵਾਉਂਦੇ ਸਨ। ਉਹਨਾਂ ਦਾ ਇਹ ਵਿਸ਼ਵਾਸ ਸੀ ਕਿ ਵਿਆਹ ਕਰਵਾਉਣ ਪਿੱਛੋਂ ਪਰਿਵਾਰ ਦੇ ਬੰਧਨ ਮਨੁੱਖ ਨੂੰ ਮਾਇਆ ਦੇ ਜਾਲ ਵਿੱਚ ਫਸਾ ਦਿੰਦੇ ਹਨ, ਜਿਸ ਵਿੱਚੋਂ ਉਸ ਦਾ ਛੁੱਟਣਾ ਮੁਸ਼ਕਲ ਹੈ। ਉਹਨਾਂ ਬਰਫਾਨੀ ਪਹਾੜੀਆਂ ਉੱਪਰ ਹਰ ਇੱਕ ਦਾ ਪਹੁੰਚਣਾ ਮੁਸ਼ਕਲ ਸੀ। ਉਸ ਅਣਡਿੱਠੇ ਰਸਤੇ ਵਿੱਚ ਜੰਗਲੀ ਜਾਨਵਰਾਂ ਦਾ ਡਰ ਸਦਾ ਬਣਿਆ ਰਹਿੰਦਾ ਸੀ। ਸਿੱਧ ਗੁਰੂ ਜੀ ਅਤੇ ਭਾਈ ਮਰਦਾਨੇ ਨੂੰ ਦੇਖ ਕੇ ਬਹੁਤ ਹੈਰਾਨ ਹੋਏ। ਉਹਨਾਂ ਸਵਾਲ ਕੀਤਾ, ਤੁਸੀਂ ਸਾਡੇ ਪਾਸ ਕਿਵੇਂ ਆਏ ਹੋ? ਇਹਨਾਂ ਪਹਾੜੀਆਂ ਉੱਪਰ ਤਾਂ ਸਿੱਧੀਆਂ ਦੇ ਆਸਰੇ ਹੀ ਆਇਆ ਜਾ ਸਕਦਾ ਹੈ। ਗੁਰੂ ਜੀ ਨੇ ਉੱਤਰ ਦਿੱਤਾ, ਅਸੀਂ ਸੱਚ ਦਾ ਆਸਰਾ ਲੈ ਕੇ ਇੱਥੇ ਪਹੁੰਚੇ ਹਾਂ। ਉਹਨਾਂ ਸਿੱਧਾਂ ਵਿੱਚ ਗੋਰਖ ਦਾ ਇੱਕ ਚੇਲਾ ਪਰਥਰੀ ਵੀ ਸੀ, ਜਿਸ ਨੇ ਆਪਣਾ ਰਾਜ ਛੱਡ ਕੇ ਜੋਗ ਧਾਰਿਆ ਹੋਇਆ ਸੀ। ਉਸ ਨੂੰ ਗੁਰੂ ਜੀ ਦੇ ਕਹਿਣ ਦੀ ਸਮਝ ਨਾ ਪਈ, ਕਿਉਂਕਿ ਜਦੋਂ ਤੱਕ ਸੱਚ ਧਾਰਨ ਨਾ ਕੀਤਾ ਜਾਵੇ, ਸੱਚ ਦੀ ਸਮਝ ਕਿਵੇਂ ਪਏ ਕਿ ਸੱਚ ਕੀ ਹੈ। ਉਸਨੇ ਗੁਰੂ ਜੀ ਨੂੰ ਸਲਾਹ ਦਿੱਤੀ, ਨਾਨਕ, ਤੂੰ ਵੀ ਮੇਰੇ ਵਾਂਗ ਕੰਨਾਂ ਵਿੱਚ ਗਲੀਆਂ ਕਢਵਾ ਕੇ ਮੁੰਦਰਾਂ ਪਾ ਲੈ, ਸਿਰ ਮੁਨਾ ਲੈ, ਬਸਤਰ ਤਿਆਗ ਦੇ, ਵਿਭੂਤ ਸਰੀਰ ਨੂੰ ਮੱਲਣ ਲੱਗ ਜਾ ਅਤੇ ਗੋਰਖ ਨੂੰ ਗੁਰੂ ਧਾਰ ਲੈ। ਇਸ ਤਰ੍ਹਾਂ ਤੇਰੀ ਗਤੀ ਹੋਵੇਗੀ। ਗੁਰੂ ਜੀ ਨੇ ਉਸ ਨੂੰ ਉੱਤਰ ਦਿੱਤਾ, ਤੂੰ ਰਾਜ ਤਿਆਗਿਆ, ਘਰ ਛੱਡਿਆ, ਪਰ ਅਜੇ ਤੱਕ ਤੇਰੇ ਮਨ ਵਿੱਚੋਂ ਹਉਮੈ ਨਹੀਂ ਗਈ, ਜਿਸ ਕਾਰਨ ਤੂੰ ਇਹ ਅਡੰਬਰ ਕੀਤੇ। ਅਜੇ ਤੱਕ ਤੈਨੂੰ ਸੱਚ ਦਾ ਗਿਆਨ ਨਹੀਂ ਹੋਇਆ, ਉਸ ਦੀ ਸਮਝ ਨਹੀਂ ਪਈ, ਉਸ ਦੀ ਪਛਾਣ ਨਹੀਂ ਆਈ। ਪਰਥਰੀ ਨੇ ਭੰਗ ਦਾ ਪਿਆਲਾ ਗੁਰੂ ਜੀ ਅੱਗੇ ਕਰਕੇ ਕਿਹਾ, ਨਾਨਕ, ਇਹ ਪੀ, ਤੇਰੀ ਭੁੱਖ ਪਿਆਸ ਦੂਰ ਹੋਵੇ, ਤੇਰੀ ਲਿਵ ਲੱਗੇ ਅਤੇ ਦੁਨੀਆ ਦੇ ਸਾਰੇ ਦੁੱਖ ਭੁੱਲ ਜਾਣ। ਗੁਰੂ ਜੀ ਨੇ ਉੱਤਰ ਦਿੱਤਾ, ਸੱਚ ਦੇ ਵਪਾਰੀ ਨੂੰ ਇਸ ਝੂਠੀ ਭੰਗ ਦੀ ਕੋਈ ਲੋੜ ਨਹੀਂ। ਉਸ ਨੂੰ ਸਦਾ ਨਾਮ ਦਾ ਨਸ਼ਾ ਰਹਿੰਦਾ ਹੈ, ਜਿਹੜਾ ਦੁਨੀਆ ਦੇ ਸਭ ਦੁੱਖ ਤਕਲੀਫਾਂ ਖਤਮ ਕਰ ਦਿੰਦਾ ਹੈ। ਪਰਥਰੀ ਦੀ ਤਸੱਲੀ ਹੋਣ ਪਿੱਛੋਂ ਸੰਗਰਨਾਥ ਨੇ ਪੁੱਛਿਆ, ਨਾਨਕ, ਤੂੰ ਕਿਹੜੀ ਜੁਗਤ ਨਾਲ ਕਾਮ ਹਰਾਇਆ? ਕਿਸ ਵਿਧੀ ਨਾਲ ਮਾਇਆ ਦਾ ਮੋਹ ਤਿਆਗਿਆ? ਕਿਸ ਢੰਗ ਨਾਲ ਕ੍ਰੋਧ ਨੂੰ ਜਿੱਤਿਆ ਅਤੇ ਤੈਨੂੰ ਹੰਕਾਰ ਕਿਉਂ ਨਹੀਂ ਹੁੰਦਾ? ਗੁਰੂ ਜੀ ਨੇ ਉੱਤਰ ਦਿੱਤਾ, ਜਦੋਂ ਮੈਨੂੰ ਸੱਚ ਦਾ ਗਿਆਨ ਹੋਇਆ ਤਾਂ ਕਾਮ ਵਸ਼ ਵਿੱਚ ਹੋ ਗਿਆ। ਪਰਮਾਤਮਾ ਦੇ ਗੁਣ ਗਾਉਣ ਨਾਲ ਮਾਇਆ ਦਾ ਮੋਹ ਜਾਂਦਾ ਰਿਹਾ, ਮਨ ਸ਼ਾਂਤ ਹੋ ਗਿਆ ਅਤੇ ਕ੍ਰੋਧ ਖਤਮ ਹੋ ਗਿਆ। ਸੰਤਾਂ ਦੀ ਸੰਗਤ ਕਰਨ ਨਾਲ ਲੋਭ ਸਾਥ ਛੱਡ ਗਿਆ। ਉਸ ਮਾਲਕ ਨੂੰ ਸਦਾ ਯਾਦ ਰੱਖਣ ਨਾਲ ਮੌਤ ਦਾ ਡਰ ਦੂਰ ਹੋ ਗਿਆ। ਗੁਰੂ ਜੀ ਨੇ ਦੇਖ ਲਿਆ ਕਿ ਸਿੱਧਾਂ ਦੇ ਮਨਾਂ ਵਿੱਚੋਂ ਹਉਮੈ ਦੀ ਮੈਲ ਦੂਰ ਨਹੀਂ ਹੋਈ, ਭਾਵੇਂ ਉਹ ਆਪਣੇ ਵੱਲੋਂ ਦੁਨੀਆ ਤਿਆਗ ਕੇ ਦੂਰ ਪਹਾੜੀਆਂ ਵਿੱਚ ਬੈਠੇ ਦੁੱਖ ਤਕਲੀਫਾਂ ਸਹਾਰਦੇ ਸਨ। ਪਹਾੜੀਆਂ ਵਿੱਚ ਲੁਕ ਕੇ ਦੁਨੀਆ ਤੋਂ ਪਰੇ ਰਹਿ ਕੇ ਉਸ ਪ੍ਰਭੂ ਨੂੰ ਕਿਵੇਂ ਪਾਇਆ ਜਾ ਸਕਦਾ ਸੀ, ਜਦ ਕਿ ਉਹ ਆਪਣੀ ਸਾਜੀ ਦੁਨੀਆ ਵਿੱਚ ਵਸਦਾ ਹੈ। ਇਹ ਉਹ ਸਾਖੀ ਹੈ ਜੋ ਗੁਰੂ ਨਾਨਕ ਸਾਹਿਬ ਦੇ ਹਰ ਪ੍ਰਕਾਸ਼ ਉਤਸਵ ਤੇ ਜ਼ਰੂਰ ਸੁਣਾਈ ਜਾਂਦੀ ਹੈ ਅਤੇ ਚਰਚਾ ਕੀਤੀ ਜਾਂਦੀ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਕਿ ਘਰ-ਬਾਰ ਛੱਡ ਕੇ ਪਹਾੜਾਂ, ਜੰਗਲਾਂ, ਗੁਫਾਵਾਂ ਵਿੱਚ ਤਪ ਕਰਨ ਨਾਲ ਪਰਮਾਤਮਾ ਖੁਸ਼ ਨਹੀਂ ਹੁੰਦਾ, ਬਲਕਿ ਪਰਮਾਤਮਾ ਦੀ ਖੁਸ਼ੀ ਸੰਸਾਰ ਵਿੱਚ ਰਹਿੰਦਿਆਂ ਆਮ ਲੋਕਾਈ ਦੀ ਸੇਵਾ ਵਿੱਚ ਹੀ ਹੈ। ਹੁਣ ਸਵਾਲ ਖੜਾ ਹੋ ਗਿਆ ਕਿ ਜੇ ਅਸੀਂ ਬਚਿੱਤਰ ਨਾਟਕ ਨੂੰ ਦਸ਼ਮੇਸ਼ ਪਿਤਾ ਦੀ ਰਚਨਾ ਮੰਨ ਲਈਏ, ਫਿਰ ਸਾਨੂੰ ਇਹ ਮੰਨਣਾ ਪਵੇਗਾ ਕਿ ਜਦੋਂ ਦੁਸ਼ਟ ਦਮਨ ਨੇ ਘਰ-ਬਾਰ ਛੱਡ ਕੇ ਸੰਸਾਰ ਤੋਂ ਦੂਰ ਹੇਮਕੁੰਟ ਦੇ ਪਰਬਤ ਤੇ ਕੜੀ ਤਪੱਸਿਆ ਕੀਤੀ ਤਾਂ ਰੱਬ ਖੁਸ਼ ਹੋ ਕੇ ਉਸ ਨੂੰ ਅਗਲੇ ਜਨਮ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦੇ ਦਿੰਦੇ ਹਨ। ਹੁਣ ਜੇ ਹੇਮਕੁੰਟ ਦੀ ਕਹਾਣੀ ਸੱਚੀ ਹੋਵੇ ਤਾਂ ਕਿ ਗੁਰੂ ਨਾਨਕ ਸਾਹਿਬ ਨੂੰ ਨਹੀਂ ਸੀ ਪਤਾ ਕਿ ਇਸ ਤਰ੍ਹਾਂ ਦੇ ਤਪ ਨਾਲ ਤਾਂ ਰੱਬ ਖੁਸ਼ ਹੁੰਦਾ ਹੈ ਅਤੇ 10ਵਾਂ ਨਾਨਕ ਤੇ ਆਪ ਇਸੇ ਤਪ ਦਾ ਫਲ ਹੋਵੇਗਾ। ਸਾਨੂੰ ਹੇਮਕੁੰਟ ਵਰਗੀ ਮਿਥਿਹਾਸਕ ਕਹਾਣੀਆਂ ਨੂੰ ਨਹੀਂ ਮੰਨਣਾ ਚਾਹੀਦਾ, ਜੋ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਵੀ ਨਹੀਂ ਅਤੇ ਗੁਰਬਾਣੀ ਦੇ ਅਸੂਲਾਂ ਤੇ ਖਰੀ ਨਹੀਂ ਉਤਰਦੀ। ਗੁਰੂ ਜੀ ਅਤੇ ਭਾਈ ਮਰਦਾਨਾ ਪਾਕਪਟਨ ਤੋਂ ਚੱਲ ਕੇ ਮੁਲਤਾਨ ਦੇ ਤੁਲੰਬਾ ਸ਼ਹਿਰ ਪੁੱਜੇ। ਰਸਤੇ ਵਿੱਚ ਉਹਨਾਂ ਇੱਕ ਬਹੁਤ ਵੱਡਾ ਅਤੇ ਸੋਹਣਾ ਘਰ ਦੇਖਿਆ। ਸ਼ੇਖ ਨੇ ਇਹ ਡੇਰਾ ਉਸ ਰਸਤੇ ਲੰਘਣ ਵਾਲਿਆਂ ਦੇ ਆਰਾਮ ਲਈ ਬਣਵਾਇਆ ਹੋਇਆ ਸੀ। ਉਸ ਡੇਰੇ ਵਿੱਚ ਹਰ ਇੱਕ ਨੂੰ ਰਹਿਣ ਲਈ ਥਾਂ ਅਤੇ ਖਾਣ ਲਈ ਭੋਜਨ ਮਿਲਦਾ ਸੀ। ਰਾਹੀ ਭਾਵੇਂ ਹਿੰਦੂ ਹੋਵੇ ਜਾਂ ਮੁਸਲਮਾਨ,
ਕਿਸੇ ਨਾਲ ਕੋਈ ਵਿਤਕਰਾ ਨਹੀਂ ਸੀ। ਸ਼ੇਖ ਨੇ ਉਸ ਡੇਰੇ ਵਿੱਚ ਇੱਕ ਪਾਸੇ ਹਿੰਦੂਆਂ ਦੇ ਪੂਜਾ ਕਰਨ ਲਈ ਮੰਦਰ ਅਤੇ ਦੂਜੇ ਪਾਸੇ ਮੁਸਲਮਾਨਾਂ ਲਈ ਮਸਜਿਦ ਬਣਵਾਈ ਹੋਈ ਸੀ। ਸ਼ੇਖ ਦਿਨ ਵਿੱਚ ਸਾਧਾਂ ਵਾਲੇ ਕੱਪੜੇ ਪਾ ਕੇ ਮਾਲਾ ਫੇਰਦਾ ਰਹਿੰਦਾ ਸੀ ਅਤੇ ਆਏ ਗਏ ਮੁਸਾਫਰ ਦੀ ਦੇਖਭਾਲ ਕਰਦਾ ਸੀ। ਇਸ ਸੇਵਾ ਨੂੰ ਦੇਖ ਕੇ ਉਸ ਨੂੰ ਹਰ ਮਿਲਣ ਵਾਲਾ ਸੱਜਣ ਕਹਿ ਕੇ ਬੁਲਾਉਂਦਾ ਸੀ। ਉਸ ਦਾ ਅਸਲੀ ਨਾਂ ਤੇ ਲੋਕਾਂ ਨੂੰ ਭੁੱਲ ਹੀ ਗਿਆ ਸੀ। ਸੱਜਣ ਦੀ ਜ਼ਮੀਨ ਕਾਫੀ ਸੀ, ਜਿਸ ਵਿੱਚ ਉਹ ਮਜ਼ਦੂਰਾਂ ਪਾਸੋਂ ਖੇਤੀ ਕਰਵਾਉਂਦਾ ਸੀ। ਉਸ ਨੇ ਆਪਣੀ ਆਮਦਨੀ ਦਾ ਇੱਕ ਹੋਰ ਧੰਦਾ ਅਪਣਾ ਰੱਖਿਆ ਸੀ, ਜਿਸ ਦਾ ਉਸ ਦੇ ਹਿੱਸੇਦਾਰਾਂ ਤੋਂ ਬਿਨਾਂ ਹੋਰ ਕਿਸੇ ਨੂੰ ਗਿਆਨ ਨਹੀਂ ਸੀ। ਉਹ ਰਾਤ ਨੂੰ ਗੁਜ਼ਾਰਨ ਵਾਲੇ ਰਾਹੀਆਂ ਨੂੰ ਮਾਰ ਕੇ ਉਹਨਾਂ ਦੀਆਂ ਲਾਸ਼ਾਂ ਖੂਹ ਵਿੱਚ ਸੁੱਟ ਦਿੰਦਾ ਸੀ ਅਤੇ ਉਹਨਾਂ ਦਾ ਮਾਲ ਹਜ਼ਮ ਕਰ ਜਾਂਦਾ ਸੀ। ਗੁਰੂ ਜੀ ਨੂੰ ਦੇਖ ਕੇ ਉਸਨੇ ਅੰਦਾਜ਼ਾ ਲਗਾਇਆ ਕਿ ਗੁਰੂ ਜੀ ਵੱਡੇ ਧਨਾੜ ਲੱਗਦੇ ਹਨ। ਉਸਨੇ ਗੁਰੂ ਜੀ ਅਤੇ ਭਾਈ ਮਰਦਾਨੇ ਦੀ ਬਹੁਤ ਸੇਵਾ ਕੀਤੀ। ਗੁਰੂ ਜੀ ਤਾਂ ਮਨਾਂ ਦੀਆਂ ਜਾਣਦੇ ਸਨ, ਉਹਨਾਂ ਪਾਸੋਂ ਕਿਹੜੀ ਗੱਲ ਗੁੱਝੀ ਰਹਿ ਸਕਦੀ ਸੀ। ਗੁਰੂ ਜੀ ਨੇ ਉਸ ਦੀਆਂ ਸਾਰੀਆਂ ਕਾਲੀਆਂ ਕਰਤੂਤਾਂ ਉਸ ਦੇ ਸਾਥੀਆਂ ਨਾਲ ਬੋਲਚਾਲ ਤੋਂ ਪੜ੍ਹ ਲਈਆਂ। ਸ਼ਾਮ ਦਾ ਖਾਣਾ ਖਾਣ ਪਿੱਛੋਂ ਸੱਜਣ ਨੇ ਗੁਰੂ ਜੀ ਨੂੰ ਬੇਨਤੀ ਕੀਤੀ, ਚਲੋ ਸੰਤ ਜੀ, ਅੰਦਰ ਚੱਲ ਕੇ ਆਰਾਮ ਨਾਲ ਸੋ ਜਾਵੋ, ਰਾਤ ਕਾਫੀ ਹੋ ਗਈ ਹੈ। ਗੁਰੂ ਜੀ ਨੇ ਕਿਹਾ, ਭਾਈ ਸੱਜਣਾ, ਅਸੀਂ ਇੱਕ ਸ਼ਬਦ ਉਸ ਮਾਲਕ ਦੀ ਉਸਤਤ ਵਿੱਚ ਪੜ੍ਹ ਕੇ ਸੋਵਾਂਗੇ। ਭਾਈ ਮਰਦਾਨੇ ਰਬਾਬ ਵਜਾਣੀ ਸ਼ੁਰੂ ਕੀਤੀ ਅਤੇ ਗੁਰੂ ਜੀ ਨੇ ਸ਼ਬਦ ਦਾ ਉਚਾਰਨ ਕੀਤਾ। ਸੱਜਣ ਦੇ ਕੰਨੀ ਜਦੋਂ ਗੁਰੂ ਜੀ ਦੇ ਸ਼ਬਦ ਦੀ ਆਵਾਜ਼ ਪਈ ਤਾਂ ਉਸ ਨੂੰ ਲੱਗਿਆ ਕਿ ਜਿਵੇਂ ਗੁਰੂ ਜੀ ਨੂੰ ਉਸ ਦੀ ਸਾਰੀ ਕਾਲੀ ਕਰਤੂਤ ਦਾ ਪਤਾ ਲੱਗ ਗਿਆ ਹੋਵੇ। ਇਸੇ ਲਈ ਉਹ ਕਹਿ ਰਹੇ ਹਨ, ਕਾਂਸੀ ਦਾ ਬਰਤਨ ਬਾਹਰੋਂ ਚਮਕਦਾ ਹੈ, ਪਰ ਜਦੋਂ ਉਸ ਨੂੰ ਹੱਥ ਲਗਾਉਂਦੇ ਹਾਂ ਤਾਂ ਉਹ ਹੱਥ ਕਾਲਾ ਹੋ ਜਾਂਦਾ ਹੈ। ਉਸ ਕਾਂਸੀ ਨੂੰ ਧੋਣ ਪਿੱਛੋਂ ਵੀ ਉਸ ਦੀ ਕਾਲਕ ਨਹੀਂ ਜਾਂਦੀ। ਖਾਲੀ ਘਰਾਂ ਨੂੰ ਬਾਹਰੋਂ ਜਿੰਨਾ ਮਰਜ਼ੀ ਸਜਾ ਲਵੋ, ਜਦੋਂ ਉਹ ਘਰ ਢਹਿ ਢੇਰੀ ਹੋਣਗੇ ਤਾਂ ਅੰਦਰੋਂ ਖਾਲੀ ਹੋਣਗੇ। ਇਸ ਤਰ੍ਹਾਂ ਦੇ ਘਰ ਅਤੇ ਗੁਨਾਹ ਤੋਂ ਖਾਲੀ ਸਰੀਰ ਕਿਸੇ ਕੰਮ ਦੇ ਨਹੀਂ। ਤੀਰਥਾਂ ਉੱਪਰ ਚਿੱਟੇ ਕੱਪੜੇ ਪਾਉਣ ਵਾਲੇ ਸੰਤ ਜਿਹੜੇ ਡੱਡਾਂ ਖਾਣ ਵਾਲੀਆਂ ਬਗਲੀਆਂ ਦੀ ਤਰ੍ਹਾਂ ਭੁੱਲੇ ਭਟਕਿਆਂ ਨੂੰ ਲੁੱਟਦੇ ਹਨ, ਉਹਨਾਂ ਨੂੰ ਭਗਤ ਨਹੀਂ ਕਿਹਾ ਜਾਂਦਾ। ਆਦਮੀ ਦੀ ਚਤੁਰਾਈ, ਸਿਆਣਪ ਅਤੇ ਸੇਵਾ ਕਿਸੇ ਕੰਮ ਦੀ ਨਹੀਂ ਜੇ ਉਹ ਬੁਰੇ ਕੰਮਾਂ ਤੋਂ ਤੋਬਾ ਨਹੀਂ ਕਰਦਾ। ਨੇਕ ਬਣਨ ਲਈ ਉਸ ਮਾਲਕ ਦੇ ਆਸਰੇ ਦੀ ਲੋੜ ਹੈ। ਸ਼ਬਦ ਦਾ ਭੋਗ ਪੈਣ ਪਿੱਛੋਂ ਸੱਜਣ ਗੁਰੂ ਜੀ ਦੇ ਚਰਨਾਂ ਉੱਪਰ ਟਹਿ ਪਿਆ। ਗੁਰੂ ਜੀ ਦੇ ਕਹਿਣ ਉੱਪਰ ਉਸਨੇ ਸਾਰਾ ਧਨ ਗਰੀਬਾਂ ਨੂੰ ਵੰਡ ਦਿੱਤਾ, ਹੱਕ ਦੀ ਕਮਾਈ ਕਰਨ ਲੱਗਾ ਅਤੇ ਸੱਚਾ ਸੱਜਣ ਬਣ ਗਿਆ। ਇਸ ਸਾਖੀ ਵਿੱਚ ਅਸੀਂ ਸਮਝਿਆ ਕਿ ਗੁਰੂ ਜੀ ਦਾ ਇੱਕ ਸ਼ਬਦ ਪੱਲੇ ਬੰਨ੍ਹ ਕੇ ਸੱਜਣ ਦੀ ਜ਼ਿੰਦਗੀ ਬਦਲ ਗਈ। ਇਹੀ ਤੇ ਸਭ ਤੋਂ ਵੱਡੀ ਕਰਾਮਾਤ ਹੈ ਕਿ ਗੁਰਬਾਣੀ ਮਰੀ ਹੋਈ ਜ਼ਮੀਰ ਨੂੰ ਜਿਉਂਦਾ ਕਰ ਦਿੰਦੀ ਹੈ। ਪਰ ਕੀ ਕਾਰਨ ਹੈ ਕਿ ਅੱਜ ਗੁਰਬਾਣੀ ਪਾਠ ਬਹੁਤ ਹੁੰਦਾ ਹੈ, ਅਖੰਡ ਪਾਠਾਂ ਦੀਆਂ ਲੜੀਆਂ ਚੱਲਦੀਆਂ ਨੇ, ਪਰ ਸਾਡੇ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ? ਕਾਰਨ ਇਹੀ ਦਿਸਦਾ ਹੈ ਕਿ ਅਸੀਂ ਗੁਰਬਾਣੀ ਪਾਠ ਗਿਣਤੀਆਂ ਪੂਰੀਆਂ ਕਰਨ ਵਾਸਤੇ ਕਰਦੇ ਹਾਂ। ਆਓ ਅਸੀਂ ਇਹ ਨਿਸ਼ਚਾ ਕਰ ਲਈਏ ਕਿ ਗੁਰਬਾਣੀ ਨੂੰ ਅਸੀਂ ਸਮਝ ਕੇ ਫਿਰ ਉਸ ਅਨੁਸਾਰ ਆਪਣਾ ਜੀਵਨ ਢਾਲਣਾ ਹੈ। ਮੁਸਲਮਾਨਾਂ ਦੇ ਧਰਮ ਵਿੱਚ ਮੱਕੇ ਦੀ ਹਜ ਦੀ ਬਹੁਤ ਸਿਫਤ ਕੀਤੀ ਗਈ ਹੈ। ਗੁਰੂ ਜੀ ਭਾਈ ਮਰਦਾਨੇ ਨੂੰ ਨਾਲ ਲੈ ਕੇ ਮੱਕੇ ਵੱਲ ਚੱਲ ਪਏ। ਰਸਤੇ ਵਿੱਚ ਉਹਨਾਂ ਨੂੰ ਕੁਝ ਹੋਰ ਹਾਜੀ ਮਿਲ ਗਏ ਜਿਹੜੇ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗੇ। ਗੁਰੂ ਜੀ ਨੇ ਸਮਝਾਇਆ, ਭਾਈ ਮਰਦਾਨਿਆਂ, ਜਦੋਂ ਹਜ ਲਈ ਜਾਈਏ ਤਾਂ ਉਸ ਖੁਦਾ ਦੀ ਸਿਫਤ ਦੀ ਗੱਲਬਾਤ ਹੋਣੀ ਚਾਹੀਦੀ ਹੈ। ਹੋਰ ਫਾਲਤੂ ਗੱਲਾਂ ਕਰਦੇ ਜਾਣਾ ਹਾਜੀਆਂ ਦੀ ਸੋਭਾ ਨਹੀਂ ਦਿੰਦਾ ਅਤੇ ਇਸ ਤਰ੍ਹਾਂ ਦਾ ਹਜ ਕਰਨ ਵਾਲੇ ਨੂੰ ਕੁਝ ਪ੍ਰਾਪਤ ਨਹੀਂ ਹੁੰਦਾ। ਗੁਰੂ ਜੀ ਅਤੇ ਭਾਈ ਮਰਦਾਨਾ ਨੇ ਉਹਨਾਂ ਹਾਜੀਆਂ ਦਾ ਸਾਥ ਛੱਡ ਦਿੱਤਾ ਅਤੇ ਪਰਮਾਤਮਾ ਦੀ ਸਿਫਤ ਸ਼ਲਾਘਾ ਕਰਦੇ ਮੱਕੇ ਦੇ ਨੇੜੇ ਪੁੱਜੇ, ਜਿੱਥੇ ਉਹਨਾਂ ਹਾਜੀਆਂ ਵਾਲਾ ਨੀਲਾ ਬਾਣਾ ਪਹਿਨ ਲਿਆ ਅਤੇ ਗੁਰੂ ਜੀ ਨੇ ਬਗਲ ਵਿੱਚ ਆਪਣੀ ਬਾਣੀ ਦੀ ਕਿਤਾਬ ਰੱਖ ਲਈ। ਇਸ ਤਰ੍ਹਾਂ ਦੇ ਪਹਿਰਾਵੇ ਵਿੱਚ ਉਹ ਮੱਕੇ ਦੀ ਮਸਜਿਦ ਅੰਦਰ ਚਲੇ ਗਏ। ਸਾਰਾ ਦਿਨ ਖੁਦਾ ਦੇ ਗੁਣ ਗਾਉਂਦਿਆਂ ਗੁਜ਼ਾਰ ਦਿੱਤਾ ਅਤੇ ਰਾਤ ਨੂੰ ਸੌਂ ਗਏ। ਸਵੇਰੇ ਸਵੇਰੇ ਭਾਰਤ ਤੋਂ ਗਿਆ ਇੱਕ ਹਾਜੀ ਮੁੱਲਾ ਜੀਵਨ ਸੁੱਤੇ ਪਏ ਹਾਜੀਆਂ ਵਿੱਚੋਂ ਦੀ ਲੰਘ ਰਿਹਾ ਸੀ। ਉਸ ਦੀ ਨਿਗਾਹ ਗੁਰੂ ਜੀ ਦੇ ਪੈਰਾਂ ਉੱਪਰ ਪਈ ਜਿਹੜੇ ਕਾਬੇ ਵੱਲ ਸਨ।
ਉਸਨੂੰ ਇਹ ਦੇਖ ਕੇ ਬਹੁਤ ਗੁੱਸਾ ਆਇਆ। ਉਸਨੇ ਗੁਰੂ ਜੀ ਦੀ ਪਿੱਠ ਵਿੱਚ ਲੱਤ ਮਾਰ ਕੇ ਕਿਹਾ, ਓਏ ਕਾਫਰ, ਤੈਨੂੰ ਨਜ਼ਰ ਨਹੀਂ ਆਉਂਦਾ ਕਿ ਤੂੰ ਖੁਦਾ ਦੇ ਘਰ ਵੱਲ ਪੈਰ ਕੀਤੇ ਹੋਏ ਹਨ? ਗੁਰੂ ਜੀ ਨੇ ਅੱਗੋਂ ਬੜੀ ਹਲੀਮੀ ਨਾਲ ਉੱਤਰ ਦਿੱਤਾ, ਮੁੱਲਾ ਜੀ, ਮੇਰੇ ਪਾਸੋਂ ਭੁੱਲ ਹੋ ਗਈ। ਮੈਨੂੰ ਨਹੀਂ ਸੀ ਪਤਾ ਕਿ ਸਿਰਫ ਇਸ ਪਾਸੇ ਹੀ ਖੁਦਾ ਦਾ ਘਰ ਹੈ। ਤੁਸੀਂ ਮੇਰੇ ਪੈਰ ਉਸ ਪਾਸੇ ਕਰ ਦੇਵੋ ਜਿਸ ਪਾਸੇ ਖੁਦਾ ਨਹੀਂ ਰਹਿੰਦਾ। ਮੁੱਲਾ ਜੀਵਨ ਦਾ ਗੁੱਸਾ ਇਹ ਸੁਣ ਕੇ ਹੋਰ ਵੀ ਵੱਧ ਗਿਆ। ਉਸਨੇ ਬੜੀ ਬੇਦਰਦੀ ਨਾਲ ਗੁਰੂ ਜੀ ਦੀਆਂ ਲੱਤਾਂ ਫੜੀਆਂ ਅਤੇ ਘਸੀਟ ਕੇ ਦੂਜੇ ਪਾਸੇ ਕਰ ਦਿੱਤੀਆਂ। ਗੁਰੂ ਜੀ ਨੇ ਕਿਹਾ, ਮੁੱਲਾ ਜੀ, ਕਿ ਇਸ ਪਾਸੇ ਖੁਦਾ ਦਾ ਘਰ ਨਹੀਂ? ਮੁੱਲਾ ਜੀਵਨ ਗੁਰੂ ਜੀ ਦੀ ਗੱਲ ਸਮਝ ਗਿਆ ਕਿ ਖੁਦਾ ਕੋਈ ਇੱਕ ਖਾਸ ਦਿਸ਼ਾ ਵਿੱਚ ਨਹੀਂ ਬਲਕਿ ਹਰ ਤਰਫ ਹੈ। ਸਾਰੇ ਹਾਜੀ ਜਾਗ ਪਏ। ਮੱਕੇ ਦਾ ਵੱਡਾ ਕਾਜ਼ੀ ਰੁਕਨਦੀਨ ਵੀ ਉਸ ਥਾਂ ਆ ਗਿਆ। ਕਾਜ਼ੀ ਰੁਕਨਦੀਨ ਅਤੇ ਗੁਰੂ ਜੀ ਇਸ ਤਰ੍ਹਾਂ ਇੱਕ ਦੂਜੇ ਨੂੰ ਮਿਲੇ ਜਿਵੇਂ ਉਹ ਇੱਕ ਦੂਜੇ ਦੇ ਸਦੀਆਂ ਤੋਂ ਵਾਕਿਫ ਹੋਣ। ਕਾਜ਼ੀ ਰੁਕਨਦੀਨ ਨੇ ਦੂਜਿਆਂ ਦੇ ਮਨ ਦਾ ਸ਼ੰਕਾ ਦੂਰ ਕਰਨ ਲਈ ਗੁਰੂ ਜੀ ਨੂੰ ਪੁੱਛਿਆ, ਖੁਦਾ ਦੇ ਦਰਬਾਰ ਵਿੱਚ ਹਿੰਦੂ ਵੱਡਾ ਹੈ ਜਾਂ ਮੁਸਲਮਾਨ? ਗੁਰੂ ਜੀ ਨੇ ਉੱਤਰ ਦਿੱਤਾ, ਖੁਦਾ ਦੇ ਦਰ ਉੱਪਰ ਨੇਕ ਕਰਮ ਪ੍ਰਵਾਨ ਹਨ। ਉਸ ਦੇ ਦਰਬਾਰ ਵਿੱਚ ਨੇਕ ਕਰਮਾਂ ਬਿਨਾਂ ਨਾ ਹਿੰਦੂ ਲਈ ਕੋਈ ਥਾਂ ਹੈ ਅਤੇ ਨਾ ਹੀ ਮੁਸਲਮਾਨ ਲਈ। ਇਹ ਉੱਤਰ ਸੁਣ ਕੇ ਹਾਜੀਆਂ ਨੇ ਗੁਰੂ ਜੀ ਨੂੰ ਹੋਰ ਬਹੁਤ ਸਵਾਲ ਕੀਤੇ। ਗੁਰੂ ਜੀ ਨੇ ਉਹਨਾਂ ਸਾਰਿਆਂ ਦੇ ਮਨਾਂ ਦੇ ਸ਼ੰਕੇ ਦੂਰ ਕੀਤੇ। ਜਦੋਂ ਗੁਰੂ ਜੀ ਮਦੀਨੇ ਵੱਲ ਜਾਣ ਲਈ ਤਿਆਰ ਹੋਏ ਤਾਂ ਕਾਜ਼ੀ ਰੁਕਨਦੀਨ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਮੱਕੇ ਵਿਖੇ ਆਪਣੇ ਆਉਣ ਦੀ ਯਾਦ ਵਿੱਚ ਕੋਈ ਨਿਸ਼ਾਨੀ ਛੱਡ ਜਾਣ। ਗੁਰੂ ਜੀ ਨੇ ਬੇਨਤੀ ਪ੍ਰਵਾਨ ਕਰਕੇ ਆਪਣੇ ਪੋਲੇ ਕਾਜ਼ੀ ਰੁਕਨਦੀਨ ਨੂੰ ਦੇ ਦਿੱਤੇ। ਸੋ ਇਸ ਸਾਖੀ ਤੋਂ ਅਸੀਂ ਸਮਝਿਆ ਕਿ ਪਰਮਾਤਮਾ ਦੀ ਪ੍ਰਸੰਨਤਾ ਕਿਸੇ ਖਾਸ ਦਿਸ਼ਾ ਵਿੱਚ ਇਬਾਦਤ ਕਰਨ ਨਾਲ ਨਹੀਂ ਬਲਕਿ ਨੇਕ ਕਰਮਾਂ ਨਾਲ ਜਾਂ ਨਿਰਮਲ ਕਰਮਾਂ ਨਾਲ ਹੀ ਹੁੰਦੀ ਹੈ। ਗੁਰੂ ਸਾਹਿਬ ਮੱਕਾ, ਮਦੀਨਾ ਤੇ ਕਰਬਲਾ ਤੋਂ ਹੁੰਦੇ ਹੋਏ ਬਗਦਾਦ ਪੁੱਜੇ। ਇੱਥੇ ਲੋਕਾਂ ਦਾ ਇੱਕ ਹੋਰ ਭਰਮ ਤੋੜਿਆ। ਮੁਸਲਮਾਨ ਇਹ ਸਮਝਦੇ ਸਨ ਕਿ ਸੰਗੀਤ ਦੀ ਵਰਤੋਂ ਨਾਚ ਗਾਣੇ ਕਰਨ ਵਾਲੇ ਕਰਦੇ ਹਨ, ਇਸ ਲਈ ਖੁਦਾ ਦੀ ਬੰਦਗੀ ਵਿੱਚ ਇਸ ਦੀ ਕੋਈ ਥਾਂ ਨਹੀਂ। ਇਸ ਵਿਸ਼ਵਾਸ ਦੇ ਅਧੀਨ ਹੀ ਉਹ ਰਾਗ ਨੂੰ ਹਰਾਮ ਕਹਿੰਦੇ ਸਨ। ਸਤਿਗੁਰਾਂ ਨੇ ਬਗਦਾਦ ਵਾਸੀਆਂ ਨੂੰ ਸਮਝਾਇਆ ਕਿ ਸੰਗੀਤ ਜਾਂ ਰਾਗ ਆਪਣੇ ਆਪ ਵਿੱਚ ਮਾੜਾ ਨਹੀਂ, ਸਗੋਂ ਮਾੜੀ ਜਾਂ ਚੰਗੀ ਤਾਂ ਇਸ ਦੀ ਵਰਤੋਂ ਹੈ। ਇਸ ਦੀ ਵਰਤੋਂ ਗਲਤ ਰਚਨਾਵਾਂ ਨੂੰ ਗਾਉਣ ਲਈ ਕੀਤੀ ਜਾਵੇ ਤਾਂ ਤੇ ਇਹ ਨਿਸ਼ਚੈ ਹੀ ਮਾੜਾ ਹੁੰਦਾ ਹੈ। ਕੀਰਤਨ ਇੱਕ ਅਜਿਹਾ ਸਾਧਨ ਹੈ ਜਿਹੜਾ ਮਨੁੱਖ ਦੀ ਸੁਰਤ ਨੂੰ ਪ੍ਰਭੂ ਨਾਲ ਜੋੜਨ ਵਿੱਚ ਸਭ ਤੋਂ ਵੱਧ ਸਹਾਈ ਹੁੰਦਾ ਹੈ। ਇਸ ਗੱਲ ਦਾ ਪ੍ਰਤੱਖ ਸਬੂਤ ਗੁਰੂ ਜੀ ਨੇ ਬਗਦਾਦ ਵਿੱਚ ਹੀ ਦਿੱਤਾ ਸੀ। ਸ਼ਹਿਰ ਤੋਂ ਬਾਹਰ ਸਤਿਗੁਰਾਂ ਨੇ ਇਲਾਹੀ ਕੀਰਤਨ ਕਰਨਾ ਆਰੰਭ ਕਰ ਦਿੱਤਾ। ਪਲਾਂ ਵਿੱਚ ਹੀ ਇਹ ਖਬਰ ਪੀਰ ਦਸਤਗੀਰ ਅਤੇ ਹੋਰਨਾਂ ਮੁੱਲਾ ਮਲਾਨਿਆਂ ਤੱਕ ਪੁੱਜ ਗਈ ਕਿ ਮੁਸਲਮਾਨੀ ਸ਼ਹਿਰ ਵਿੱਚ ਕੋਈ ਸਾਧੂ ਗਾ ਕੇ ਬੰਦਗੀ ਕਰ ਰਿਹਾ ਹੈ। ਫਿਰ ਕੀ ਸੀ, ਮੁਸਲਮਾਨੀ ਆਗੂ ਅਤੇ ਉਹਨਾਂ ਦੇ ਅਨੁਯਾਈ ਹੱਥਾਂ ਵਿੱਚ ਪੱਥਰ ਚੁੱਕ ਕੇ ਉਧਰ ਨੂੰ ਨੱਸ ਪਏ ਜਿੱਧਰ ਸਤਿਗੁਰੂ ਬਾਬਾ ਜੀ ਕੀਰਤਨ ਕਰ ਰਹੇ ਸਨ। ਜਦੋਂ ਉੱਥੇ ਪੁੱਜੇ ਪੱਥਰ ਹੱਥਾਂ ਵਿੱਚ ਫੜੇ ਹੀ ਰਹਿ ਗਏ। ਸਤਿਗੁਰਾਂ ਦੇ ਤੇਜਸਵੀ ਚਿਹਰੇ, ਅਡੋਲਤਾ, ਨਿਰਭੈਤਾ ਅਤੇ ਕੀਰਤਨ ਦੀਆਂ ਮਧੁਰ ਧੁਨਾਂ ਨੇ ਉਹਨਾਂ ਲੋਕਾਂ ਤੇ ਅਜਿਹਾ ਪ੍ਰਭਾਵ ਪਾਇਆ ਕਿ ਸਭ ਨੇ ਪੱਥਰ ਸੁੱਟ ਦਿੱਤੇ। ਜੋ ਆਉਂਦਾ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਜਾਂਦਾ ਅਤੇ ਪ੍ਰਭੂ ਦੀ ਉਸਤਤ ਸੁਣ ਕੇ ਝੂਮਣ ਲੱਗ ਜਾਂਦਾ। ਇੱਥੇ ਸਤਿਗੁਰਾਂ ਦੀ ਪੀਰ ਦਸਤਗੀਰ ਅਤੇ ਸ਼ੇਖ ਬਹਿਲੋਲ ਨਾਲ ਧਰਮ ਚਰਚਾ ਹੋਈ। ਇਸ ਚਰਚਾ ਵਿੱਚ ਸਤਿਗੁਰਾਂ ਨੇ ਬਗਦਾਦ ਦੇ ਲੋਕਾਂ ਨੂੰ ਇਹ ਵੀ ਸਮਝਾਇਆ ਕਿ ਖੁਦਾ ਸਰਬ ਵਿਆਪਕ ਹੈ, ਉਹ ਕਿਸੇ ਸੱਤਵੇਂ ਅਸਮਾਨ ਉੱਤੇ ਨਹੀਂ ਰਹਿੰਦਾ। ਇਹ ਵੀ ਦੱਸਿਆ ਕਿ ਅਕਾਲ ਪੁਰਖ ਦੀ ਰਚਨਾ ਵਿੱਚ ਅਨੇਕਾਂ ਹੀ ਪਤਾਲ ਅਤੇ ਆਕਾਸ਼ ਹਨ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਬਗਦਾਦ ਨਿਵਾਸੀ ਗੁਰੂ ਜੀ ਦੇ ਸ਼ਰਧਾਲੂ ਬਣ ਗਏ। ਉਹਨਾਂ ਨੇ ਸਤਿਗੁਰਾਂ ਦੇ ਉੱਥੇ ਜਾਣ ਦੀ ਯਾਦ ਵਿੱਚ ਤੁਰਕੀ ਬੋਲੀ ਵਿੱਚ ਕੁਤਬਾ ਵੀ ਲਾਇਆ, ਜੋ ਕਿ ਹੁਣ ਰੇਲਵੇ ਸਟੇਸ਼ਨ ਬਗਦਾਦ ਤੋਂ 1.5 ਮੀਲ ਦੀ ਦੂਰੀ ਉੱਤੇ ਹੈ। ਇਸ ਦਾ ਪੰਜਾਬੀ ਅਨੁਵਾਦ
इस प्रकार है। देखो हजरत परवतदिगार बजुर्ग ने कही मुराद पूरी कीती कि बाबे नानक दी तामीर नवें सिरे बन गई। 7 ਵੱਡੇ ਵਲੀਆਂ ਨੇ ਇਸ ਵਿੱਚ ਸਹਾਇਤਾ ਕੀਤੀ। ਉਸ ਦੀ ਤਾਰੀਖ ਇਹ ਨਿਕਲੀ ਕਿ ਨੇਕ ਬਖਤ ਮੁਰੀਦ ਨੇ ਪਾਣੀ ਲਈ ਜ਼ਮੀਨ ਵਿੱਚ ਫੈਜ਼ ਦਾ ਚਸ਼ਮਾ ਜਾਰੀ ਕਰ ਦਿੱਤਾ। ਇਸ ਕੁਤਬੇ ਦੇ ਨੇੜੇ ਹੀ ਇੱਕ ਮਿੱਠੇ ਪਾਣੀ ਦਾ ਖੂਹ ਹੈ ਜੋ ਸਤਿਗੁਰਾਂ ਨੇ ਲਗਵਾਇਆ ਸੀ। ਉਪਰੋਕਤ ਕੁਤਬੇ ਵਿੱਚ ਇਸੇ ਖੂਹ ਨੂੰ ਫੈਜ਼ ਦਾ ਚਸ਼ਮਾ ਆਖਿਆ ਗਿਆ ਹੈ। ਇਸ ਸਾਖੀ ਤੋਂ ਬਾਅਦ ਸਾਨੂੰ ਇੱਕ ਝਾਤ ਅੱਜ ਦੀ ਗਾਇਕੀ ਵੱਲ ਜ਼ਰੂਰ ਦੇਣੀ ਚਾਹੀਦੀ ਹੈ। ਜਿਸ ਤਰ੍ਹਾਂ ਦੇ ਲੱਚਰ ਗੀਤ ਸਿੰਗਰ ਗਾਉਂਦੇ ਹਨ, ਉਸ ਨਾਲ ਸਮਾਜ ਵਿੱਚ ਨਾ ਸਿਰਫ ਵਿਭਚਾਰ, ਨਸ਼ਾ ਅਤੇ ਗੁੰਡਾਗਰਦੀ ਨੂੰ ਹੱਲਾਸ਼ੇਰੀ ਮਿਲਦੀ ਹੈ, ਬਲਕਿ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਵੀ ਘਟਦਾ ਹੈ। ਗੁਰੂ ਨੇ ਸਾਨੂੰ ਰਾਗ ਦੀ ਵਰਤੋਂ ਪ੍ਰਭੂ ਦੀ ਸਿਫਤ ਸਲਾਹ ਦੇ ਸ਼ਬਦਾਂ ਨੂੰ ਗਾਉਣ ਲਈ ਕਰਨੀ ਸਿਖਾਈ ਹੈ। ਇੱਕ ਦਿਨ ਗੁਰੂ ਜੀ ਅਤੇ ਭਾਈ ਮਰਦਾਨਾ ਤਹਿਸੀਲ ਦੀਪਾਲਪੁਰ, ਜ਼ਿਲ੍ਹਾ ਮਿੰਟ ਗੁਮਰੀ ਦੇ ਇੱਕ ਪਿੰਡ ਪੁੱਜੇ। ਮੀਂਹ ਬਹੁਤ ਪੈ ਰਿਹਾ ਸੀ ਅਤੇ ਰਾਤ ਹੋਣ ਵਾਲੀ ਸੀ। ਭਾਈ ਮਰਦਾਨੇ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ, ਜੇ ਆਪ ਆਗਿਆ ਦੇਵੋ ਤਾਂ ਮੈਂ ਕਿਸੇ ਨੂੰ ਪੁੱਛ ਦੇਖਾਂ ਜੋ ਸਾਨੂੰ ਰਾਤ ਕੱਟਣ ਲਈ ਕੋਈ ਥਾਂ ਦੇ ਦੇਵੇ। ਮੀਂਹ ਨਾ ਪੈਂਦਾ ਹੁੰਦਾ ਤਾਂ ਅੱਗੇ ਦੀ ਤਰ੍ਹਾਂ ਬਾਹਰ ਜੰਗਲ ਵਿੱਚ ਹੀ ਰਾਤ ਗੁਜ਼ਾਰ ਲੈਂਦੇ। ਗੁਰੂ ਜੀ ਨੇ ਕਿਹਾ, ਭਾਈ ਮਰਦਾਨਿਆ, ਜਾ ਪੁੱਛ ਕੇ ਦੇਖ ਲੈ। ਭਾਈ ਮਰਦਾਨੇ ਨੇ ਆਗਿਆ ਲੈ ਕੇ ਪਿੰਡ ਦੇ ਲੋਕਾਂ ਨੂੰ ਪੁੱਛਿਆ। ਉਸ ਨੂੰ ਕਿਸੇ ਨੇ ਰਹਿਣ ਦੀ ਥਾਂ ਨਾ ਦਿੱਤੀ। ਭਾਈ ਮਰਦਾਨਾ ਵਾਪਸ ਮੁੜਿਆ ਆ ਰਿਹਾ ਸੀ ਕਿ ਉਸ ਦੀ ਨਿਗਾਹ ਪਿੰਡ ਤੋਂ ਬਾਹਰ ਇੱਕ ਝੁੱਗੀ ਵੱਲ ਗਈ, ਜਿਸ ਵਿੱਚ ਦੀਵਾ ਜਗ ਰਿਹਾ ਸੀ। ਗੁਰੂ ਜੀ ਅਤੇ ਭਾਈ ਮਰਦਾਨਾ ਉਸ ਝੁੱਗੀ ਪਾਸ ਪੁੱਜੇ। ਉਸ ਝੁੱਗੀ ਵਿੱਚ ਇੱਕ ਕੋਹੜੀ ਰਹਿੰਦਾ ਸੀ। ਉਸ ਨੂੰ ਘਰ ਵਾਲਿਆਂ ਨੇ ਪੱਕਾ ਰੋਗੀ, ਕਦੇ ਨਾ ਠੀਕ ਹੋਣ ਵਾਲਾ ਸਮਝ ਕੇ ਘਰੋਂ ਬਾਹਰ ਕੱਢ ਦਿੱਤਾ ਸੀ। ਉਸ ਨੂੰ ਸਵੇਰ ਅਤੇ ਸ਼ਾਮ ਦਾ ਖਾਣਾ ਉਸ ਦੀ ਝੁੱਗੀ ਵਿੱਚ ਹੀ ਉਸ ਦੇ ਘਰ ਵਾਲੇ ਦੇ ਜਾਂਦੇ ਅਤੇ ਇੱਕ ਪਾਣੀ ਦਾ ਘੜਾ ਭਰ ਕੇ ਉਸ ਲਈ ਰੱਖ ਜਾਂਦੇ। ਗੁਰੂ ਜੀ ਨੂੰ ਝੁੱਗੀ ਅੰਦਰ ਦਾਖਲ ਹੁੰਦਾ ਦੇਖ ਕੇ ਉਸ ਕੋਹੜੀ ਨੇ ਕਿਹਾ, ਮੇਰੇ ਪਾਸ ਨਾ ਆਉਣਾ, ਮੇਰੇ ਪਾਸੋਂ ਦੂਰ ਰਹੋ, ਮੈਂ ਕੋਹੜੀ ਹਾਂ, ਮੇਰੀ ਬਿਮਾਰੀ ਤੁਹਾਨੂੰ ਲੱਗ ਜਾਵੇਗੀ। ਗੁਰੂ ਜੀ ਨੇ ਉਸ ਕੋਹੜੀ ਦੇ ਕਹਿਣ ਦੀ ਕੋਈ ਪਰਵਾਹ ਨਾ ਕੀਤੀ, ਝੁੱਗੀ ਦੇ ਅੰਦਰ ਚਲੇ ਗਏ। ਉਹਨਾਂ ਦੇ ਪਿੱਛੇ ਪਿੱਛੇ ਭਾਈ ਮਰਦਾਨਾ ਵੀ ਅੰਦਰ ਲੰਘ ਗਿਆ। ਗੁਰੂ ਜੀ ਨੇ ਕੋਹੜੀ ਨੂੰ ਬਹੁਤ ਦੁਖੀ ਦੇਖ ਕੇ ਇੱਕ ਸ਼ਬਦ ਉਚਾਰਿਆ, ਜਿਸ ਦੀ ਉਸ ਨੂੰ ਸਮਝ ਪੈ ਗਈ। ਜਦੋਂ ਪਰਮਾਤਮਾ ਵਿਸਰ ਜਾਵੇ ਤਾਂ ਮਨ ਰੋਗੀ ਹੋ ਜਾਂਦਾ ਹੈ। ਮਨ ਰੋਗੀ ਹੋਣ ਨਾਲ ਸਰੀਰ ਵਿੱਚ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ। ਸਰੀਰ ਦੇ ਦੁੱਖਾਂ ਨਾਲ ਆਦਮੀ ਰੋਂਦਾ ਹੈ ਕਿਉਂਕਿ ਇਹ ਬਾਹਰੋਂ ਨਜ਼ਰ ਆਉਂਦੇ ਹਨ ਅਤੇ ਦੁੱਖ ਦਿੰਦੇ ਹਨ। ਇਹਨਾਂ ਬਿਮਾਰੀਆਂ ਦਾ ਇਲਾਜ ਮਨ ਨੂੰ ਉਸ ਨਾਲ ਜੋੜਨਾ ਹੈ ਜਿਸ ਨੇ ਹੱਥ, ਪੈਰ, ਅੱਖਾਂ ਆਦਿ ਦਿੱਤੀਆਂ ਹਨ। ਸਰੀਰ ਸੇਵਾ ਲਈ ਦਿੱਤਾ ਹੈ। ਸੇਵਾ ਕਰਨ ਤੋਂ ਬਿਨਾਂ ਸਰੀਰ ਰੋਗੀ ਹੋ ਜਾਂਦਾ ਹੈ। ਉਸ ਦੇ ਮਨ ਦਾ ਭੁਲੇਖਾ ਦੂਰ ਹੋ ਗਿਆ ਕਿ ਉਹ ਪੱਕਾ ਰੋਗੀ ਸੀ। ਉਹ ਉੱਠ ਕੇ ਬੈਠ ਗਿਆ। ਬਹੁਤ ਰਾਤ ਗਈ ਤੱਕ ਗੁਰੂ ਜੀ ਦੀ ਸਿੱਖਿਆ ਸੁਣਦਾ ਰਿਹਾ। ਗੁਰੂ ਸਾਹਿਬ ਨੇ ਉਸ ਦੇ ਕੋੜ ਦਾ ਦਵਾ ਦਾਰੂ ਨਾਲ ਇਲਾਜ ਕੀਤਾ ਅਤੇ ਇੱਕ ਦਿਨ ਉਹ ਬਿਲਕੁਲ ਠੀਕ ਹੋ ਗਿਆ। ਠੀਕ ਹੋਣ ਉਪਰੰਤ ਉਹ ਆਪਣੇ ਘਰ ਚਲਿਆ ਗਿਆ। ਉਸ ਦੇ ਘਰ ਵਾਲੇ ਉਸ ਨੂੰ ਤੁਰਦਾ ਫਿਰਦਾ ਦੇਖ ਕੇ ਬਹੁਤ ਹੈਰਾਨ ਹੋਏ। ਉਹਨਾਂ ਪੁੱਛਿਆ, ਤੈਨੂੰ ਕਿਸ ਨੇ ਠੀਕ ਕੀਤਾ ਹੈ? ਉਸਨੇ ਸਾਰੀ ਗੱਲ ਦੱਸ ਦਿੱਤੀ। ਇਹ ਸੁਣ ਕੇ ਘਰ ਵਾਲੇ ਫਕੀਰਾਂ ਨੂੰ ਦੇਖਣ ਤੁਰ ਪਏ। ਘਰ ਵਾਲਿਆਂ ਦੇ ਪਿੱਛੇ ਪਿੱਛੇ ਸਾਰਾ ਪਿੰਡ ਵੀ ਗੁਰੂ ਸਾਹਿਬ ਨੂੰ ਮਿਲਣ ਲਈ ਤੁਰ ਪਿਆ। ਗੁਰੂ ਸਾਹਿਬ ਨੇ ਸਭ ਨੂੰ ਸਮਝਾਇਆ ਕਿ ਰੋਗੀ ਨੂੰ ਨਫ਼ਰਤ ਕਰਨ ਦੀ ਬਜਾਏ ਉਸ ਦਾ ਇਲਾਜ ਕਰਨਾ ਚਾਹੀਦਾ ਹੈ। ਇਹੀ ਰੱਬ ਦੀ ਸੇਵਾ ਹੈ। ਅਸੀਂ ਸਮਝਿਆ ਕਿ ਗੁਰੂ ਸਾਹਿਬ ਨੇ ਬਗੈਰ ਕਿਸੇ ਭੇਦਭਾਵ ਦੇ ਰੋਗੀਆਂ ਦਾ ਇਲਾਜ ਕੀਤਾ। ਅੱਜ ਪੰਜਾਬ ਦੇ ਨੌਜਵਾਨਾਂ ਨੂੰ ਵੀ ਨਸ਼ਿਆਂ ਨੇ ਕੋਹੜੀ ਬਣਾ ਦਿੱਤਾ ਹੈ। ਨਸ਼ਾ ਇੱਕ ਬਿਮਾਰੀ ਹੈ। ਸਾਨੂੰ ਵੀ ਇਹਨਾਂ ਨਸ਼ੇ ਦੇ ਰੋਗੀਆਂ ਨੂੰ ਨਫ਼ਰਤ ਕਰਨ ਦੀ ਬਜਾਏ ਇਹਨਾਂ ਤੇ ਤਰਸ ਖਾ ਕੇ ਇਹਨਾਂ ਦਾ ਇਲਾਜ ਕਰਵਾਉਣਾ ਚਾਹੀਦਾ ਹੈ। ਨਫ਼ਰਤ ਦੇ ਹੱਕਦਾਰ ਤੇ ਨਸ਼ੇ ਦੇ ਵਪਾਰੀ ਹਨ। ਨਸ਼ਈ ਤਾਂ ਆਪ ਉਸ ਕੋਹੜੀ ਵਾਂਗ ਬਿਮਾਰ ਹਨ।
ਪਿੰਡ ਪਿੰਡ ਧਰਮ ਪ੍ਰਚਾਰ ਕਰਦੇ ਹੋਏ ਸਤਿਗੁਰੂ ਜੀ ਸੈਦਪੁਰ ਪੁੱਜੇ, ਜਿਸ ਨੂੰ ਏਮਨਾਬਾਦ ਵੀ ਕਹਿੰਦੇ ਹਨ। ਇੱਥੇ ਉਹਨਾਂ ਦਾ ਸ਼ਰਧਾਲੂ ਭਾਈ ਲਾਲੋ ਰਹਿੰਦਾ ਸੀ, ਜਿਸ ਪਾਸ ਪਹਿਲੀ ਉਦਾਸੀ ਦੇ ਆਰੰਭ ਵਿੱਚ ਵੀ ਆਏ ਸਨ। ਹੁਣ ਵੀ ਉਸ ਪਾਸ ਜਾ ਠਹਿਰੇ। ਖਬਰਾਂ ਪੁੱਜੀਆਂ ਕਿ ਬਾਬਰ ਕਾਬਲ ਤੋਂ ਚੜ੍ਹਾਈ ਕਰਕੇ ਆ ਰਿਹਾ ਹੈ। ਹੋਣ ਵਾਲੀ ਲੁੱਟ-ਮਾਰ ਦੇ ਡਰ ਕਾਰਨ ਲੋਕ ਭੈਭੀਤ ਹੋ ਗਏ। ਸਤਿਗੁਰਾਂ ਨੇ ਲੋਕਾਂ ਨੂੰ ਨਿਡਰ ਹੋਣ ਦਾ ਉਪਦੇਸ਼ ਦਿੱਤਾ। ਸਤਿਗੁਰੂ ਆਪ ਵੀ ਉੱਥੇ ਹੀ ਰਹੇ ਤਾਂ ਜੋ ਲੋਕਾਂ ਦਾ ਧੀਰਜ ਨਾ ਟੁੱਟੇ ਅਤੇ ਜ਼ਬਰ ਜ਼ੁਲਮ ਦਾ ਟਾਕਰਾ ਕਰਨ ਦੀ ਅਮਲੀ ਸਿੱਖਿਆ ਦਿੱਤੀ ਜਾ ਸਕੇ। ਬਾਬਰ ਨੇ ਹਮਲਾ ਕਰ ਦਿੱਤਾ। ਉਧਰ ਪਠਾਨ ਹਾਕਮਾਂ ਨੇ ਮੁਕਾਬਲਾ ਕਰਨ ਦੀ ਥਾਂ ਮੁਲਾਨਿਆਂ ਨੂੰ ਕਲਮਾ ਪੜ੍ਹਨ ਤੇ ਲਾ ਦਿੱਤਾ ਤਾਂ ਜੋ ਆਫਤ ਤੋਂ ਬਚਿਆ ਜਾ ਸਕੇ। ਉਧਰ ਬਾਬਰ ਨੇ ਲੁੱਟ ਮਚਾ ਦਿੱਤੀ। ਲੁੱਟ, ਕਤਲ, ਸਾੜ ਫੂਕ ਤੇ ਇਸਤਰੀਆਂ ਉੱਪਰ ਹੋਏ ਅਤਿਆਚਾਰ ਕਾਰਨ ਸਭ ਪਾਸੇ ਹਾਹਾਕਾਰ ਮਚ ਗਈ। ਸ਼ਹਿਰ ਤਬਾਹ ਹੋ ਗਿਆ। ਜੋ ਮਰਦ ਇਸਤਰੀਆਂ ਬਚ ਗਏ ਉਹਨਾਂ ਨੂੰ ਕੈਦ ਕਰ ਲਿਆ ਗਿਆ। ਸਤਿਗੁਰੂ ਜੀ ਤੇ ਭਾਈ ਮਰਦਾਨਾ ਜੀ ਵੀ ਕੈਦ ਹੋ ਗਏ। ਕੈਦ ਵਿੱਚ ਹੀ ਸਤਿਗੁਰੂ ਜੀ ਬਾਬਰ ਦੇ ਜ਼ੁਲਮਾਂ ਬਾਰੇ ਦੂਜੇ ਕੈਦੀਆਂ ਨੂੰ ਨਿਡਰ ਹੋ ਕੇ ਗੱਲਾਂ ਕਰ ਰਹੇ ਸਨ ਅਤੇ ਉਹਨਾਂ ਨੂੰ ਨਿਰਭਉ ਹੋਣ ਦੀ ਪ੍ਰੇਰਨਾ ਦੇ ਰਹੇ ਸਨ। ਜਿੱਥੇ ਹੋਰ ਕੈਦੀ ਡਰੇ ਤੇ ਸਹਿਮੇ ਹੋਏ ਸਨ, ਉੱਥੇ ਗੁਰੂ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਸਨ। ਬਾਬਰ ਨੂੰ ਇਸ ਅਨੋਖੇ ਅਤੇ ਨਿਧੜਕ ਫਕੀਰ ਬਾਰੇ ਖਬਰ ਪਹੁੰਚਾਈ ਗਈ। ਉਹ ਸਤਿਗੁਰਾਂ ਨੂੰ ਮਿਲਿਆ। ਗੁਰੂ ਜੀ ਨੇ ਬੜੀ ਨਿਡਰਤਾ ਨਾਲ ਬਾਬਰ ਨੂੰ ਸਮਝਾਇਆ ਕਿ ਖੁਦਾ ਦੀ ਖਲਕਤ ਨੂੰ ਤੰਗ ਕਰਨ ਨਾਲ ਮਨੁੱਖ ਨੂੰ ਕਦੇ ਖੁਸ਼ੀ ਪ੍ਰਾਪਤ ਨਹੀਂ ਹੋ ਸਕਦੀ। ਸਤਿਗੁਰਾਂ ਦੀ ਨਿਡਰਤਾ ਅਤੇ ਫਕੀਰੀ ਬਾਣੇ ਨੂੰ ਦੇਖ ਕੇ ਬਾਬਰ ਡਰ ਗਿਆ ਅਤੇ ਉਸਨੇ ਗੁਰੂ ਸਾਹਿਬ ਨੂੰ ਛੱਡਣ ਦਾ ਫੈਸਲਾ ਕੀਤਾ। ਪਰ ਗੁਰੂ ਸਾਹਿਬ ਨੇ ਬਾਕੀ ਸਭ ਕੈਦੀਆਂ ਨੂੰ ਵੀ ਰਿਹਾ ਕਰਨ ਲਈ ਕਿਹਾ। ਬਾਬਰ ਨੇ ਸਾਰੇ ਕੈਦੀਆਂ ਨੂੰ ਰਿਹਾ ਕਰਨ ਦਾ ਹੁਕਮ ਦੇ ਦਿੱਤਾ। ਬਾਬਰ ਦੇ ਇਸ ਹਮਲੇ ਬਾਰੇ ਸਤਿਗੁਰਾਂ ਨੇ 4 ਸ਼ਬਦ ਉਚਾਰੇ ਹਨ। ਇਨ੍ਹਾਂ ਸ਼ਬਦਾਂ ਵਿੱਚ ਜਿੱਥੇ ਸਤਿਗੁਰਾਂ ਨੇ ਬਾਬਰ ਨੂੰ ਲੁਟੇਰਾ ਆਖਿਆ ਹੈ, ਉੱਥੇ ਜੰਗ ਸਮੇਂ ਮੱਚੀ ਲੁੱਟ, ਹਾਹਾਕਾਰ, ਇਸਤਰੀਆਂ ਦੀ ਹੋਈ ਬੇਪਤੀ ਦਾ ਵੀ ਬੜਾ ਕੁਰਨਾਮੀ ਜ਼ਿਕਰ ਕੀਤਾ ਹੈ। ਇੱਥੋਂ ਦੇ ਪਠਾਨ ਹਾਕਮਾਂ ਅਤੇ ਖੱਤਰੀਆਂ ਨੂੰ ਵੀ ਖਰੀਆਂ ਸੁਣਾਈਆਂ ਹਨ ਕਿ ਉਹ ਜਨਤਾ ਨੂੰ ਚੰਗਾ ਰਾਜ ਪ੍ਰਬੰਧ ਦੇਣ ਦੀ ਥਾਂ ਉੱਤੇ ਆਪਣੇ ਮਹਿਲਾਂ ਵਿੱਚ ਰੰਗਰਲੀਆਂ ਮਨਾਉਣ ਵਿੱਚ ਹੀ ਉਲਝੇ ਰਹੇ। ਹਮਲੇ ਤੋਂ ਪਹਿਲਾਂ ਵੀ ਉਹਨਾਂ ਮੁਕਾਬਲੇ ਦੀ ਤਿਆਰੀ ਨਾ ਕੀਤੀ। ਜਦ ਹਮਲਾ ਹੋਇਆ ਤਾਂ ਫੌਜਾਂ ਨੂੰ ਜੰਗ ਵਿੱਚ ਜੂਝਣ ਦੀ ਹੱਲਾਸ਼ੇਰੀ ਦੇਣ ਦੀ ਥਾਂ ਉੱਤੇ ਮੌਲਵੀਆਂ ਜਾਂ ਬ੍ਰਾਹਮਣਾਂ ਪਾਸੋਂ ਧਰਮ ਪੁਸਤਕਾਂ ਦਾ ਪਾਠ ਆਰੰਭ ਕਰਵਾ ਦਿੱਤਾ, ਇਸ ਉਮੀਦ ਵਿੱਚ ਕਿ ਕੋਈ ਕਰਾਮਾਤ ਵਰਤ ਜਾਏਗੀ ਤੇ ਉਹ ਬਚ ਜਾਣਗੇ। ਪਰ ਐਸਾ ਨਾ ਹੋਇਆ। ਉਜੜੇ ਪੁਜੜੇ ਤੇ ਡਰੇ ਹੋਏ ਲੋਕਾਂ ਨੂੰ ਹੌਸਲਾ ਦੇਣ ਲਈ ਗੁਰੂ ਜੀ ਕੁਝ ਦਿਨ ਸੈਦਪੁਰ ਵਿੱਚ ਹੀ ਠਹਿਰ ਗਏ। ਸੈਦਪੁਰ ਤੋਂ ਚੱਲ ਕੇ ਆਪਣੀ ਵਸਾਈ ਨਗਰੀ ਕਰਤਾਰਪੁਰ ਆ ਪਹੁੰਚੇ। ਇੰਜ ਤੀਸਰੀ ਤੇ ਆਖਰੀ ਉਦਾਸੀ ਸਨ 1521 ਵਿੱਚ ਸਮਾਪਤ ਹੋਈ। ਇਸ ਸਾਖੀ ਤੋਂ ਇੱਕ ਬਹੁਤ ਵੱਡੀ ਰਾਜਨੀਤਿਕ ਸੇਧ ਮਿਲਦੀ ਹੈ। ਜਿਹੜੀਆਂ ਕੌਮਾਂ ਜਾਂ ਸਮਾਜ ਰਾਜਨੀਤਿਕ ਪੱਖੋਂ ਕਮਜ਼ੋਰ ਹੋ ਜਾਂਦੀਆਂ ਨੇ, ਉਹ ਤਕੜੇ ਤੇ ਜ਼ਾਲਮ ਸ਼ਾਸਕਾਂ ਦਾ ਸ਼ਿਕਾਰ ਬਣ ਜਾਂਦੀਆਂ ਨੇ। 84 ਵਿੱਚ ਹੋਏ ਸਿੱਖਾਂ ਤੇ ਸਰਕਾਰੀ ਜ਼ੁਲਮਾਂ ਦਾ ਵੀ ਮੁੱਖ ਕਾਰਨ ਸਿੱਖਾਂ ਦੀ ਕਮਜ਼ੋਰ ਰਾਜਨੀਤਿਕ ਸ਼ਕਤੀ ਹੀ ਹੈ। ਪਰ ਕੀ ਅਸੀਂ ਇਸ ਕਮਜ਼ੋਰੀ ਨੂੰ ਦੂਰ ਕਰ ਪਾਏ ਹਾਂ? ਵੱਡੇ ਵੱਡੇ ਪ੍ਰਚਾਰ ਦੌਰੇ ਖਤਮ ਕਰਨ ਮਗਰੋਂ ਗੁਰੂ ਜੀ ਨੇ ਬਾਕੀ ਉਮਰ ਕਰਤਾਰਪੁਰ ਵਿੱਚ ਗੁਜ਼ਾਰਨ ਦਾ ਫੈਸਲਾ ਕੀਤਾ ਅਤੇ ਉਮਰ ਦੇ ਆਖਰੀ 18 ਸਾਲ ਇੱਥੇ ਹੀ ਗੁਜ਼ਾਰੇ। ਇੱਥੇ ਆ ਕੇ ਵੀ ਆਪ ਦੂਰ ਦੂਰ ਧਰਮ ਪ੍ਰਚਾਰ ਕਰਨ ਜਾਂਦੇ ਰਹੇ। ਕਰਤਾਰਪੁਰੋਂ ਚੱਲ ਕੇ ਸਤਿਗੁਰੂ ਤੇ ਭਾਈ ਮਰਦਾਨਾ ਜੀ ਮਾਰਚ 1530 ਈਸਵੀ ਵਿੱਚ ਸ਼ਿਵਰਾਤਰੀ ਦੇ ਸਮੇਂ ਅਚਲ ਪਹੁੰਚੇ। ਇੱਥੇ ਮਹਾਦੇਵ ਸ਼ਿਵ ਜੀ ਦਾ ਮੰਦਰ ਬਣਿਆ ਹੋਇਆ ਹੈ। ਮੰਦਰ ਅਤੇ ਪਿੰਡ ਦੋਹਾਂ ਦਾ ਨਾਮ ਅਚਲ ਹੀ ਹੈ। ਇਹ ਪਿੰਡ ਜ਼ਿਲ੍ਹਾ ਗੁਰਦਾਸਪੁਰ ਵਿੱਚ ਬਟਾਲੇ ਤੋਂ 3 ਮੀਲਾਂ ਦੀ ਵਿੱਥ ਉੱਤੇ ਹੈ। ਇੱਥੇ ਹਰ ਸ਼ਿਵਰਾਤਰੀ ਨੂੰ ਸਿੱਧਾਂ ਜੋਗੀਆਂ ਦਾ ਇਕੱਠ ਹੁੰਦਾ ਸੀ, ਮੇਲਾ ਲੱਗਦਾ ਸੀ। ਜਦੋਂ ਸਤਿਗੁਰੂ ਜੀ ਮੇਲੇ ਤੇ ਪਹੁੰਚੇ
ਤਾਂ ਭਾਰੀ ਗਿਣਤੀ ਵਿੱਚ ਲੋਕ ਸਤਿਗੁਰਾਂ ਦੇ ਉਪਦੇਸ਼ ਸੁਣਨ ਲਈ ਉਹਨਾਂ ਦੀ ਸਤ ਸੰਗਤ ਵਿੱਚ ਆ ਗਏ। ਜੋਗੀਆਂ ਵਾਲੇ ਪਾਸੇ ਬਹੁਤ ਹੀ ਘੱਟ ਲੋਕੀ ਗਏ। ਇਸ ਨਾਲ ਜੋਗੀਆਂ ਨੂੰ ਬਹੁਤ ਈਰਖਾ ਹੋਈ। ਉੱਥੇ ਰਾਸ ਧਾਰੀਏ ਜੋ ਡਰਾਮਾ ਕਰਨ ਵਾਲੇ ਹੁੰਦੇ ਹਨ, ਉਹ ਲੋਕਾਂ ਦਾ ਮਨੋਰੰਜਨ ਕਰ ਰਹੇ ਸੀ। ਜੋਗੀਆਂ ਨੇ ਕਰਾਮਾਤ ਨਾਲ ਜਾਂ ਹੱਥ ਦੀ ਸਫਾਈ ਨਾਲ ਉਹਨਾਂ ਦੇ ਪੈਸਿਆਂ ਵਾਲਾ ਲੋਟਾ ਲੁਕਾ ਦਿੱਤਾ। ਇਹ ਉਹਨਾਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਕੀਤਾ ਸੀ। ਗਰੀਬ ਰਾਸ ਧਾਰੀਏ ਜੋਗੀਆਂ ਅੱਗੇ ਤਰਲੇ ਲੈਣ ਲੱਗੇ, ਪਰ ਉਹਨਾਂ ਲੋਟਾ ਵਾਪਸ ਨਾ ਦਿੱਤਾ। ਗਰੀਬਾਂ ਦੇ ਦਰਦੀ ਸਤਿਗੁਰੂ ਜੀ ਗਰੀਬਾਂ ਦਾ ਇਹ ਨਿਰਾਦਰ ਸਹਾਰ ਨਾ ਸਕੇ ਤੇ ਉਹਨਾਂ ਲੋਟਾ ਲੱਭ ਕੇ ਉਹਨਾਂ ਨੂੰ ਵਾਪਸ ਕਰ ਦਿੱਤਾ। ਸੋ ਸਿੱਧਾਂ ਦਾ ਕਰਾਮਾਤ ਦਾ ਹਥਿਆਰ ਫੇਲ ਹੋ ਗਿਆ। ਫਿਰ ਜੋਗੀ ਬਹਿਸ ਕਰਨ ਤੇ ਉਤਰ ਆਏ। ਉਹਨਾਂ ਨੇ ਗੁਰੂ ਜੀ ਨੂੰ ਕਿਹਾ ਕਿ ਤੁਸੀਂ ਇੱਕ ਵਾਰ ਫਕੀਰੀ ਬਾਨਾ ਧਾਰਨ ਕਰਨ ਮਗਰੋਂ ਮੁੜ ਕੇ ਗ੍ਰਸਤੀ ਕਿਉਂ ਬਣ ਗਏ ਹੋ? ਤੁਸੀਂ ਤਾਂ ਦੁੱਧ ਵਿੱਚ ਕਾਂਜੀ ਪਾ ਦਿੱਤੀ ਹੈ। ਸਤਿਗੁਰਾਂ ਨੇ ਬੜੇ ਪਿਆਰ ਨਾਲ ਸਮਝਾਇਆ ਕਿ ਮੈਂ ਫਕੀਰੀ ਨਹੀਂ ਸੀ ਧਾਰਨ ਕੀਤੀ, ਮੈਂ ਤਾਂ ਆਪਣੇ ਮਤ ਦੇ ਪ੍ਰਚਾਰ ਲਈ ਥਾਂ ਥਾਂ ਜਾਂਦਾ ਰਿਹਾ ਹਾਂ। ਗੁਰੂ ਸਾਹਿਬ ਨੇ ਸਮਝਾਇਆ, ਜੇ ਗ੍ਰਸਤੀ ਨੀਵੇਂ ਹਨ ਤਾਂ ਫਿਰ ਉਹਨਾਂ ਦੀ ਕਮਾਈ ਹੋਈ ਰੋਟੀ ਤੇ ਪਲਣ ਵਾਲੇ ਜੋਗੀ ਕਿਵੇਂ ਵੱਡੇ ਹੋ ਗਏ? ਤੁਹਾਡੇ ਵਰਗੇ ਵਿਹਲੜ ਲੋਕਾਂ ਨਾਲੋਂ ਮਿਹਨਤਕਸ਼ ਗ੍ਰਸਤੀ 1000 ਦਰਜਾ ਚੰਗੇ ਹਨ, ਜਿਹੜੇ ਹੱਥੀਂ ਕਾਰ ਕਰਕੇ ਆਪਣਾ ਨਿਰਵਾਹ ਚਲਾਉਂਦੇ ਹਨ, ਆਏ ਗਏ ਦੀ ਸੇਵਾ ਕਰਦੇ ਹਨ ਅਤੇ ਤੁਹਾਡੇ ਵਰਗੇ ਵਿਹਲੜਾਂ ਦੀਆਂ ਲੋੜਾਂ ਪੂਰੀਆਂ ਕਰਦੇ ਹਨ। ਜੋਗੀਆਂ ਕੋਲ ਕੋਈ ਜਵਾਬ ਨਹੀਂ ਸੀ, ਪਰ ਉਹਨਾਂ ਹੱਥ ਨਾ ਤਿਆਗਿਆ, ਸਗੋਂ ਗੁਰੂ ਜੀ ਨੂੰ ਕਰਾਮਾਤ ਵਿਖਾਉਣ ਲਈ ਆਖਣ ਲੱਗੇ। ਗੁਰੂ ਜੀ ਨੇ ਕਿਹਾ, ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਵਸਾਉਣਾ ਹੀ ਸਭ ਤੋਂ ਵੱਡੀ ਕਰਾਮਾਤ ਹੈ। ਕਰਾਮਾਤਾਂ ਤਾਂ ਉਹਨਾਂ ਨੂੰ ਚੰਗੀਆਂ ਲੱਗਦੀਆਂ ਹਨ ਜੋ ਪ੍ਰਭੂ ਦੀ ਰਜ਼ਾ ਵਿੱਚ ਖੁਸ਼ ਨਾ ਹੋਣ। ਜੋ ਉਸ ਦੀ ਰਜ਼ਾ ਵਿੱਚ ਖੁਸ਼ ਰਹਿੰਦੇ ਹਨ, ਉਹ ਭਲਾ ਕਰਾਮਾਤ ਕਿਉਂ ਦਿਖਾਉਣ? ਗੁਰੂ ਜੀ ਦੀ ਇਹ ਗੱਲ ਸਭ ਲੋਕਾਂ ਨੂੰ ਪਸੰਦ ਆਈ ਅਤੇ ਜੋਗੀ ਲੋਕਾਂ ਉੱਤੇ ਆਪਣਾ ਪ੍ਰਭਾਵ ਪਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੇ। ਇਸ ਚਰਚਾ ਵਿੱਚ ਭੰਗਰਨਾਥ, ਚਰਪਟ, ਲੋਹਾਰੀਪਾ ਆਦਿਕ ਯੋਗੀਆਂ ਨੇ ਵਿਸ਼ੇਸ਼ ਤੌਰ ਤੇ ਸਤਿਗੁਰਾਂ ਪਾਸੋਂ ਅਨੇਕ ਸਵਾਲ ਪੁੱਛੇ ਸਨ। ਅਚਲ ਵਟਾਲੇ ਜੋਗੀਆਂ ਨਾਲ ਜਿਹੜੀ ਚਰਚਾ ਹੋਈ ਸੀ, ਸਤਿਗੁਰਾਂ ਨੇ ਉਸ ਨੂੰ ਆਪਣੀ ਬਾਣੀ ਸਿੱਧ ਗੋਸ਼ਟ ਵਿੱਚ ਕਲਮਬੰਦ ਕੀਤਾ ਹੈ, ਜੋ ਕਿ ਰਾਮਕਲੀ ਰਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਇਸ ਸਾਖੀ ਤੋਂ ਬਾਅਦ ਇੱਕ ਗੱਲ ਹਰ ਸਿੱਖ ਨੂੰ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ ਕਿ ਗੁਰਮਤਿ ਵਿੱਚ ਐਸੇ ਜੋਗੀ ਜਾਂ ਸਾਧੂਆਂ ਨੂੰ ਕੋਈ ਵਡਿਆਈ ਨਹੀਂ ਦਿੱਤੀ ਗਈ ਜੋ ਘਰ-ਬਾਰ ਛੱਡ ਕੇ ਆਪਣੇ ਆਪ ਨੂੰ ਆਮ ਗ੍ਰਸਤੀ ਤੋਂ ਵੱਡਾ ਹੋਣ ਦਾ ਢੋਂਗ ਕਰਦੇ ਹਨ, ਜਾਂ ਫਿਰ ਜੋ ਬਾਬੇ ਕਰਾਮਾਤਾਂ ਦਾ ਭਰਮ ਆਮ ਜਨਤਾ ਤੇ ਪਾ ਕੇ ਲੋਕਾਂ ਨੂੰ ਠੱਗਦੇ ਹਨ। ਸਿੱਖ ਨੇ ਇਹਨਾਂ ਦਾ ਕੋਈ ਪ੍ਰਭਾਵ ਨਹੀਂ ਕਬੂਲਣਾ ਅਤੇ ਪਰਮਾਤਮਾ ਦੇ ਸੱਚੇ ਗੁਣਾਂ ਦਾ ਧਾਰਨੀ ਬਣਨਾ ਹੈ। ਆਪਣੇ ਪ੍ਰਚਾਰਕ ਦੌਰਿਆਂ ਦੀ ਸਮਾਪਤੀ ਤੋਂ ਮਗਰੋਂ ਗੁਰੂ ਜੀ ਨੇ ਬਾਕੀ ਉਮਰ ਕਰਤਾਰਪੁਰ ਵਿੱਚ ਹੀ ਗੁਜ਼ਾਰਨ ਦਾ ਫੈਸਲਾ ਕੀਤਾ ਅਤੇ ਉਮਰ ਦੇ ਆਖਰੀ 18 ਸਾਲ ਇੱਥੇ ਹੀ ਗੁਜ਼ਾਰੇ। ਬਿਰਧ ਉਮਰ ਵਿੱਚ ਵੀ ਗੁਰੂ ਜੀ ਕਰਤਾਰਪੁਰੋਂ ਚੱਲਦੇ ਅਤੇ 200-300 ਮੀਲ ਦੀ ਪ੍ਰਚਾਰ ਫੇਰੀ ਲਾ ਕੇ ਵਾਪਸ ਆ ਜਾਂਦੇ। ਕਰਤਾਰਪੁਰ ਵਿੱਚ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੀ ਅਮਲੀ ਸਿੱਖਿਆ ਦਿੱਤੀ। ਅੰਮ੍ਰਿਤ ਵੇਲੇ ਜਪਜੀ ਤੇ ਹੋਰ ਬਾਣੀਆਂ ਦੇ ਪਾਠ ਮਗਰੋਂ ਕੀਰਤਨ ਦੀ ਝੜੀ ਲੱਗ ਜਾਂਦੀ। ਫਿਰ ਸਤਿਗੁਰੂ ਜੀ ਤੇ ਹੋਰ ਲੋਕੀ ਆਪਣੇ ਆਪਣੇ ਖੇਤਾਂ ਵਿੱਚ ਚਲੇ ਜਾਂਦੇ ਜਾਂ ਹੋਰ ਕੰਮਾਂ ਵਿੱਚ ਰੁੱਝ ਜਾਂਦੇ। ਸਤਿਗੁਰਾਂ ਨੂੰ ਖੇਤਾਂ ਵਿੱਚ ਹਲ ਵਾਉਂਦਿਆਂ ਦੇਖ ਕੇ ਕਈ ਵਾਰ ਲੋਕਾਂ ਨੂੰ ਭੁਲੇਖਾ ਹੀ ਪੈ ਜਾਂਦਾ ਸੀ ਕਿ ਇਹ ਉਹੀ ਗੁਰੂ ਹੈ ਜਿਸ ਨੂੰ ਅਸੀਂ ਮਿਲਣ ਆਏ ਹਾਂ। ਤਾਈ ਤੇ ਭਾਈ ਲਹਿਣਾ ਜੀ ਵੀ ਪਹਿਲੀ ਵਾਰ ਗੁਰੂ ਸਾਹਿਬ ਨੂੰ ਖੇਤਾਂ ਵਿੱਚ ਕੰਮ ਕਰਕੇ ਪਛਾਣ ਹੀ ਨਾ ਸਕੇ। ਲੋਕੀ ਆਪਣੀ ਕਿਰਤ ਕਮਾਈ ਦਾ ਕੁਝ ਹਿੱਸਾ ਅਨਾਜ ਦੇ ਰੂਪ ਵਿੱਚ ਧਰਮਸ਼ਾਲਾ ਵਿੱਚ ਵੀ ਦਿੰਦੇ, ਜਿਸ ਨਾਲ ਲੰਗਰ ਜਾਰੀ ਰਹਿੰਦਾ ਅਤੇ ਲੋੜਵੰਦਾਂ ਦੀਆਂ ਹੋਰ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ। ਸ਼ਾਮ ਨੂੰ ਫਿਰ ਸੋਦਰ ਦਾ ਪਾਠ ਹੁੰਦਾ। ਸਤਿਗੁਰੂ ਜੀ ਲੋਕਾਂ ਨੂੰ ਆਪਣੇ ਧਰਮ ਦੇ ਸਿਧਾਂਤਾਂ ਤੋਂ ਜਾਣੂ ਕਰਾਉਂਦੇ ਅਤੇ ਫਿਰ ਪ੍ਰਭੂ ਦੀ ਸਿਫਤ ਸਲਾਹ ਗਾਇਨ ਕੀਤੀ ਜਾਂਦੀ। ਕਰਤਾਰਪੁਰੋਂ ਗੁਰੂ ਜੀ ਪਿੰਡ-ਪਿੰਡ ਧਰਮ ਪ੍ਰਚਾਰ ਲਈ ਗਏ। ਕਈ ਥਾਈਂ ਤਾਂ
ਗੁਰੂ ਜੀ ਦੀ ਆਗਮਨ ਦੀ ਯਾਦ ਵਿੱਚ ਗੁਰਦੁਆਰੇ ਵੀ ਬਣੇ ਹੋਏ ਹਨ। ਸਿਆਲਕੋਟ, ਅੰਮ੍ਰਿਤਸਰ, ਗੁਰਦਾਸਪੁਰ, ਲਾਹੌਰ, ਮਿੰਟਗੁਮਰੀ, ਫਿਰੋਜ਼ਪੁਰ, ਲੁਧਿਆਣਾ, ਪਟਿਆਲਾ, ਹੁਸ਼ਿਆਰਪੁਰ ਆਦਿਕ ਕਈ ਜ਼ਿਲ੍ਹਿਆਂ ਦੇ ਕਈ ਪਿੰਡਾਂ ਵਿੱਚ ਅਜਿਹੇ ਯਾਦਗਾਰੀ ਗੁਰਦੁਆਰੇ ਬਣੇ ਹੋਏ ਹਨ। ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਜਿੱਥੇ ਹੁਣ ਕੀਰਤਪੁਰ ਵਸਿਆ ਹੋਇਆ ਹੈ, ਸਾਈਂ ਬੁੱਢਨ ਸ਼ਾਹ ਜੀ ਨੂੰ ਮਿਲੇ। ਪਿੰਜੌਰ ਜੋ ਚੰਡੀਗੜ੍ਹ ਦੇ ਨੇੜੇ ਹੈ ਤੇ ਸ਼ਿਮਲੇ ਦੀ ਰਿਆਸਤ ਵਿੱਚ ਵੀ ਗਏ। ਸਤਿਗੁਰਾਂ ਦਾ ਬਿਰਧ ਉਮਰ ਵਿੱਚ ਵੀ ਥਾਂ-ਥਾਂ ਜਾ ਕੇ ਧਰਮ ਪ੍ਰਚਾਰ ਕਰਨਾ ਇਹ ਗੱਲ ਦ੍ਰਿੜ ਕਰਵਾਉਂਦਾ ਹੈ ਕਿ ਭਾਵੇਂ ਕੋਈ ਧਰਮ ਕਿੰਨਾ ਵੀ ਚੰਗਾ ਹੋਵੇ, ਉਹ ਧਰਮ ਪ੍ਰਚਾਰ ਤੋਂ ਬਿਨਾਂ ਫੈਲ ਨਹੀਂ ਸਕਦਾ। ਧਰਮ ਪ੍ਰਚਾਰ ਲਈ ਪ੍ਰਚਾਰਕ ਨੂੰ ਗਿਆਨਵਾਨ ਅਤੇ ਉੱਚੇ ਸੁੱਚੇ ਅਮਲੀ ਜੀਵਨ ਵਾਲਾ ਹੋਣ ਦੀ ਲੋੜ ਹੈ। ਭਾਈ ਲਹਿਣਾ ਜੀ ਨੇ ਸੰਨ 1532 ਤੋਂ 1539 ਤੱਕ ਗੁਰੂ ਸਾਹਿਬ ਅਤੇ ਸਿੱਖ ਸੰਗਤਾਂ ਦੀ ਸੇਵਾ ਕੀਤੀ। ਜਦੋਂ ਸਤਿਗੁਰਾਂ ਦੀ ਪੂਰੀ ਤਸੱਲੀ ਹੋ ਗਈ ਕਿ ਭਾਈ ਲਹਿਣਾ ਜੀ ਉਹਨਾਂ ਦੁਆਰਾ ਆਰੰਭੀ ਗਈ ਸਿੱਖ ਲਹਿਰ ਦੀ ਅਗਵਾਈ ਕਰਨ ਦੇ ਯੋਗ ਹੋ ਗਏ ਹਨ, ਤਾਂ ਸਤਿਗੁਰਾਂ ਨੇ ਭਾਈ ਲਹਿਣਾ ਜੀ ਨੂੰ ਗੁਰਗੱਦੀ ਬਖਸ਼ੀ ਅਤੇ ਉਹਨਾਂ ਦਾ ਨਾਮ ਗੁਰੂ ਅੰਗਦ ਰੱਖ ਦਿੱਤਾ। ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਅੱਗੇ ਮੱਥਾ ਟੇਕਿਆ ਅਤੇ ਮਗਰੋਂ ਸਾਰੀ ਸੰਗਤ ਨੇ ਦੂਜੇ ਗੁਰੂ ਜੀ ਦੇ ਚਰਨਾਂ ਵਿੱਚ ਸੀਸ ਨਵਾਇਆ। ਗੁਰਗੱਦੀ ਬਖਸ਼ਣ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਬਾਣੀ ਦੀ ਉਹ ਪੋਥੀ ਵੀ ਦਿੱਤੀ ਜਿਸ ਵਿੱਚ ਉਹਨਾਂ ਦੀ ਆਪਣੀ ਬਾਣੀ ਅਤੇ ਭਗਤਾਂ ਦੀ ਬਾਣੀ ਸ਼ਾਮਿਲ ਸੀ। ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦੇਣ ਮਗਰੋਂ ਗੁਰੂ ਨਾਨਕ ਪਾਤਸ਼ਾਹ 22 ਸਤੰਬਰ 1539 ਨੂੰ ਜੋਤੀ ਜੋਤ ਸਮਾ ਗਏ। ਗੁਰੂ ਨਾਨਕ ਦੇਵ ਜੀ ਨੇ ਮੁਸਲਮਾਨਾਂ, ਹਿੰਦੂਆਂ, ਕਿਸਾਨਾਂ, ਦੁਕਾਨਦਾਰਾਂ, ਸਿਪਾਹੀਆਂ, ਗ੍ਰਸਤੀਆਂ ਨੂੰ ਉਹਨਾਂ ਦੇ ਆਪਣੇ ਕੰਮ-ਕਾਰ ਕਰਦਿਆਂ ਹੋਇਆਂ ਕਾਮਯਾਬੀ ਪ੍ਰਾਪਤ ਕਰਨ ਦਾ ਰਸਤਾ ਦੱਸਿਆ। ਗੁਰੂ ਨਾਨਕ ਫੋਕੀਆਂ ਫਿਲਾਸਫੀਆਂ, ਰਸਮਾਂ, ਰਿਵਾਜ਼ਾਂ, ਜਾਤਾਂ ਤੋਂ ਉੱਚਾ ਉੱਠ ਕੇ ਲੋਕਾਂ ਨੂੰ ਉਠਾਇਆ। ਸਿੱਖ ਧਰਮ ਇੱਕ ਸੁਚੱਜੀ ਜੀਵਨ ਜਾਚ ਹੈ ਅਤੇ ਆਦਰਸ਼ਕ ਭਾਈਚਾਰੇ ਦਾ ਨਾਂ ਹੈ ਜਿਸ ਉੱਤੇ ਗੁਰੂ ਸਾਹਿਬ ਨੇ ਆਪ ਇਹ ਜੀਵਨ ਜਿਉ ਕੇ ਦੱਸਿਆ। ਗੁਰੂ ਨਾਨਕ ਦੇਵ ਜੀ ਵੱਲੋਂ ਪ੍ਰਚਾਰਿਆ ਧਰਮ ਹੀ ਨਵੇਂ ਯੁੱਗ ਦਾ ਧਰਮ ਹੈ। ਸਿੱਖ ਧਰਮ ਵਰਤਮਾਨ ਮਨੁੱਖ ਦੀਆਂ ਸਾਰੀਆਂ ਉਲਝਣਾਂ ਅਤੇ ਪ੍ਰਸ਼ਨਾਂ ਦਾ ਸਹੀ ਉੱਤਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।